सत श्री अकाल जी। हमदर्द टीवी देखने वाले सारे दर्शकों का बहुत बहुत स्वागत है प्रोग्राम इमीग्रेशन मैटर्स में। मैं हाँ तरनजीत कौर घुम्मन ते दोस्तों हासिल लैके जी तुहाडा अपना इमीग्रेशन मैटर्स प्रोग्राम, जिहदे विच अज असीं तुहानूं जानकारी देवांगे यूएस इमीग्रेशन संबंधी। सो अमरीकी इमीग्रेशन संबंधी कोई भी तुहाडा सवाल हैगा सानूं अज कॉल कर सकते हो। लाइव प्रोग्राम दे विच असीं देख रहे हैं कि हर रोज़ नवीं अपडेशन सामने आ रही है। सो यूएस इमीग्रेशन संबंधी जो ताज़ा अपडेशन आई है उहदे बारे विच अज असीं विचार चर्चा करांगे। नाल दी नाल जो बैन लगाए गए ने उहदे बारे विच जाणांगे कि बैन कदों तक रहणगे, किन्ना किन्ना कैटेगरीज के उत्ते बैन लगाए गए ने ते इस वक्त जिन्हां दे प्रोसैस इस वक्त विचाले लटके हुए ने ओह की कर सकते ने। इन्हां सारे सवालों उत्ते जानकारी देने लई साडे नाल अज जुड़ चुके ने जी जसप्रीत सिंह अटॉर्नी एट लॉ। बहुत बहुत स्वागत है सर तुहाडा। हाँ जी, सत श्री अकाल जी सारिਆਂ ਨੂੰ मेरी। यूएस के की हाल चाल ने? लगातार तुसीं बैन ते बैन लगवाई जा रहे हो। यूएस ਦੇ ਹਾਲ ਠੀਕ ਨੇ, ਪਰ ਇਹ ਆ ਵੀ ਕਰੋਨਾ ਵਾਇਰਸ ਕਾਫੀ ਜ਼ਿਆਦਾ ਵੱਧ ਰਿਹਾ ਇੱਥੇ ਕਈ ਸਟੇਟਾਂ 'ਚ। ਜਿਨ੍ਹਾਂ ਨੇ ਜਦੋਂ ਓਪਨਿੰਗ ਕੀਤੀ ਪ੍ਰੀਕਾਸ਼ਨ ਨਹੀਂ ਰੱਖਿਆ, ਉਹਦੇ ਕਰਕੇ ਕਰੋਨਾ ਵਾਇਰਸ ਵੱਧ ਰਿਹਾ। ਤੇ ਕਰੋਨਾ ਦੇ ਵਧਣ ਕਰਕੇ ਜਿਹੜੇ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਕਈ ਥਾਵਾਂ ਤੇ ਓਪਨਿੰਗ ਆ ਉਹ ਵੀ ਡਿਲੇ ਹੋ ਰਹੀ। ਜਿਵੇਂ ਇਮੀਗ੍ਰੇਸ਼ਨ ਕੋਰਟਸ ਜਿਹੜੀਆਂ ਸੀ ਉਹਨਾਂ ਨੇ 13 ਜੁਲਾਈ ਨੂੰ ਓਪਨ ਹੋਣਾ ਸੀ, ਹੁਣ 17 ਤੱਕ ਫਿਰ ਉਹਨਾਂ ਨੇ ਬੈਨ ਐਕਸਟੈਂਡ ਕਰਤਾ। ਤੇ ਹੁਣ ਮੈਨੂੰ ਲੱਗਦਾ ਵੀ 21 ਜੁਲਾਈ ਜਿਹੜਾ ਕਮਿੰਗ ਮੰਡੇ ਆ ਉਸ ਤੋਂ ਬਾਅਦ ਹੋਣਗੀਆਂ। 17 ਤੱਕ ਉਹਨਾਂ ਨੇ ਜਿਹੜੀਆਂ ਨਾਨ ਡਿਟੇਨਡ ਕੇਸਿਸ ਦੀਆਂ ਜਿਹੜੀਆਂ ਡੇਟਾ ਜਿੱਥੇ ਪੋਲੀਟੀਕਲ ਸੈਲਮ ਵਗੈਰਾ ਦੇ ਕੇਸ ਚੱਲਦੇ ਆ ਉਹ ਐਕਸਟੈਂਡ ਕਰਤਾ। ਨਿਊਯਾਰਕ, ਨਿਊ ਜਰਸੀ, ਕੈਲੀਫੋਰਨੀਆ, ਇਹਨਾਂ ਸਟੇਟਾਂ 'ਚ। ਬਾਕੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਜਿਹਦੇ ਬਾਰੇ ਆਪਾਂ ਅੱਜ ਵਿਸ਼ੇਸ਼ ਗੱਲ ਕਰਨੀ ਆ ਉਹ ਹੈ ਵੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਪਹਿਲਾਂ ਇਮੀਗ੍ਰੇਸ਼ਨ ਬੈਨ ਲਾਇਆ ਸੀਗਾ ਉਹ ਐਕਸਟੈਂਡ ਕਰਤਾ ਐਂਡ ਆਫ ਦਸੰਬਰ ਤੱਕ, ਤੇ ਨਾਲੇ ਕੁਝ ਹੋਰ ਕੈਟੇਗਰੀਜ਼ ਉਹ 'ਚ ਐਡ ਕੀਤੀਆਂ। ਉਹਦੇ ਬਾਰੇ ਵੀ ਦੱਸ ਦਾਂਗੇ ਵੀ ਕਿਹੜੀਆਂ ਕੈਟੇਗਰੀਆਂ ਉਹਦੇ 'ਚ ਐਡ ਕੀਤੀਆਂ ਹੋਰ। सर जिवें लगातार बैन लगा रहे हैं, असीं ये भी जानते हैं कि जदों उन्होंने राष्ट्रपति की कुर्सी संभाली सी उस वेले भी इमीग्रेशन संबंधी उन्होंने काफ़ी जिहड़े आ विचार कुछ ज़्यादा सुखावे नहीं सीगे इमीग्रेंट्स नूं लैके। हुण लगातार असीं देख रहे हैं कि ओबामा प्रशासन दीयां जिहड़ियां नीतियां ने उन्हां नूं भी हुण बैकहोल्ड कर रहे हैं, उन्हां नूं पिछे कर रहे हैं। ते दूजे पासे इमीग्रेशन नूं लैके बार बार वो कुछ अजिहे बैन लगा रहे हैं, कदे मुस्लिम देशों उत्ते कदे कुछ। हुण जिवें इलैक्शनस नेड़े आ रही कि यह बयान जिहड़ा बैन लगाया गया वो इलैक्शनस दे विच अपनी कारगुजारी नूं वधिया करन लई तां नहीं लगाया गया? ਲੱਗਦਾ ਤਾਂ ਇਹੀ ਆ ਸਾਰਿਆਂ ਨੂੰ, ਕਿਉਂਕਿ ਇਹ ਬੈਨ ਦਾ ਜਿਹੜੀਆਂ ਇੱਥੋਂ ਦੀਆਂ ਜੌਬਾਂ ਨੇ ਉਹਦੇ ਨਾਲ ਜ਼ਿਆਦਾ ਸੰਬੰਧ ਨਹੀਂ ਹੈ। ਕੋਈ ਕਿਹਾ ਦੇ ਨਾਲ ਇਹ ਆ ਕਿ ਇਸ ਕਰਕੇ ਬੈਨ ਲਾਇਆ ਵੀ ਜਿਹੜੇ ਅਮਰੀਕਨ ਸਿਟੀਜ਼ਨ ਦੇ ਕੋਲ ਜਿਹੜੀਆਂ ਜੌਬਾਂ ਹੈ ਨਹੀਂ, ਅਨਇੰਪਲੋਇਮੈਂਟ ਬਹੁਤ ਜ਼ਿਆਦਾ ਅਮਰੀਕਾ 'ਚ, ਤੇ ਉਹ ਅਨਇੰਪਲੋਇਮੈਂਟ ਜਿਹੜੀ ਆ ਉਹਨੂੰ ਮਤਲਬ ਦੂਰ ਕਰਨ ਵਾਸਤੇ ਅਸੀਂ ਇਹ ਚਾਹੁੰਦੇ ਹਾਂ ਵੀ ਬਾਹਰੋਂ ਬੰਦੇ ਆ ਕੇ ਜੌਬਾਂ ਨਾ ਲੈਣ। ਕੀਤਾ ਤਾਂ ਇਹ ਆ, ਪਰ ਜਿਹੜੀ ਬੇਸਿਕ ਚੀਜ਼ ਆ ਉਹ ਇਹ ਹੈਗੀ ਆ ਕਿ ਜਿਹੜੀ ਹਿਸਟਰੀ ਸ਼ੋਅ ਕਰਦੀ ਆ ਕਿ ਜਿਹੜੀ ਇਮੀਗ੍ਰੇਸ਼ਨ ਆ ਉਹਨੇ ਕਦੇ ਜੌਬਾਂ ਲੋਕਾਂ ਦੀਆਂ ਖੋਹੀਆਂ ਨਹੀਂ ਬਲਕਿ ਕ੍ਰੀਏਟ ਕੀਤੀਆਂ ਨੇ। ਕਿਉਂਕਿ ਜਿਹੜੀਆਂ ਜੌਬਾਂ ਬਾਹਰ ਦੇ ਬੰਦੇ ਆ ਕੇ ਕਰਦੇ ਆ ਉਹ ਜਿਹੜੇ ਇੱਥੋਂ ਦੇ ਇਮੀਗ੍ਰੈਂਟਸ ਨੇ ਉਹ ਜੌਬਾਂ ਦਾ ਉਹਨਾਂ ਨਾਲ ਕੋਈ ਸੰਬੰਧ ਨਹੀਂ ਹੈਗਾ, ਤੇ ਉਹ ਜੌਬਾਂ ਡਿਸਪਲੇਸ ਨਹੀਂ ਹੁੰਦੀਆਂ। ਸੋ ਇਹ ਲੱਗਦਾ ਵੀ ਜਿਹੜਾ ਇਹਨਾਂ ਦਾ ਸਟੈਂਡ ਆ ਇਮੀਗ੍ਰੇਸ਼ਨ ਦੇ ਖਿਲਾਫ, ਜਿਹੜਾ ਇਹਨਾਂ ਨੇ ਕਿਹਾ ਵੀ ਅਸੀਂ ਇਮੀਗ੍ਰੇਸ਼ਨ ਨੂੰ ਰੋਕਣਾ, ਉਹਦੀ ਇਹ ਜਿਹੜੀ ਹੈਗੀ ਕੜੀ ਲੱਗਦੀ ਆ ਵੀ ਉਹਦੇ ਅੰਡਰ ਹੀ ਇਹ ਕਰ ਰਹੇ ਆ। ਕਿਉਂਕਿ ਪਹਿਲਾਂ ਇਹਨਾਂ ਨੇ ਬਾਰਡਰ ਸੀਲ ਕੀਤਾ, ਬਾਰਡਰ 'ਤੇ ਜਿਹੜੀ ਉਹ ਦੁਬਾਰ ਸ਼ੁਰੂ ਕੀਤੀ। ਉਹਦੇ ਬਾਰੇ ਵੀ ਮੈਂ ਦੱਸਦਾ, ਇੱਕ ਇੰਪੋਰਟੈਂਟ ਡਿਸੀਜਨ ਆਇਆ ਇਸ ਵੀਕ 9 ਸਰਕਟ ਕੋਰਟ ਆਫ ਅਪੀਲ ਦਾ, ਤੇ ਉਹਨਾਂ ਨੇ ਕਿਹਾ ਵੀ ਜਿਹੜਾ ਪ੍ਰੈਜ਼ੀਡੈਂਟ ਆ ਉਹ ਜਿਹੜੇ ਮਿਲਟਰੀ ਦੇ ਫੰਡਸ ਨੇ ਉਹ ਨਹੀਂ ਲਾ ਸਕਦਾ ਜੌਬ ਜਿਹੜੀ ਹੈ ਕੰਧ ਬਣਾਉਣ ਵਾਸਤੇ। ਜਿਹੜੀਆਂ ਮਤਲਬ ਕੰਧ ਬਣਾਉਣ ਲਈ ਜਾਂ ਵਾਲ ਬਣਾਉਣ ਵਾਸਤੇ ਜਿਹੜੇ ਫੰਡਸ ਨੇ ਉਹ ਇਹਨਾਂ ਨੇ ਕੀ ਕੀਤਾ ਵੀ ਜਿਹੜਾ ਡਿਪਾਰਟਮੈਂਟ ਆਫ ਡਿਫੈਂਸ ਆ, ਜਿਹੜੀ ਯੂਐਸ ਮਿਲਟਰੀ ਆ, ਉਹਦੇ ਵਿੱਚੋਂ ਫੰਡ ਲੈ ਕੇ ਕੋਸ਼ਿਸ਼ ਕੀਤੀ ਕਿ ਅਸੀਂ ਉੱਧਰ ਡਿਵਰਟ ਕਰ ਦਈਏ। ਤੇ ਉਹ ਇਹਨੇ ਕਿਹਾ ਯੂਐਸ ਸੁਪਰੀਮ ਕੋਰਟ ਨੇ ਵੀ ਐਕਚੁਅਲੀ ਜਿਹੜੀ 9 ਸਰਕਟ ਕੋਰਟ ਨੇ ਕਿ ਉਹ ਤੁਸੀਂ ਉੱਧਰ ਡਿਵਰਟ ਨਹੀਂ ਕਰ ਸਕਦੇ ਫੰਡਸ, ਤੇ ਉਹ ਫੰਡ ਤੁਸੀਂ ਜਿਸ ਕੰਮ ਲਈ ਜਿਹੜੇ ਮਿਲਟਰੀ ਵਾਸਤੇ, ਆਰਮੀ ਵਾਸਤੇ ਜਿਹੜੇ ਰੱਖੇ ਗਏ ਆ ਉੱਥੇ ਲਾਉਣੇ ਪੈਣਗੇ। ਸੋ ਉਹ ਵੀ ਇਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਕਿ ਉਹ ਫੰਡਸ ਨੂੰ ਡਿਵਰਟ ਨਹੀਂ ਕਰ ਸਕਣਗੇ। ਉਸ ਤੋਂ ਇਲਾਵਾ ਜਿਹੜੀ ਇੱਕ ਹੋਰ ਇੰਪੋਰਟੈਂਟ ਡਿਵੈਲਪਮੈਂਟ ਆ ਉਹ ਇਹ ਆ ਕਿ ਜਿਹੜਾ ਯੂਐਸ ਸੁਪਰੀਮ ਕੋਰਟ ਨੇ, ਜਿਵੇਂ ਤੁਹਾਨੂੰ ਯਾਦ ਹੋਣਾ ਆਪਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਗੱਲ ਕੀਤੀ ਸੀ ਕਿ ਜਿਹੜੇ ਇੱਥੋਂ ਬੰਦੇ ਡਿਪੋਰਟ ਹੁੰਦੇ ਆ ਇੰਡੀਆ, ਜਿਵੇਂ ਪਿੱਛੇ ਖਬਰ ਆਈ ਸੀ ਵੀ ਪਲੇਨ ਭਰ ਕੇ ਬੰਦੇ ਗਏ ਆ, ਤੇ ਉਹਦੇ ਬਾਰੇ ਆਪਾਂ ਇਹ ਕਿਹਾ ਸੀਗਾ ਵੀ ਇੱਥੇ ਕ੍ਰੈਡੀਬਲ ਫੀਅਰ ਇੰਟਰਵਿਊ ਹੁੰਦੀ ਆ। ਪਹਿਲਾਂ ਜਦੋਂ ਬੰਦਾ ਆਉਂਦਾ ਕੋਈ ਵੀ ਤੇ ਬਾਰਡਰ ਕ੍ਰਾਸ ਕਰਕੇ ਉਹਦੇ ਬਿਆਨ ਲਏ ਜਾਂਦੇ ਆ। ਉਹ ਜਿਹੜੀ ਕ੍ਰੈਡੀਬਲ ਫੀਅਰ ਇੰਟਰਵਿਊ ਆ, ਜੇ ਉਸ ਇੰਟਰਵਿਊ ਦੇ ਵਿੱਚ ਉਹ ਪਾਸ ਹੋ ਗਿਆ
ਉਹਦਾ ਕੇਸ ਇਮੀਗ੍ਰੇਸ਼ਨ ਜੱਜ ਕੋਲ ਜਾਂਦਾ ਤੇ ਫਿਰ ਇਮੀਗ੍ਰੇਸ਼ਨ ਜੱਜ ਜਿਹੜਾ ਉਹਨੂੰ ਬੌਂਡ ਵਾਸਤੇ ਦੇਖਦਾ ਵੀ ਬੌਂਡ ਹੋਣਾ ਕਿ ਨਹੀਂ ਹੋਣਾ, ਤੇ ਜਾਂ ਉਹਦਾ ਕੇਸ ਜਿਹੜਾ ਅੱਗੇ ਉਹ ਫਿਰ ਅੰਦਰ ਲੜਦਾ ਹੈ ਜੇ ਬੰਦਾ ਬਾਹਰ ਨਾ ਆ ਸਕੇ। ਪਰ ਜਿਹੜਾ ਬੰਦਾ ਕ੍ਰੈਡੀਬਲ ਫੀਅਰ 'ਚ ਫੇਲ ਕਰ ਜਾਂਦਾ, ਉਹਦਾ ਇੱਕ ਰਾਈਟ ਹੁੰਦਾ ਇਮੀਗ੍ਰੇਸ਼ਨ ਜੱਜ ਕੋਲ ਇੰਟਰਵਿਊ ਕਰਾਉਣ ਦਾ, ਤੇ ਜੇ ਇਮੀਗ੍ਰੇਸ਼ਨ ਜੱਜ ਉਹਨੂੰ ਵੀ ਫੇਲ ਕਰ ਦੇਵੇ ਤਾਂ ਉਹਦੀ ਕੋਈ ਅਪੀਲ ਨਹੀਂ ਹੈਗੀ। ਇਹ ਇੱਦਾਂ ਹੀ ਇੱਕ ਕਿਸੇ ਬੰਦੇ ਦਾ, ਕੋਈ ਸ੍ਰੀਲੰਕਾ ਦਾ ਬੰਦਾ ਸੀ, ਉਹ ਇੱਦਾਂ ਕ੍ਰੈਡੀਬਲ ਫੀਅਰ 'ਚ ਫੇਲ ਹੋਇਆ, ਉਹਨੂੰ ਇਮੀਗ੍ਰੇਸ਼ਨ ਜੱਜ ਨੇ ਵੀ ਫੇਲ ਕੀਤਾ, ਉਹਨੇ ਅੱਗੇ ਫੈਡਰਲ ਕੋਰਟਾਂ ਦੇ ਵਿੱਚ ਅਪੀਲ ਕੀਤੀ ਤੇ ਉਹ ਕੇਸ ਸੁਪਰੀਮ ਕੋਰਟ ਕੋਲ ਗਿਆ। ਤੇ ਪਿਛਲੇ ਹਫਤੇ US ਸੁਪਰੀਮ ਕੋਰਟ ਨੇ ਕਿਹਾ ਵੀ ਜਿਹੜਾ ਬੰਦਾ ਇਹਦੇ 'ਚ ਫੇਲ ਹੋ ਗਿਆ ਕ੍ਰੈਡੀਬਲ ਫੀਅਰ ਦੇ ਵਿੱਚ, ਇਨ ਡਿਟੈਂਸ਼ਨ ਜਿਹੜਾ ਜੇਲ੍ਹ 'ਚ ਆ, ਤੇ ਉਹਨੂੰ ਇਮੀਗ੍ਰੇਸ਼ਨ ਜੱਜ ਨੇ ਵੀ ਫੇਲ ਕਰਤਾ, ਉਹਦੇ ਕੋਲ ਕੋਈ ਇਹਦਾ ਅਪੀਲ ਦਾ ਅਧਿਕਾਰ ਨਹੀਂ ਹੈ, ਕਿਉਂਕਿ ਜਿਹੜਾ ਕਾਨੂੰਨ ਆ ਉਹਦੇ ਵਿੱਚ ਲਿਖਿਆ ਵੀ ਜਿਹੜਾ ਕ੍ਰੈਡੀਬਲ ਫੀਅਰ 'ਚੋਂ ਫੇਲ ਹੁੰਦਾ ਉਹ ਇਹਦੀਆਂ ਅਗਾਂਹ ਅਪੀਲਾਂ ਨਹੀਂ ਕਰ ਸਕਦਾ, ਉਹ 'ਤੇ ਮੋਹਰ ਲਾਈ ਆ। ਪਰ ਜਿਹਦਾ ਕੇਸ ਪਾਸ ਹੋ ਜਾਂਦਾ ਤੇ ਉਹ ਅੱਗੇ ਆਪਣਾ ਅਸਾਈਲਮ ਕੇਸ ਲੜਦਾ, ਤੇ ਅੱਗੇ ਅਸਾਈਲਮ 'ਚੋਂ ਫੇਲ ਹੋ ਗਿਆ ਉਹ ਅਪੀਲਾਂ ਕਰ ਸਕਦਾ। ਸੋ ਇਹ ਇੱਕ ਇੰਪੋਰਟੈਂਟ ਡਿਸੀਜਨ ਆਇਆ। ਤੇ ਲੇਕਿਨ ਜਿਹੜੀ ਆਪਾਂ ਹੁਣ ਮੇਨ ਗੱਲ ਜਿਹੜੀ ਕਰਨੀ ਆ ਉਹ ਕਰਨੀ ਹੈ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਮਤਲਬ ਬੈਨ ਲਾਇਆ ਉਹਦੇ ਬਾਰੇ। ਤੇ ਉਹ ਜਿਹੜਾ ਬੈਨ ਹੈ ਉਹਦਾ, ਜਿਵੇਂ ਲਾਸਟ ਟਾਈਮ ਦੇ ਉੱਤੇ ਉਹਨਾਂ ਨੇ ਕਿਹਾ ਸੀ ਵੀ ਜੂਨ ਦੇ ਐਂਡ ਤੱਕ ਲਾਇਆ ਸੀਗਾ ਇਮੀਗ੍ਰੈਂਟ ਵੀਜ਼ਿਆਂ ਤੇ। ਇਮੀਗ੍ਰੈਂਟ ਵੀਜ਼ੇ ਮਤਲਬ ਕਿ ਜਿਹੜਾ ਹਸਬੈਂਡ ਵਾਈਫ ਹੈ US ਸਿਟੀਜ਼ਨ ਦਾ ਤੇ 21 ਸਾਲ ਤੋਂ ਘੱਟ ਬੱਚੇ ਆ, ਉਹਨਾਂ ਤੋਂ ਬਿਨਾਂ ਬਾਕੀ ਸਾਰੀਆਂ ਕੈਟੇਗਰੀਆਂ ਦੇ ਤਕਰੀਬਨ। ਤੇ ਉਹਦੇ 'ਚ ਉਹਨਾਂ ਨੇ ਕਿਹਾ ਸੀ ਵੀ ਜਿਹੜੇ US ਸਿਟੀਜ਼ਨ ਦੇ ਪੇਰੈਂਟਸ ਨੇ ਉਹਨਾਂ ਤੇ ਬੈਨ ਸੀਗਾ ਵੀ ਜੇ ਸਿਟੀਜ਼ਨ ਆਪਣੇ ਪੇਰੈਂਟਸ ਲਈ ਅਪਲਾਈ ਕਰਦਾ, ਉਹਦੀ ਇੰਟਰਵਿਊ ਆਉਂਦੀ ਆ, ਉਹ ਨਹੀਂ ਆ ਸਕਦਾ। ਦੂਜਾ ਬੈਨ ਜਿਹੜਾ ਹੈਗਾ ਉਹ ਹੈਗਾ ਇਹ 'ਚ ਜਿਹੜੇ ਗ੍ਰੀਨ ਕਾਰਡ ਹੋਲਡਰਸ ਦੇ ਹਸਬੈਂਡ ਵਾਈਫ ਤੇ ਬੱਚੇ ਆ ਉਹਨਾਂ ਤੇ। ਤੀਸਰਾ ਬੈਨ ਜਿਹੜਾ ਉਹ ਸੀਗਾ ਜਿਹੜੇ ਗ੍ਰੀਨ ਕਾਰਡ ਹੋਲਡਰਸ ਦੇ 21 ਸਾਲ ਤੋਂ ਉੱਪਰ ਬੱਚੇ ਨੇ। ਤੇ ਚੌਥਾ ਸੀਗਾ ਜਿਹੜੇ US ਸਿਟੀਜ਼ਨ ਦੇ ਮੈਰਿਡ ਬੱਚੇ ਜਾਂ ਅਨਮੈਰਿਡ ਬੱਚੇ 21 ਸਾਲ ਤੋਂ ਉੱਤੇ। ਸੋ ਇਹਨਾਂ ਤੇ ਉਹਨਾਂ ਨੇ ਕਿਹਾ ਸੀਗਾ ਵੀ ਜੇ ਕਿਸੇ ਦੀ ਇੰਟਰਵਿਊ ਆਏਗੀ ਵੀ ਤਾਂ ਉਹਨੂੰ ਅਸੀਂ ਵੀਜ਼ਾ ਨਹੀਂ ਦੇਵਾਂਗੇ। ਤੇ ਉਹ ਜਿਹੜਾ ਬੈਨ ਹੈ ਉਹ ਇਹਨਾਂ ਨੇ ਹੁਣ ਐਕਸਟੈਂਡ ਕਰਤਾ 30 ਮਤਲਬ ਦਸੰਬਰ ਦੇ ਐਂਡ ਤੱਕ, ਜਿਵੇਂ ਕਹਿ ਲਓ 31 ਦਸੰਬਰ ਤੱਕ। ਤੇ ਉਹ ਬੈਨ ਐਕਸਟੈਂਡ ਹੋ ਗਿਆ। ਤੇ ਹੁਣ ਜੇ ਕਿਸੇ ਦੀ ਇੰਟਰਵਿਊ ਆਉਣ ਵਾਲੀ ਆ ਤਾਂ ਉਹ ਐਮਬੈਸੀਆਂ ਦੇ ਵਿੱਚ ਇੰਟਰਵਿਊ ਉਹਦੀ ਨਹੀਂ ਆਏਗੀ। ਇਸ ਤੋਂ ਇਲਾਵਾ ਜਿਹੜਾ ਇਹਨਾਂ ਨੇ ਹੋਰ ਕੈਟਾਗਰੀਜ਼ ਇਹ 'ਚ ਇਨਕਲੂਡ ਕੀਤੀਆਂ ਨੇ ਉਹ ਹੈਗੇ ਆ ਜਿਹੜੇ ਨੌਨ ਇਮੀਗਰੈਂਟ ਵੀਜ਼ੇ ਆ। ਤੇ ਨੌਨ ਇਮੀਗਰੈਂਟ ਜਿਹੜੇ ਵੀਜ਼ੇ ਆ ਉਹ ਹੈਗੇ ਆ ਜਿਵੇਂ H1 ਵੀਜ਼ਾ ਹੋ ਗਿਆ, L1 ਹੋ ਗਿਆ, ਉਦੋਂ ਬਾਅਦ J ਵੀਜ਼ਾ ਹੋ ਗਿਆ, ਇਹ ਸਟੂਡੈਂਟ ਵੀਜ਼ਾ ਹੋ ਗਿਆ। ਤੇ ਇਹਨਾਂ ਤੇ ਇਹਨਾਂ ਨੇ ਇਹ ਕਿਹਾ ਵੀ ਗਾਂਹ ਨੂੰ ਅਮਰੀਕਾ ਦੇ ਵਿੱਚ ਆਉਣ ਲਈ ਜਿਹੜੀਆਂ ਕੰਪਨੀਜ਼ ਨੇ ਉਹ ਕੁਝ ਕੰਪਨੀਆਂ ਨੂੰ ਛੱਡ ਕੇ ਜਿਹੜੀ ਫੂਡ ਪ੍ਰੋਸੈਸਿੰਗ ਦੀਆਂ ਨੇ ਜਾਂ ਜਿਨ੍ਹਾਂ ਦੀ ਲੋੜ ਆ ਕਰੋਨਾ ਵਾਇਰਸ ਦੀ, ਉਸ ਤੋਂ ਬਿਨਾਂ H1 ਜਿਹੜਾ ਵੀਜ਼ਾ ਅਵੇਲੇਬਲ ਨਹੀਂ ਹੋਏਗਾ। H1 ਵੀਜ਼ਾ ਤਾਂ ਵੈਸੇ ਹੁਣ ਵੀ ਲੋਟਰੀ ਤੇ ਆ, ਹੁਣ ਵੀ ਉਹਦਾ ਲੋਟਰੀ ਨਾਲ ਸੰਬੰਧ ਆ ਤੇ ਲੋਟਰੀ ਸਿਸਟਮ ਕਰਕੇ ਹੁੰਦਾ ਉਹ। ਪਰ ਇਹਨਾਂ ਨੇ ਕਿਹਾ ਵੀ ਉਹ ਵੀਜ਼ਾ ਜਿਹੜਾ ਉਹ ਗਾਂਹ ਵਾਸਤੇ ਜਿਵੇਂ ਕਿਸੇ ਨੇ ਹੁਣ ਅਪਲਾਈ ਕਰਨਾ ਅਵੇਲੇਬਲ ਨਹੀਂ, ਪਰ ਜਿਨ੍ਹਾਂ ਨੂੰ ਆਲਰੇਡੀ ਮਿਲਿਆ ਹੋਇਆ ਵੀਜ਼ਾ, ਉਹ ਜਿਵੇਂ ਕਿਸੇ ਨੂੰ H1 ਆਲਰੇਡੀ ਮਿਲਿਆ ਤੇ ਉਹ ਇੱਥੇ ਅਮਰੀਕਾ 'ਚ ਕੰਮ ਕਰ ਰਿਹਾ, ਜਾਂ ਕਿਸੇ ਨੂੰ J1 ਤੇ ਕੋਈ ਬੰਦਾ ਇੱਥੇ ਹੈਗਾ, ਸਟੂਡੈਂਟ ਤੇ ਹੈਗਾ, ਉਹ ਇੱਥੇ ਆ ਕੇ ਆਇਆ ਹੋਇਆ, ਉਹ ਤੇ ਲਾਗੂ ਨਹੀਂ ਹੁੰਦਾ ਇਹ ਬੈਨ। ਲੇਕਿਨ ਜਿਹੜੇ ਨਵੇਂ ਆਉਣਗੇ ਉਹਨਾਂ ਤੇ ਲਾਗੂ ਹੋਏਗਾ ਵੀ ਨਵੇਂ ਬੰਦੇ ਇੱਥੇ ਆ ਕੇ ਇਹਨਾਂ ਵੀਜ਼ਿਆਂ ਦੇ ਉੱਤੇ ਕੰਮ ਨਹੀਂ ਕਰ ਸਕਣਗੇ। ਤੁਸੀਂ ਇਹਨਾਂ ਬੰਦਿਆਂ ਦੀ ਗੱਲ ਕੀਤੀ ਹੈ। ਹੁਣ ਆਲਰੇਡੀ ਮੈਂ ਇਸ ਤੋਂ ਪਹਿਲਾਂ ਪੁੱਛਾਂ ਕਿ ਬੈਨ ਪ੍ਰਭਾਵ ਬਾਰੇ ਪੁੱਛਾਂ, ਮੈਂ ਜ਼ਰੂਰ ਪੁੱਛਣਾ ਚਾਹੂੰਗੀ ਹੁਣ ਇਸ ਵਕਤ ਜਿਨ੍ਹਾਂ ਨੇ ਆਲਰੇਡੀ ਅਪਲਾਈ ਕੀਤਾ ਹੋਇਆ ਸੀ ਕਿ ਉਹ ਵੀ ਇਸ ਬੈਨ ਦੇ ਅੰਡਰ ਆਉਂਦੇ ਨੇ, ਜਾਂ ਜਿਨ੍ਹਾਂ ਨੇ ਹਜੇ ਕਰਨਾ ਆ ਉਹ ਇਸ ਬੈਨ ਦੇ ਅੰਡਰ ਆਉਣਗੇ? ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਤੇ ਉਹਨਾਂ ਦੀ ਇੰਟਰਵਿਊ ਨਹੀਂ ਆਈ ਅਜੇ ਤੱਕ, ਉਹ ਇਸ ਬੈਨ ਅੰਡਰ ਆਉਂਦੇ ਆ। ਪਰ ਜਿਨ੍ਹਾਂ ਨੇ ਅਪਲਾਈ ਕੀਤਾ ਤੇ ਉਹਨਾਂ ਦੀ ਜਿਹੜੀ ਇੰਟਰਵਿਊ ਆ ਉਹ ਆ ਗਈ ਆ ਤੇ ਉਹ ਕਿਸੇ ਵਜ੍ਹਾ ਕਰਕੇ ਇੰਟਰਵਿਊ ਤੇ ਨਹੀਂ ਜਾ ਸਕੇ, ਉਹ ਵੀ ਇਸ ਬੈਨ ਅੰਡਰ ਆਉਂਦੇ ਆ। ਪਰ ਜਿਨ੍ਹਾਂ ਨੂੰ ਵੀਜ਼ਾ ਲੱਗ ਚੁੱਕਾ ਆਲਰੇਡੀ, ਜਿਵੇਂ ਇਦਾਂ ਦੇ ਬੰਦੇ ਆ ਜਿਨ੍ਹਾਂ ਨੂੰ ਆਲਰੇਡੀ ਵੀਜ਼ਾ ਮਿਲ ਗਿਆ, ਉਹ ਅਮਰੀਕਾ ਆ ਚੁੱਕੇ ਆ, ਇੱਥੇ ਕੰਮ ਕਰ ਰਹੇ ਆ, ਉਹ ਇਸ ਬੈਨ ਥੱਲੇ ਨਹੀਂ ਆਉਂਦੇ। ਜਿਹੜੇ ਅਮਰੀਕਾ ਦੇ ਵਿੱਚ ਪ੍ਰੈਜ਼ੈਂਟ ਨੇ ਲੋਕ, ਉਹ ਇਸ ਬੈਨ ਥੱਲੇ ਨਹੀਂ ਆਉਂਦੇ ਜਿਹੜੇ ਅਮਰੀਕਾ 'ਚ ਮੌਜੂਦ ਨੇ। ਜਿਹੜੇ ਅਮਰੀਕਾ 'ਚ ਨਹੀਂ ਮੌਜੂਦ ਹੈਗੇ ਉਹ ਇਸ ਬੈਨ ਥੱਲੇ ਆਉਂਦੇ ਆ, ਜਿਨ੍ਹਾਂ ਨੇ ਨਵਾਂ ਆਉਣਾ। ਜੀ ਸਰ, ਜਿਵੇਂ ਇਹਨਾਂ ਨੇ ਹੁਣ ਗੱਲ ਕੀਤੀ ਆ, ਹੁਣ ਜਿਹੜੇ ਆਲਰੇਡੀ ਇਸ ਵਕਤ ਜਿਨ੍ਹਾਂ ਦਾ ਆਲਮੋਸਟ ਜਿਵੇਂ ਅਸੀਂ ਕਹਿ ਦਈਏ ਸਟੱਡੀ ਵੀਜ਼ਾ ਜਾਂ ਫਿਰ H1 ਵੀਜ਼ਾ ਐਕਸਪਾਇਰ ਹੋਣ ਵਾਲਾ ਸੀ, ਪਰ ਇਸ ਵਕਤ ਉਹ ਦੂਸਰੀ ਆਪਣੀਆਂ ਕੰਟਰੀਜ਼ ਦੇ ਵਿੱਚ ਆਪਣੇ ਹੋਮਲੈਂਡਸ ਗਏ ਸੀ, ਉੱਥੇ ਜਾ ਕੇ ਸਟਕ ਹੋ ਚੁੱਕੇ ਨੇ, ਉਹਨਾਂ ਦੇ ਵੀਜ਼ਾਸ ਹੁਣ ਰਿਨਿਊ ਕਰਵਾਉਣ ਵਾਲੇ ਨੇ, ਕੀ ਉਹ ਹੁਣ ਇਸ ਦੇ ਅੰਡਰ ਆਉਣਗੇ ਜੇ ਉਹ ਰਿਨਿਊਅਲ ਦੀ ਪਾਉਂਦੇ ਐਪਲੀਕੇਸ਼ਨ? ਰਿਨਿਊਅਲ ਵਾਲੇ ਸ਼ਾਇਦ ਨਾ ਆਉਣ ਤੇ, ਕਿਉਂਕਿ ਇਹ ਜ਼ਿਆਦਾ ਉਹਨਾਂ ਤੇ ਕੇਂਦਰਿਤ ਆ ਜਿਹੜੇ ਬੰਦਿਆਂ ਦੇ ਨੇ ਫਸਟ ਟਾਈਮ ਵੀਜ਼ਾ ਲੈਣਾ, ਜਿਨ੍ਹਾਂ ਨੇ ਪਹਿਲੀ ਵਾਰੀ ਲੈਣਾ ਉਹਨਾਂ ਤੇ ਆ। ਕੁਛ ਜਿਹੜੀ H1 ਵੀਜ਼ਾ ਆ ਉਹਦੀ ਅੱਗੇ ਪਹਿਲਾਂ ਲੋਟਰੀ ਸੀਗੀ, H1 ਉਹ ਵੀਜ਼ਾ ਹੁੰਦਾ ਜਿਹੜੇ ਬੰਦੇ ਮਤਲਬ ਪ੍ਰੋਫੈਸ਼ਨਲ ਆ ਕੇ ਇੱਥੇ ਅੱਡ ਅੱਡ ਜਿਹੜੀਆਂ ਕੰਪਨੀਆਂ ਦੇ ਵਿੱਚ ਕੰਮ ਕਰਦੇ ਨੇ, ਤੇ ਜਿਵੇਂ ਕੰਪਿਊਟਰ ਇੰਜੀਨੀਅਰ ਹੋ ਗਏ, ਡਾਕਟਰ ਹੋ ਗਏ, ਨਰਸਾਂ ਹੋ ਗਈਆਂ,
ਜਾਂ ਜ਼ਿਆਦਾ ਜਿਹੜੇ ਬੰਦੇ IT ਦੀ ਫੀਲਡ 'ਚ ਨੇ। ਤੋ ਜਿਹੜਾ H1 ਵੀਜ਼ਾ ਉਹਦੇ ਬਾਰੇ ਜਿਹੜੇ ਇੱਥੇ ਆ ਕੇ ਕੰਮ ਕਰਦੇ ਆ ਉਹਨਾਂ ਨੂੰ, ਜਿਹਨਾਂ ਨੂੰ ਵੀਜ਼ਾ ਲੱਗਿਆ ਹੋਇਆ ਆਲਰੇਡੀ ਕੰਮ ਕਰ ਰਹੇ ਨੇ ਜਾਂ ਰਿਨਿਊ ਕਰਾਉਣਾ, ਉਹਨਾਂ ਨੂੰ ਪ੍ਰੋਬਲਮ ਨਹੀਂ ਆਊਗੀ। ਜਿਹੜੇ ਨਵੇਂ ਆ ਉਹਨਾਂ ਨੂੰ ਆਏਗੀ। ਇਹ ਹੁਣ ਇੱਕ ਹੋਰ ਕ੍ਰਾਈਟੇਰੀਆ ਇਹਦਾ ਸ਼ੁਰੂ ਕਰ ਰਹੇ ਨੇ, ਜਿਹੜਾ ਅਜੇ ਕੀਤਾ ਨਹੀਂ ਪਰ ਇਹਨਾਂ ਦੀ ਸਕੀਮ ਆ ਕਰਨ ਦੀ। ਉਹ ਇਹ ਹੈਗੀ ਆ ਕਿ ਜਿਹੜਾ H1 ਵੀਜ਼ਾ ਉਹਨਾਂ ਬੰਦਿਆਂ ਨੂੰ ਮਿਲੇ ਜਿਹੜੇ ਬੰਦਿਆਂ ਦੀ ਜਿਹੜੀ ਇਨਕਮ ਹੈ, ਜਿਵੇਂ ਹੁਣ ਜਿਹੜੀਆਂ ਹਾਈਐਸਟ ਪੇਡ ਜੌਬਸ ਨੇ ਉਹਨਾਂ ਨੂੰ, ਜਿਵੇਂ ਹੁਣ ਕੋਈ ਜਿਹੜੀ ਕੰਪਨੀ ਆ ਉਹਨੂੰ ਜੇ ਆਮ ਦੀ ਜੌਬ ਲਈ ਬੰਦਾ 25-30 ਹਜ਼ਾਰ ਡਾਲਰ ਦੀ ਜੌਬ ਜਿਹੜੀ ਆ ਉਹਦੇ ਲਈ ਚਾਹੀਦਾ, ਤਾਂ ਉਹਦੇ ਵਾਸਤੇ ਉਹ ਅਮਰੀਕਾ 'ਚ ਲੱਭੇ। ਪਰ ਜੇ ਉਹ ਜੌਬ ਜਿਹੜੀ ਆ ਉਹ ਲੱਖ ਡਾਲਰ ਤੋਂ ਉੱਪਰ ਆ, ਜਿਵੇਂ ਹੁਣ 1.5 ਲੱਖ ਡਾਲਰ ਦੀ ਸੈਲਰੀ ਆ ਉਹਦੀ, ਤੇ ਹਾਈਲੀ ਸਪੈਸ਼ਲਾਈਜ਼ਡ ਜੌਬ ਆ, ਉੱਤੇ ਉਹ H1 ਬੰਦਾ ਬੁਲਾ ਸਕਦੇ ਆ, ਜਿਹੜੀਆਂ ਛੋਟੀਆਂ ਜੌਬਾਂ ਵਾਸਤੇ ਨਹੀਂ। ਇਹ ਕਰ ਰਹੇ ਆ। ਤੇ ਲੇਕਿਨ ਇਹਦਾ ਹੁਣ ਇਹ ਕਾਮਯਾਬ ਕਿੰਨਾ ਹੁੰਦਾ ਇਹ ਪਤਾ ਨਹੀਂ, ਕਿਉਂਕਿ ਇਹ ਤਾਂ ਹੁਣ ਇੰਡਸਟਰੀ ਨੇ ਦੇਖਣਾ ਵੀ ਉਹਨੇ ਕਿੱਥੋਂ ਬੰਦਾ ਹਾਇਰ ਕਰਨਾ। ਮਤਲਬ ਹੁਣ ਸਰਕਾਰ ਕਿਵੇਂ ਦੱਸੂਗੀ ਕਿ ਫਲਾਣਾ ਬੰਦਾ ਜਿਹੜਾ ਉਹ ਜ਼ਿਆਦਾ ਕੈਪੇਬਲ ਆ ਤੇ ਉਹ ਕੈਪੇਬਲ ਨਹੀਂ ਆ। ਇਹਦਾ ਜਿਹੜੀ ਇੰਡਸਟਰੀ ਆ ਜਾਂ ਜਿਹਦੀ ਕੋਈ ਜਿਹਨੇ ਆਪਣੇ ਕੰਮ ਲਈ ਬੰਦਾ ਹਾਇਰ ਕਰਨਾ ਹੈ, ਉਹਨੇ ਦੇਖਣਾ ਵੀ ਉਹ ਬੰਦਾ ਉਹਦਾ ਕੰਮ ਕਰ ਸਕਦਾ ਕਿ ਨਹੀਂ ਕਰ ਸਕਦਾ। ਸੋ ਇਹਦੇ ਵਿੱਚ ਤੁਸੀਂ ਜਿਹੜੀਆਂ ਟਰਮਸ ਹੈਗੀਆਂ ਉਹ ਡਿਕਟੇਟ ਨਹੀਂ ਕਰ ਸਕਦੇ ਵੀ ਇਹਨੂੰ ਰੱਖ ਲਓ ਤੇ ਇਹਨੂੰ ਨਾ ਰੱਖੋ, ਜਾਂ ਇੰਨੀ ਤਨਖਾਹ ਨੂੰ ਰੱਖ ਲਓ ਤਾਂ ਉਨੀ ਤਨਖਾਹ। ਹੋ ਸਕਦਾ ਜਿਹੜਾ 25-30 ਹਜ਼ਾਰ ਜਾਂ ਜਿਹੜੀ 50 ਹਜ਼ਾਰ ਦੀ ਤਨਖਾਹ ਉੱਤੇ ਵੀ ਬੰਦਾ ਇੱਥੇ ਨਾ ਮਿਲੇ ਕੈਪੇਬਲ। ਇਹ ਕੀ ਗਰੰਟੀ ਆ ਵੀ 30 ਹਜ਼ਾਰ ਤੇ ਬੰਦਾ ਮਿਲ ਜੂਗਾ। ਸੋ ਇਸ ਕਰਕੇ ਇਹਦੇ 'ਚ ਇਹ ਹੁਣ ਜ਼ਿਆਦਾ ਸਿਰੇ ਨਹੀਂ ਚੜ੍ਹਨਾ। ਬਾਕੀ ਇਹ ਜਿਹੜਾ ਸਾਰਾ ਕੁਛ ਹੈ ਨਾ ਜੀ, ਇਹਦਾ ਜਿਹੜਾ ਦਾਰੋਮਦਾਰ ਆ ਉਹ ਅਮਰੀਕਾ ਦੀ ਇਲੈਕਸ਼ਨ ਤੇ ਆ। ਤੇ ਜਿਹੜੀ ਹੁਣ ਇਲੈਕਸ਼ਨ ਨਵੰਬਰ 'ਚ ਹੋਣੀ ਆ, ਜੇ ਤਾਂ ਉਸ ਇਲੈਕਸ਼ਨ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਜਿੱਤਦੇ ਆ ਤਾਂ ਫਿਰ ਇਹ ਹੋ ਸਕਦਾ ਵੀ ਉਹ ਬੈਨ ਨੂੰ ਫਰਦਰ ਐਕਸਟੈਂਡ ਕਰਨ, ਜਾਂ ਹੋ ਸਕਦਾ ਨਾ ਵੀ ਕਰਨ। ਉਦੋਂ ਬਾਅਦ ਹਾਲਾਤ ਦੇਖ ਕੇ ਵੀ ਕੀ ਬਣਦੇ ਆ। ਤੇ ਜੇ ਪ੍ਰੈਜ਼ੀਡੈਂਟ ਟਰੰਪ ਉਹ ਇਲੈਕਸ਼ਨ 'ਚ ਨਹੀਂ ਜਿੱਤਦੇ, ਜੇ ਉਹ ਹਾਰ ਜਾਂਦੇ ਆ, ਤਾਂ ਫਿਰ ਇਹ ਸਾਰੀਆਂ ਪਾਲਿਸੀਆਂ ਜਿਹੜੀਆਂ ਨੇ, ਜਿਹੜੀ ਨਵੀਂ ਐਡਮਿਨਿਸਟ੍ਰੇਸ਼ਨ ਆਊਗੀ ਇਹਨੂੰ ਰਿਵਰਸ ਕਰ ਸਕਦੀ ਆ। ਸੋ ਇਹ ਅਨਲਾਈਕਲੀ ਆ ਕਿ ਸਾਰਾ ਕੁਝ ਜਾਰੀ ਰਹੂਗਾ। ਇਹ ਸਾਰੀਆਂ ਪਾਲਿਸੀਆਂ ਜਿਹੜੀਆਂ ਨੇ ਚੇਂਜ ਹੋਣਗੀਆਂ। ਲੇਕਿਨ ਆਹ ਸਾਲ ਲਈ ਪੱਕਾ ਕਿ ਦਸੰਬਰ ਤੱਕ ਇਹ ਇਸੇ ਤਰ੍ਹਾਂ ਰਹੇਗਾ। ਤੇ ਦਸੰਬਰ ਤੋਂ ਬਾਅਦ ਹੁਣ ਦੇਖਾਂਗੇ ਵੀ ਕੀ ਹੋਰ ਚੇਂਜਸ ਅਮਰੀਕਾ ਦੀ ਇਮੀਗ੍ਰੇਸ਼ਨ 'ਚ ਆਉਂਦੀਆਂ। ਬਿਲਕੁਲ ਸਰ, ਜਿਵੇਂ ਤੁਸੀਂ ਇਹਨਾਂ ਦੀ ਗੱਲ ਕੀਤੀ ਆ ਕਿ ਜਿਹੜੇ ਇਸ ਵਕਤ ਜਿਨ੍ਹਾਂ ਨੇ ਅਪਲਾਈ ਕਰਨਾ ਆ ਉਹ ਇਸ ਬੈਨ ਦੇ ਅੰਡਰ ਆਉਂਦੇ ਆ, ਕਿ ਇਹਦੇ ਵਿੱਚ ਐਸੈਂਸ਼ੀਅਲ ਵਰਕਰਸ ਵੀ ਸ਼ਾਮਿਲ ਹੋਣਗੇ? ਕਿਉਂਕਿ ਅਸੀਂ ਮੋਸਟਲੀ ਦੇਖਦੇ ਹਾਂ ਜੇ H1B ਵੀਜ਼ਾ ਵਗੈਰਾ, ਜੇ H1 ਵੀਜ਼ਾ ਜਿਹੜੇ ਆ ਉਹ ਇਸ਼ੂ ਹੁੰਦੇ ਆ ਤਾਂ ਮੋਸਟਲੀ IT ਸੈਕਟਰਸ ਹੋ ਗਏ ਜਾਂ ਕੁਝ ਇਸ ਸੈਕਟਰਸ ਨਾਲ ਰੈਲੀਵੈਂਟ ਹੁੰਦੇ ਆ। ਪਰ ਜਿਹੜੇ ਇਸ ਵਕਤ ਅਸੀਂ ਦੇਖ ਰਹੇ ਹਾਂ ਕਰੋਨਾ ਵਾਇਰਸ ਕਰਕੇ ਉੱਥੇ ਵੀ ਹਜੇ US ਦੇ ਵਿੱਚ ਵੀ ਸ਼ਾਰਟੇਜ ਚੱਲ ਰਹੀ ਆ ਜਿਹੜੇ ਫਰੰਟ ਲਾਈਨ ਵਰਕਰਸ ਨੇ, ਕਿ ਜਿਹੜੇ ਐਸੈਂਸ਼ੀਅਲ ਵਰਕਰਸ ਨੇ ਉਹਨਾਂ ਦੇ ਉੱਤੇ ਵੀ ਇਹ ਬੈਨ ਲਾਗੂ ਹੋਏਗਾ? ਨਹੀਂ, ਜਿਹੜੇ ਐਸੈਂਸ਼ੀਅਲ ਵਰਕਰ ਨੇ ਉਹਨਾਂ ਦੇ ਉੱਤੇ ਉਹਨਾਂ ਨੇ ਕੁਝ ਕੈਟਾਗਰੀਜ਼ ਰੱਖੀਆਂ ਨੇ ਜਿਹੜਿਆਂ ਤੇ ਇਹ ਬੈਨ ਨਹੀਂ ਆ। ਤੇ ਇਹ ਜ਼ਿਆਦਾ ਇੱਕ ਤਾਂ ਫੂਡ ਪ੍ਰੋਸੈਸਿੰਗ ਇੰਡਸਟਰੀ ਹੈ, ਕਿ ਜਿਹੜੇ ਕਰੋਨਾ ਨਾਲ ਹੈਲਥ ਇੰਡਸਟਰੀ ਉਹ 'ਚ ਵੀ ਆ, ਉਹਨਾਂ ਤੇ ਲਾਗੂ ਨਹੀਂ ਹੋਏਗਾ। ਪਰ ਜਿਹੜੀਆਂ ਬਾਕੀ ਇੰਡਸਟਰੀਆਂ ਨੇ ਜਿਵੇਂ IT ਵਗੈਰਾ, ਜਿਹੜਾ ਆਪਣੇ ਇੰਡੀਆ ਤੇ ਜ਼ਿਆਦਾ ਇਫੈਕਟ ਪਏਗਾ ਇਹਦਾ, ਕਿਉਂਕਿ ਇੰਡੀਆ ਤੋਂ ਜ਼ਿਆਦਾ ਬੰਦੇ ਜਿਹੜੇ ਅਮਰੀਕਾ ਆਉਂਦੇ H1 ਤੇ ਉਹ IT ਲਈ ਆਉਂਦੇ ਆ, ਜਿਹੜੇ ਆ ਕੰਪਿਊਟਰ ਮਤਲਬ ਪ੍ਰੋਫੈਸ਼ਨਲਸ ਨੇ, ਉਹਨਾਂ ਤੇ ਫਰਕ ਪਏਗਾ। ਉਹਨਾਂ ਦੇ ਜਿਹੜੇ ਹੁਣ ਅੱਗੇ ਤੋਂ ਨਵੇਂ ਬੰਦਿਆਂ ਨੇ ਆਉਣਾ, ਪਰ ਜਿਹੜੇ ਆਲਰੇਡੀ ਇੱਥੇ ਹੈਗੇ ਆ ਬੰਦੇ, ਉਹਨਾਂ ਤੇ ਇਹਦਾ ਕੋਈ ਅਸਰ ਨਹੀਂ। ਇੱਕ ਮੈਂ ਹੋਰ ਗੱਲ ਜਿਹੜੀ ਮਤਲਬ ਕਲੀਅਰ ਕਰਦਾ ਵੀ ਇਹਦਾ ਬੈਨ ਦਾ, ਜਿਹੜੇ ਇੱਥੇ ਲੋਕਾਂ ਨੇ ਪੋਲੀਟੀਕਲ ਅਸਾਈਲਮ ਦੇ ਕੇਸ ਕੀਤੇ ਆ, ਜਿਨ੍ਹਾਂ ਦੇ ਅਸਾਈਲਮ ਦੇ ਕੇਸ ਚੱਲਦੇ ਆ, ਉਹਨਾਂ ਦਾ ਕੋਈ ਅਸਰ ਨਹੀਂ। ਜਿਵੇਂ ਕਿਸੇ ਨੇ ਅਸਾਈਲਮ ਦਾ ਕੇਸ ਪਾਸ ਹੋ ਗਿਆ, ਸਾਲ ਬਾਅਦ ਇੱਥੇ ਗ੍ਰੀਨ ਕਾਰਡ ਅਪਲਾਈ ਹੁੰਦਾ, ਉਹ ਕਰਨਾ, ਉੱਤੇ ਕੋਈ ਅਸਰ ਨਹੀਂ। ਇੱਕ ਜਿਹੜਾ ਇੱਕ ਹੋਰ ਮਿਸਗਿਵਿੰਗ ਆ ਲੋਕਾਂ 'ਚ ਬੜੀ, ਜਿਹੜਾ ਪਿਛਲੇ ਹਫ਼ਤੇ ਸੁਪਰੀਮ ਕੋਰਟ ਦਾ ਡਿਸੀਜਨ ਆਇਆ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜੇ ਬੰਦੇ ਕ੍ਰੈਡੀਬਲ ਫੀਅਰ 'ਚੋਂ ਫੇਲ ਹੁੰਦੇ ਆ ਉਹ ਅੱਗੇ ਅਪੀਲਾਂ ਨਹੀਂ ਕਰ ਸਕਦੇ। ਉਹ ਕਈ ਲੋਕਾਂ ਨੂੰ ਇਹ ਲੱਗਿਆ ਵੀ ਇਹਨਾਂ ਨੇ ਸਾਰੀਆਂ ਅਪੀਲਾਂ ਬੰਦ ਕਰਤੀਆਂ ਅਸਾਈਲਮ ਦੀਆਂ। ਉਹਦਾ ਬਾਹਰ ਦੇ ਬੰਦਿਆਂ ਨਾਲ ਕੋਈ ਸੰਬੰਧ ਨਹੀਂ। ਉਹ ਸਿਰਫ ਡਿਟੈਂਸ਼ਨ ਲਈ ਆ ਵੀ ਜਿਹੜੇ ਬੰਦਾ ਜੇਲ੍ਹ 'ਚ ਆ ਉਹਦੀ ਪਹਿਲਾਂ ਕ੍ਰੈਡੀਬਲ ਫੀਅਰ ਇੰਟਰਵਿਊ ਹੁੰਦੀ ਆ, ਤੇ ਜੇ ਉਹ ਕ੍ਰੈਡੀਬਲ ਫੀਅਰ 'ਚੋਂ ਫੇਲ ਹੋ ਜਾਂਦਾ ਤਾਂ ਉਹਦੀ ਜਿਹੜੀ ਹੈਗੀ ਆ ਇੱਕ ਰਿਵਿਊ ਹੈਗੀ ਇਮੀਗ੍ਰੇਸ਼ਨ ਜੱਜ ਕੋਲ। ਤੇ ਜੇ ਇਮੀਗ੍ਰੇਸ਼ਨ ਜੱਜ ਵੀ ਫੇਲ ਕਰ ਦਿੰਦਾ ਤਾਂ ਉਹ ਫੈਡਰਲ ਕੋਰਟ, ਜਿਵੇਂ ਇੱਥੇ ਸਰਕਟ ਕੋਰਟ ਆ ਜਾਂ ਉਸ ਤੋਂ ਪਹਿਲਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ, ਉਹ 'ਚ ਨਹੀਂ ਜਾ ਸਕਦਾ। ਪਰ ਜਿਨ੍ਹਾਂ ਦੇ ਕੇਸ ਬਾਹਰ ਚੱਲਦੇ ਆ, ਜਿਹੜੇ ਜੇਲ੍ਹ 'ਚ ਨਹੀਂ ਹੈਗੇ, ਜਿਨ੍ਹਾਂ ਨੇ ਅਸਾਈਲਮ ਲਾਇਆ ਹੋਇਆ ਬਾਹਰ ਆ, ਉਹਨਾਂ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਉਹਨਾਂ ਦੀਆਂ ਅਪੀਲਾਂ ਉਸੇ ਤਰ੍ਹਾਂ ਹੀ ਚੱਲਣਗੀਆਂ। ਤੇ ਜਿਹੜੇ ਜੇਲ੍ਹ ਦੇ ਵਿੱਚ ਵੀ ਪਾਸ ਹੋ ਜਾਂਦੇ ਆ ਪਹਿਲੀ ਕ੍ਰੈਡੀਬਲ ਫੀਅਰ ਇੰਟਰਵਿਊ 'ਚ, ਤੇ ਉਹਨਾਂ ਦਾ ਕੇਸ ਉੱਥੇ ਅਸਾਈਲਮ ਦਾ ਚੱਲ ਰਿਹਾ, ਉੱਤੇ ਵੀ ਲਾਗੂ ਨਹੀਂ ਹੁੰਦਾ। ਇਹ ਬੜਾ ਲਿਮਿਟਡ ਸਕੋਪ ਆ। ਤੇ ਇਹ ਕਿਉਂਕਿ ਉਹਨਾਂ ਨੇ ਜਿਹੜਾ ਰੀਇਨਫੋਰਸ ਕੀਤਾ, ਕੋਈ ਲਾ ਨਵਾਂ ਨਹੀਂ ਬਣਾਇਆ। ਇਮੀਗ੍ਰੇਸ਼ਨ ਨੇ ਜਿਹੜਾ ਕਾਨੂੰਨ ਆ, ਆਪਾਂ ਤੁਹਾਨੂੰ ਯਾਦ ਹੋਊਗਾ ਵੀ 2-3 ਵੀਕ ਪਹਿਲਾਂ ਇਹਦੇ ਬਾਰੇ ਗੱਲ ਕੀਤੀ ਸੀ, ਕਾਨੂੰਨ 'ਚ ਹੀ ਲਿਖਿਆ ਹੈ ਜੀ। ਬਿਲਕੁਲ ਸਰ, ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ। ਜਿਹੜਾ ਤੁਸੀਂ ਇਮੀਗ੍ਰੇਸ਼ਨ ਕਾਨੂੰਨ ਦੀ ਗੱਲ ਕੀਤੀ ਹੈ, ਇੱਕ ਦਰਸ਼ਕ ਪਹਿਲਾਂ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲ ਕਰ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਮੈਮ? ਅਸੀਂ ਇੱਥੋਂ ਅਮਰੀਕਾ ਤੋਂ ਬੋਲਦੇ, ਨਿਊ ਜਰਸੀ ਤੋਂ। ਜੀ ਮੈਮ, ਦੱਸੋ ਕੀ ਪੁੱਛਣਾ? ਹਾਂਜੀ, ਜਿੱਦਾਂ ਮੈਂ ਸਿਟੀਜ਼ਨ ਆ, ਮੈਂ ਆਪਣੇ ਹਸਬੈਂਡ ਦੇ ਲਈ ਅਪਲਾਈ ਕੀਤਾ ਹੋਇਆ ਆ। ਲਾਈਕ ਸਾਰਾ ਕੁਝ ਡਨ ਹੋ ਗਿਆ ਆ ਜੀ। ਤੇ ਅਪ੍ਰੈਲ ਤੱਕ ਤੇ ਹਜੇ ਤੱਕ ਕੋਈ ਇੰਟਰਵਿਊ ਦੀ ਲੈਟਰ ਨਹੀਂ ਆਈ ਹੈਗੀ, ਤੇ ਉਹਦੇ ਤੇ ਵੀ ਬੈਨ ਲੱਗਾ ਹੈ ਜੀ। ਆਪਾਂ ਨੂੰ ਸਵਾਲ ਸੁਣ ਚੁੱਕੇ ਆ ਜਸਪ੍ਰੀਤ ਜੀ?
ਹਾਂਜੀ ਆਪਾਂ ਜਵਾਬ ਦੇ ਦਿੰਦੇ ਹਾਂ ਜੀ ਜੀ ਇਹਨਾਂ ਦਾ। ਬਿਲਕੁਲ ਮੈਮ, ਤੁਸੀਂ ਟੀਵੀ ਸਕਰੀਨ ਦੇ ਉੱਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸਰ। ਇਹਨਾਂ ਦਾ ਇਸ ਜਿਹੜਾ ਇਮੀਗ੍ਰੇਸ਼ਨ ਬੈਨ ਆ ਪ੍ਰੈਜ਼ੀਡੈਂਟ ਟਰੰਪ ਦਾ, ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਕਿਉਂਕਿ ਜੇ US ਸਿਟੀਜ਼ਨ ਹੈਗੇ, ਇਹਨਾਂ ਨੇ ਅਪਲਾਈ ਕੀਤਾ ਆਪਣੇ ਵਾਈਫ ਦਾ, ਮਤਲਬ ਆਪਣੇ ਹਸਬੈਂਡ ਦਾ ਕੀਤਾ ਹੋਣਾ ਇਹਨਾਂ ਨੇ, ਤੇ ਜਿਹੜਾ ਵੀ ਸਿਟੀਜ਼ਨ ਆਪਣੇ ਹਸਬੈਂਡ ਜਾਂ ਵਾਈਫ ਦਾ ਅਪਲਾਈ ਕਰਦਾ ਉਹ ਇਸ ਬੈਨ 'ਚ ਨਹੀਂ ਆਉਂਦਾ, ਕਿਉਂਕਿ ਉਹ ਇੱਕ US ਸਿਟੀਜ਼ਨ ਦਾ ਕਨਸਟੀਟਿਊਸ਼ਨਲ ਰਾਈਟ ਆ ਆਪਣੇ ਹਸਬੈਂਡ ਜਾਂ ਵਾਈਫ ਜਾਂ 21 ਸਾਲ ਤੋਂ ਘੱਟ ਬੱਚਿਆਂ ਨੂੰ ਲਿਆਉਣਾ। ਸੋ ਉਹ 'ਤੇ ਕੋਈ ਬੈਨ ਨਹੀਂ। ਇਹਦਾ ਇਹਨਾਂ ਦਾ ਪ੍ਰੋਸੈਸਿੰਗ ਟਾਈਮ ਹੀ ਆ, ਤੇ ਉਹ ਇਮੀਗ੍ਰੇਸ਼ਨ ਥੋੜਾ ਟਾਈਮ ਜ਼ਿਆਦਾ ਲੈ ਰਹੀ ਹੈ, ਕਿਉਂਕਿ ਇਹਦੇ ਕਰਕੇ ਕੋਵਿਡ ਕਰਕੇ ਕਈ ਥਾਂ ਤੇ ਡਿਲੇ ਸੀਗੀ, ਤੇ ਉਹਦੀ ਵਜ੍ਹਾ ਨਾਲ ਆ। ਬਾਕੀ ਬੈਨ ਕੋਈ ਨਹੀਂਗਾ, ਇਹ ਤਾਂ ਨਾਰਮਲ ਜਿਹੜੀ ਪ੍ਰੋਸੈਸਿੰਗ ਆ ਉਹ ਹੋ ਰਹੀ। ਇਹਨਾਂ ਨੂੰ ਚਾਹੀਦਾ ਵੀ ਇਮੀਗ੍ਰੇਸ਼ਨ ਨਾਲ ਕੰਟੈਕਟ ਕਰਨ, ਜੇ ਕਿਸੇ ਵਕੀਲ ਰਾਹੀਂ ਕੀਤਾ ਤਾਂ ਉਹਨੂੰ ਕਹਿਣ ਵੀ ਉਹਗਾ ਪਤਾ ਕਰੇ ਵੀ ਨਹੀਂ ਡਿਲੇ ਕਿਉਂ ਹੋ ਰਹੀ ਆ, ਪਰ ਬੈਨ ਦੇ ਵਿੱਚ ਨਹੀਂ ਆਉਂਦਾ। ਸਰ ਜਿਹੜੇ ਹੁਣ ਇਸ ਟਾਈਮ ਫੈਮਿਲੀ ਕੇਸਿਸ ਵਗੈਰਾ ਲੱਗੇ ਹੋਏ ਸੀ, ਕਿ ਉਹਨਾਂ ਦਾ ਟਾਈਮ ਵੀ ਤੁਹਾਨੂੰ ਲੱਗਦਾ ਕਿ ਇਸ ਸਭ ਦੇ ਵਿੱਚ ਹੁਣ ਉਹ ਟਾਈਮਿੰਗ ਵੀ ਜਿਹੜੀ ਆ ਵਧੇਗੀ? ਦੇਖੋ ਇਸ ਤਰ੍ਹਾਂ ਹੈ ਕਿ ਇਹ ਜਿਹੜਾ ਇਮੀਗ੍ਰੇਸ਼ਨ ਬੈਨ ਹੈਗਾ, ਇਹ ਇੱਕ ਤਾਂ ਲਾ ਨਹੀਂ ਹੈ ਕਾਂਗਰਸ ਦਾ ਕੋਈ ਵੀ, ਮਤਲਬ ਕਾਨੂੰਨ ਦੇ ਵਿੱਚ ਇਹ ਨਹੀਂ ਹੈਗਾ। ਕਾਨੂੰਨ ਜਿਹੜਾ ਉਹਦਾ ਇਹੀ ਬਣਿਆ ਹੋਇਆ ਵੀ US ਸਿਟੀਜ਼ਨ ਆਪਣੇ ਪੇਰੈਂਟਸ ਦਾ ਕਰ ਸਕਦਾ ਅਪਲਾਈ, ਆਪਣੇ ਭੈਣਾਂ ਭਰਾਵਾਂ ਦਾ ਕਰ ਸਕਦਾ, ਆਪਣੇ ਮੈਰਿਡ ਤੇ ਅਨਮੈਰਿਡ ਬੱਚਿਆਂ ਦਾ 21 ਸਾਲ ਤੋਂ ਉੱਪਰ ਕਰ ਸਕਦਾ। ਜੀ। ਇਸੇ ਤਰ੍ਹਾਂ ਹੀ ਗ੍ਰੀਨ ਕਾਰਡ ਹੋਲਡਰ ਆਪਣੇ ਹਸਬੈਂਡ ਵਾਈਫ ਤੇ ਜਿਹੜੇ 21 ਸਾਲ ਤੋਂ ਘੱਟ ਬੱਚਿਆਂ ਦਾ ਕਰ ਸਕਦਾ, 21 ਤੋਂ ਉੱਪਰ ਵੀ ਕਰ ਸਕਦਾ। ਇਹ ਇੱਕ ਟੈਂਪਰੇਰੀ ਬੈਨ ਆ, ਜੋ ਕਿ ਇਹ ਕਹਿ ਕੇ ਲਾਇਆ ਗਿਆ ਵੀ ਇੱਥੇ ਕਿਉਂਕਿ ਅਨਐਮਪਲੋਇਮੈਂਟ ਹੋ ਗਈ, ਇਹਦੇ ਕਰਕੇ ਆਪਣਾ ਕਰੋਨਾ ਵਾਇਰਸ ਕਰਕੇ, ਤੇ ਉਹਦੇ ਕਰਕੇ ਜੌਬਾਂ ਡਿਸਪਲੇਸ ਹੁੰਦੀਆਂ ਅਮਰੀਕਨ ਸਿਟੀਜ਼ਨਸ ਦੀਆਂ। ਤਾਂ ਇਹ ਇਹਨਾਂ ਨੇ ਐਕਸਟੈਂਡ ਕਰਦੇ ਟਾਈਮ ਟੂ ਟਾਈਮ, ਜਿਵੇਂ ਪਹਿਲਾਂ 2 ਮਹੀਨੇ ਕੀਤਾ, ਹੁਣ 6 ਮਹੀਨੇ ਕਰਤਾ ਜੀ। ਸੋ ਹਾਂਜੀ, ਜਿਨ੍ਹਾਂ ਨੇ ਅਪਲਾਈ ਕੀਤੇ ਆ ਉਹਨਾਂ ਦੀ ਕੈਟਾਗਰੀਆਂ ਤੇ ਕੋਈ ਫਰਕ ਨਹੀਂ ਪੈਣਾ। ਜਿਨ੍ਹਾਂ ਨੇ ਆਲਰੇਡੀ ਅਪਲਾਈ ਕੀਤਾ ਹੋਇਆ ਉਹਨਾਂ ਦਾ ਇਸ ਬੈਨ ਨਾਲ ਕੋਈ ਸੰਬੰਧ ਨਹੀਂ। ਕੋਈ ਸਵਾਲ ਨਹੀਂ ਹੈ ਜੀ। ਬਿਲਕੁਲ, ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ। ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਅਮਰੀਕਾ ਤੋਂ ਮਿਸ਼ੀਗਨ ਤੋਂ ਬੋਲ ਰਹੀ ਹਾਂ ਜੀ। ਜੀ ਮੈਮ, ਦੱਸੋ ਕੀ ਪੁੱਛਣਾ? ਹਾਂਜੀ, ਮੇਰੇ ਮੰਮੀ ਟੂਰਿਸਟ ਵੀਜ਼ੇ ਦਾ ਇੱਥੇ ਆਏ ਸੀਗੇ ਜੀ, ਤੇ ਮੈਂ ਉਹਨਾਂ ਦਾ ਵੀਜ਼ਾ ਐਕਸਟੈਂਡ ਕਰਨ ਲਈ ਐਪਲੀਕੇਸ਼ਨ ਆਲਰੇਡੀ ਪਾ ਚੁੱਕੀ ਹਾਂ, ਬਟ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ। 15 ਜੁਲਾਈ ਤੱਕ ਫਲਾਈਟਾਂ ਬੰਦ ਆ। ਮੇਰੇ ਮੰਮੀ ਨੇ 20 ਜੁਲਾਈ ਨੂੰ ਵਾਪਸ ਜਾਣਾ ਸੀਗਾ। ਹੁਣ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ ਕੀ ਨਾ ਕਰਾਂ। ਮੈਂ ਇਹੀ ਪੁੱਛਣਾ ਚਾਹੁੰਦੀ ਹਾਂ ਕਿ ਮੈਂ ਉਹਨਾਂ ਦੀ ਟੈਸਟ ਅੱਗੇ ਕਰਵਾਵਾਂ ਜਾਂ ਮੈਂ ਵੇਟ ਕਰਾਂ, ਕੀ ਮੈਨੂੰ ਸਮਝ ਨਹੀਂ ਆ ਰਿਹਾ ਕੁਛ ਵੀ। ਜੀ ਜਸਪ੍ਰੀਤ ਜੀ, ਸਵਾਲ ਸੁਣ ਗਿਆ ਤੁਹਾਨੂੰ? ਹਾਂਜੀ ਸੁਣ ਗਿਆ ਜੀ, ਆਪਾਂ ਜਵਾਬ ਆਪਾਂ ਦਈਏ? ਜਵਾਬ ਕੁਝ ਦੇ ਪੁੱਛਣਾ ਦਿੰਦੇ। ਤੁਸੀਂ? ਨਹੀਂ ਆਪਾਂ ਜਵਾਬ ਦੇ ਜੀ ਦਿੰਦੇ। ਬਿਲਕੁਲ ਮੈਮ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਦੇਖੋ ਇਸ ਤਰ੍ਹਾਂ ਇਹ ਕਹਿੰਦੇ ਵੀ ਸਾਡਾ ਜੁਲਾਈ ਦੇ ਵਿੱਚ ਇਹਨਾਂ ਦਾ ਵੀਜ਼ਾ ਜਿਹੜੀ ਐਂਟਰੀ ਮਿਲੀ ਆ ਉਹ ਖਤਮ ਹੋ ਰਹੀ ਹੈ 6 ਮਹੀਨੇ ਦੀ। ਉਹ ਐਕਸਟੈਂਸ਼ਨ ਵਾਸਤੇ ਇਹਨਾਂ ਨੇ ਪਾਇਆ, ਤੇ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਵੀ ਉਹਦਾ ਫਾਰਮ I-539 ਹੁੰਦਾ ਜਿਹੜਾ ਅਪਲਾਈ ਕੀਤਾ ਜਾਂਦਾ, ਉਹਦੀ ਫੀਸ ਲੱਗਦੀ ਹੈ $370 ਤੇ $85 ਫਿੰਗਰਪ੍ਰਿੰਟ ਦੀ। ਤੇ ਉਹ ਜੇ ਇਹਨਾਂ ਨੇ ਅਪਲਾਈ ਕੀਤਾ, ਉਸ ਤੋਂ ਬਾਅਦ ਕਈ ਵਾਰੀ ਰਸੀਦਾਂ ਜਿਹੜੀਆਂ ਇਮੀਗ੍ਰੇਸ਼ਨ ਤੋਂ ਲੈਟਰ ਆਉਂਦੇ ਵੀ ਸਾਨੂੰ ਤੁਹਾਡਾ ਜਿਹੜੀ ਐਪਲੀਕੇਸ਼ਨ ਮਿਲ ਗਈ, ਫੀਸ ਮਿਲ ਗਈ, ਉਹ 'ਚ ਡਿਲੇ ਹੋ ਜਾਂਦੀ ਆ। ਇਹਨਾਂ ਨੂੰ ਚਾਹੀਦਾ ਵੀ ਇਮੀਗ੍ਰੇਸ਼ਨ ਨੂੰ ਕਾਲ ਕਰਨ। ਜੇ ਇਹਨਾਂ ਨੇ ਜਿਹੜਾ ਚੈੱਕ ਲਾਇਆ ਉਹ ਕੈਸ਼ ਹੋ ਗਿਆ, ਉਹਦੇ ਤੇ ਕੇਸ ਨੰਬਰ ਵਗੈਰਾ ਲਿਖਿਆ ਹੁੰਦਾ, ਉਹਦੀ ਬੇਸ ਤੇ ਇਮੀਗ੍ਰੇਸ਼ਨ ਨੂੰ ਮਤਲਬ ਕਾਲ ਕਰ ਲੈਣ। ਤੇ ਜੇ ਇਹਨਾਂ ਦਾ ਚੈੱਕ ਕੈਸ਼ ਹੀ ਨਹੀਂ ਹੋਇਆ, ਇਹਦਾ ਮਤਲਬ ਆ ਕੇਸ ਨਹੀਂ ਲੱਗਿਆ, ਤੇ ਇਹ ਉਹ ਕੇਸ ਨੂੰ ਦੁਬਾਰਾ ਵੀ ਲਾ ਸਕਦੇ ਜੇ ਟਾਈਮ ਹੈਗਾ ਇਹਨਾਂ ਕੋਲ। ਸੋ ਕਾਲ ਕਰਨ, ਜੇ ਨਹੀਂ ਤਾਂ ਦੁਬਾਰਾ ਭੇਜ ਦੇਣ ਐਪਲੀਕੇਸ਼ਨ। ਬਿਲਕੁਲ ਜੀ। ਇੱਕ ਦਰਸ਼ਕ ਹੋਰ ਸਾਡੇ ਨਾਲ ਜੁੜ ਗਏ ਨੇ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਟੀਵੀ ਸਕਰੀਨ ਦੀ ਪਲੀਜ਼ ਆਵਾਜ਼ ਨੂੰ ਥੋੜਾ ਘੱਟ ਕਰ ਦਿਓ। ਆਵਾਜ਼ ਕੱਟ ਕਰੋ ਜੀ। ਜੀ ਬਿਲਕੁਲ, ਟੀਵੀ ਸਕਰੀਨ ਦੀ ਥੋੜੀ ਜਿਹੀ ਆਵਾਜ਼ ਘੱਟ ਕਰ ਦਿਓ। ਹਾਂਜੀ, ਕਿੱਥੋਂ ਬੋਲ ਰਹੇ ਹੋ ਸਰ ਤੁਸੀਂ? ਹਾਂਜੀ ਭਾਜੀ, ਅਸੀਂ ਅਮਰੀਕਾ ਤੋਂ ਬੋਲਦੇ ਜੀ। ਹਾਂਜੀ, ਕੀ ਪੁੱਛਣਾ ਸਰ? ਮੈਂ ਜੀ 13 ਸਾਲ ਹੋ ਗਏ ਕਿਸੇ ਬੱਚੇ ਨੂੰ ਗੋਦ ਲਿਆ ਸੀਗਾ, ਤੇ ਉਹ ਕਿਸੇ ਵਜ੍ਹਾ ਨਾਲ ਮੈਂ ਇੰਡੀਆ ਤੋਂ ਪਹਿਲਾਂ ਲਿਆ ਨਹੀਂ ਸਕਿਆ, ਤੇ ਹੁਣ ਜੋ ਉਹਦਾ ਅਪਲਾਈ ਕਰ ਸਕਦੇ ਆ ਜੀ। ਤੁਸੀਂ ਸਰ ਕੁਝ ਪੁੱਛਣਾ ਚਾਹੁੰਦੇ ਜਾਂ ਆਪਾਂ ਆਨਸਰ ਦਈਏ? ਨਹੀਂ ਆਪਾਂ ਦੇ ਦਿੰਦੇ ਹਾਂ। ਬਿਲਕੁਲ ਸਰ, ਤੁਸੀਂ ਆਨਸਰ ਸੁਣ ਸਕਦੇ ਹੋ ਜੀ ਟੀਵੀ ਸਕਰੀਨ ਦੇ ਉੱਤੇ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਸਰ ਇੱਕ ਦਰਸ਼ਕ ਹੋਰ ਜੁੜ ਗਏ ਨੇ, ਆਪਾਂ ਉਹਨਾਂ ਦੀ ਵੀ ਸਵਾਲ ਲੈ ਲਈਏ। ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਸ਼ਿਆਟਲ ਤੋਂ ਬੋਲਦਾ। ਮੈਂ ਪੁੱਛਣਾ ਚਾਹੁੰਦਾ, ਜਿੱਦਾਂ ਮੰਮੀ ਡੈਡੀ ਦੇ ਪੇਪਰ ਲਾਏ ਆ ਸਿਟੀਜ਼ਨ ਹੋ ਕੇ ਮਾਰਚ ਦੇ ਵਿੱਚ, ਤਾਂ ਕਿੰਨਾ ਟਾਈਮ ਲੱਗੂਗਾ ਉਹਨਾਂ ਨੂੰ, ਜਿੱਦਾਂ ਉਹਨਾਂ ਦੀ ਇੰਟਰਵਿਊ ਹੋ? ਤੁਸੀਂ ਸਿਟੀਜ਼ਨ ਹੋ ਸਰ? ਜੀ ਸਰ, ਤੁਸੀਂ ਦੇਣਾ ਚਾਹੋਗੇ ਇਹਨਾਂ ਦਾ ਕੋਈ ਜਵਾਬ, ਜਾਂ ਫਿਰ ਪਹਿਲਾਂ ਆਪਾਂ ਕੁਝ ਪੁੱਛਣਾ ਚਾਹੁੰਦੇ ਇਹਨਾਂ ਤੋਂ? ਨਹੀਂ ਆਪਾਂ ਜਵਾਬ ਦੇ ਦਿੰਦੇ ਹਾਂ ਜੀ। ਮੈਂ ਸਮਝ ਗਿਆ ਤੁਸੀਂ ਟੀਵੀ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਕਾਲ ਕੀਤੀ ਹੈ ਜੀ। ਸਰ ਇਸ ਤੋਂ ਪਹਿਲਾਂ ਜਿਨ੍ਹਾਂ ਨੇ ਕਾਲ ਕੀਤੀ ਸੀ ਕਿ ਉਹਨਾਂ ਨੇ ਬੱਚਾ ਗੋਦ ਲਿਆ ਹੋਇਆ, 13 ਸਾਲ ਹੋ ਚੁੱਕੇ ਨੇ, ਕੀ ਉਹ ਲਿਆ ਸਕਦੇ ਨੇ ਬੱਚੇ ਨੂੰ? ਹਾਂਜੀ, ਇਸ ਤਰ੍ਹਾਂ ਆ ਵੀ ਜਿਹੜਾ ਇਹਨਾਂ ਨੇ ਬੱਚਾ ਮਤਲਬ ਗੋਦ ਲਿਆ, ਉਹਦਾ ਲਾ ਇਹ ਹੈਗਾ ਕਿ ਬੱਚੇ ਦੀ ਉਮਰ 16 ਸਾਲ ਤੋਂ ਘੱਟ ਚਾਹੀਦੀ ਆ, ਤੇ 2 ਸਾਲ ਬੱਚੇ ਕੋਲ ਰਹਿਣਾ ਚਾਹੀਦਾ ਫਿਜ਼ੀਕਲੀ ਉਹਨਾਂ ਨੂੰ ਆਪ। ਹੁਣ ਇਹ ਪਤਾ ਨਹੀਂ ਵੀ 2 ਸਾਲ ਰਹੇ ਆ ਕਿ ਨਹੀਂ, ਤੇ ਜੇ ਤਾਂ ਇਹ ਪ੍ਰੂਵ ਕਰ ਸਕਦੇ ਆ ਵੀ ਅਮਰੀਕਾ ਆਉਣ ਤੋਂ ਪਹਿਲਾਂ ਬੱਚੇ ਕੋਲ 2 ਸਾਲ ਰਹੇ ਆ, ਤਾਂ ਉਦੋਂ ਪਹਿਲਾਂ ਦੀ ਅਡਾਪਸ਼ਨ ਹੋਈ ਆ, ਤਾਂ ਫਿਰ ਤਾਂ ਉਹ ਆ ਸਕਦਾ। ਨਹੀਂ, ਇਹਨਾਂ ਨੂੰ ਜਾ ਕੇ ਹੁਣ 2 ਸਾਲ ਰਹਿਣਾ ਪਊ ਲਗਾਤਾਰ ਬੱਚੇ ਕੋਲ, ਫਿਰ ਇਹ ਅਪਲਾਈ ਕਰ ਸਕਦੇ ਆ। ਤੇ ਬੱਚੇ ਦੀ ਉਮਰ 16 ਸਾਲ ਤੋਂ ਘੱਟ ਚਾਹੀਦੀ ਹੈ ਅਡਾਪਸ਼ਨ ਵੇਲੇ।
ਬਾਕੀ ਡਿਟੇਲ ਦੇ ਵਿੱਚ ਇਹਨਾਂ ਨੂੰ ਇਹੀ ਮੇਰੀ ਬੇਨਤੀ ਆ ਵੀ ਮੈਨੂੰ ਫੋਨ ਕਰ ਲੈਣ। ਮੇਰੇ ਸੈੱਲ ਤੇ ਜਿਹੜਾ ਨੰਬਰ ਹੈਗਾ 9179154142 ਇਸ ਪ੍ਰੋਗਰਾਮ ਤੋਂ ਬਾਅਦ ਕਰ ਲੈਣ ਤੇ ਮੈਂ ਇਹਨਾਂ ਦੀ ਸਾਰੀ ਸਿਚੁਏਸ਼ਨ ਸਮਝ ਕੇ ਇਹਨਾਂ ਨੂੰ ਜਿਹੜੀ ਪ੍ਰੋਪਰ ਐਡਵਾਈਸ ਦੇ ਦਿਆਂਗਾ। ਬਿਲਕੁਲ ਜੀ ਤੇ ਜਿਹੜੇ ਦੂਸਰੇ ਨੇ ਜੀ ਪੇਰੈਂਟਸ ਉਹਨਾਂ ਨੇ ਇਹ ਕਿਹਾ ਵੀ ਪੇਰੈਂਟਸ ਬਾਰੇ ਕੀਤਾ, ਆਪਾਂ ਹੁਣੇ ਹੀ ਗੱਲ ਕਰਦੇ ਹਟੇ ਆ ਵੀ ਜਿਹੜੀ ਇਹ ਕੈਟਾਗਰੀ ਆ, ਇਹ ਜਿਹੜਾ ਇਮੀਗ੍ਰੇਸ਼ਨ ਬੈਨ ਲਾਇਆ ਪ੍ਰੈਜ਼ੀਡੈਂਟ ਟਰੰਪ ਨੇ ਉਹਦੇ 'ਚ ਆਉਂਦੀ ਹੈ। ਸੋ ਉਹਦੇ ਵਿੱਚ ਜਿਹੜੀਆਂ ਬੇਸਿਕਲੀ 4 ਕੈਟਾਗਰੀਆਂ ਜਿਹੜੀਆਂ ਫੈਮਿਲੀ ਬੇਸਡ ਆਉਂਦੀਆਂ ਨੇ। ਇੱਕ ਤਾਂ ਹੈਗਾ ਜਿਹੜਾ US ਸਿਟੀਜ਼ਨ ਆਪਣੇ ਪੇਰੈਂਟਸ ਨੂੰ ਅਪਲਾਈ ਕਰਦਾ, ਇੱਕ ਜਿਹੜਾ US ਸਿਟੀਜ਼ਨ ਆਪਣੇ ਮੈਰਿਡ ਬੱਚਿਆਂ ਨੂੰ ਅਪਲਾਈ ਕਰਦਾ, ਤੀਜੀ ਹੈਗੀ ਜਿਹੜਾ US ਸਿਟੀਜ਼ਨ ਆਪਣੇ ਅਨਮੈਰਿਡ ਬੱਚੇ ਨੂੰ ਅਪਲਾਈ ਕਰਦਾ 21 ਸਾਲ ਤੋਂ ਉੱਪਰ ਜਿਹੜਾ ਓਵਰ 21 ਹੈ। ਤੇ ਚੌਥੀ ਕੈਟਾਗਰੀ ਹੈਗੀ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ ਉਹਨਾਂ ਦੇ ਬੱਚੇ ਜਿਹੜੇ 21 ਸਾਲ ਤੋਂ ਘੱਟ ਜਾਂ 21 ਤੋਂ ਵੱਧ ਅਨਮੈਰਿਡ। ਸੋ ਇਹਦੇ ਵਿੱਚ ਇਹਨਾਂ ਨੇ ਆਪਣੇ ਪੇਰੈਂਟਸ ਦਾ ਅਪਲਾਈ ਕੀਤਾ, ਜੋ ਕਿ ਇਹਨਾਂ ਨੂੰ ਰਾਈਟ ਆ ਕਰਨ ਦਾ ਲਾਅ। ਇਹਨਾਂ ਨੇ ਐਪਲੀਕੇਸ਼ਨ ਦਿੱਤੀ ਆ, ਉਹ ਇਸ ਇਮੀਗ੍ਰੇਸ਼ਨ ਬੈਨ ਨਾਲ ਐਪਲੀਕੇਸ਼ਨ ਇਹਨਾਂ ਦੀ ਖਤਮ ਨਹੀਂ ਹੋਣੀ। ਜਿਹੜੀ ਉਹ ਦਿੱਤੀ ਹੋਈ ਆ ਐਪਲੀਕੇਸ਼ਨ, ਉਹ ਪ੍ਰੋਸੈਸਿੰਗ ਉੱਦਾਂ ਹੀ ਚੱਲਦੀ ਰਹੇਗੀ। ਲੇਕਿਨ ਜਿਹੜੀ ਉੱਥੇ ਇੰਟਰਵਿਊ ਵਗੈਰਾ ਆਏਗੀ ਜਾਂ ਜਿਹੜੀ ਵੀਜ਼ਾ ਪ੍ਰੋਸੈਸਿੰਗ ਹੋਏਗੀ ਉਹ ਉਦੋਂ ਹੋਏਗੀ ਜਦੋਂ ਬੈਨ ਹਟੇਗਾ। ਸੋ ਮੈਨੂੰ ਇਹ ਲੱਗਦਾ ਵੀ ਆਹ ਸਾਲ ਇਹਨਾਂ ਨੂੰ ਅਜੇ ਵੇਟ ਕਰਨੀ ਪਊਗੀ। ਸੋ ਅਗਲੇ ਸਾਲ ਦੇ ਵਿੱਚ ਜਾ ਕੇ ਇਹਨਾਂ ਦੀ ਵਾਰੀ ਆਊਗੀ। ਪਰ ਜਿਹੜੀ ਐਪਲੀਕੇਸ਼ਨ ਇਹਨਾਂ ਨੇ ਲਾਈ ਆ ਜਾਂ ਉਹਨਾਂ ਨੇ ਫੀਸ ਭਰੀ ਆ ਉਹ ਕੇਸ ਦੀ, ਉਹ ਖਰਾਬ ਨਹੀਂ ਹੁੰਦੀ। ਉਹ ਜਿਹੜੀ ਪ੍ਰੋਸੈਸਿੰਗ ਆ ਉਹ ਜਾਰੀ ਰਹੂਗੀ। ਸਿਰਫ ਇਹ ਆ ਕਿ ਜਿਹੜਾ ਫਰਦਰ ਕੰਮ ਹੈ ਜਿਵੇਂ ਹੁਣ ਇੰਟਰਵਿਊ ਵਗੈਰਾ ਉਹ ਨਹੀਂ ਹੋਏਗੀ ਅਜੇ। ਇਸ ਵਕਤ ਅਸਾਈਲਮ ਦੀ ਅਸੀਂ ਗੱਲ ਕਰ ਰਹੇ ਸੀ, ਜਿਹੜੇ ਇਸ ਵਕਤ ਅਸਾਈਲਮ ਸੀਕਰਸ ਨੇ ਜਿਨ੍ਹਾਂ ਨੇ ਬਾਰਡਰ ਕ੍ਰਾਸ ਕੀਤੇ ਹੋਇਆ ਜਾਂ ਇਸ ਵਕਤ ਡਿਟੈਂਸ਼ਨ ਸੈਂਟਰਸ ਦੇ ਵਿੱਚ ਨੇ, ਕਿ ਉਹਨਾਂ ਦੀ ਪ੍ਰੋਸੈਸਿੰਗ ਚੱਲਦੀ ਆ ਜਾਂ ਉਹਨਾਂ ਨੂੰ ਵੀ ਕੁਝ ਸਮੇਂ ਲਈ ਹੋਲਡ ਕੀਤਾ ਗਿਆ ਜਿਨ੍ਹਾਂ ਨੇ ਹਜੇ ਕੇਸ ਵਗੈਰਾ ਲਈ ਅਪਲਾਈ ਕਰਨਾ ਹੈ ਆਪਦਿਆਂ ਲਈ? ਨਹੀਂ, ਅਸਾਈਲਮ ਤੇ ਦੇ ਕੇਸਾਂ ਤੇ ਇਹ ਜਿਹੜਾ ਇਮੀਗ੍ਰੇਸ਼ਨ ਬੈਨ ਆ ਇਹਦਾ ਕੋਈ ਲੈਣਾ ਦੇਣਾ ਨਹੀਂਗਾ। ਤੇ ਉਹ ਤਾਂ ਉਸੇ ਤਰ੍ਹਾਂ ਹੀ ਜਿਵੇਂ ਹੁਣ ਬੰਦੇ ਜਿਹੜੇ ਕਰਦੇ ਨੇ ਅਪਲਾਈ ਉਹ ਚੱਲ ਰਹੇ ਆ। ਉਹਨਾਂ ਨੂੰ ਵਰਕ ਪਰਮਿਟ ਵੀ ਮਿਲ ਰਹੇ ਨੇ, ਕਿਉਂਕਿ 180 ਦਿਨ ਬਾਅਦ ਬੰਦਾ ਐਲੀਜੀਬਲ ਹੋ ਜਾਂਦਾ ਵਰਕ ਪਰਮਿਟ ਦਾ। ਟਾਕ ਚੱਲ ਰਹੀ ਆ, ਜਿਵੇਂ ਗੌਰਮੈਂਟ ਨੇ ਇਹ ਪ੍ਰਪੋਜ਼ ਕੀਤਾ ਵੀ ਜਿਹੜਾ ਵਰਕ ਪਰਮਿਟ ਆ 180 ਦਿਨ ਦੀ ਬਜਾਏ ਸਾਲ ਬਾਅਦ ਦੇਣਾ ਚਾਹੀਦਾ। ਪਰ ਉਹ ਮੈਨੂੰ ਲੱਗਦਾ ਵੀ ਕੋਰਟਾਂ ਨੇ ਸਟੇ ਕਰ ਦੇਣਾ। ਕੋਈ ਕਾਨੂੰਨ ਦੇ ਵਿੱਚ ਆ ਵੀ 180 ਦਿਨ ਜਿਹੜਾ ਉਦੋਂ ਬਾਅਦ ਵਰਕ ਪਰਮਿਟ ਮਿਲੇ। ਸੋ ਉਹਨਾਂ ਤੇ ਇਹਦਾ ਕੋਈ ਅਸਰ ਨਹੀਂ, ਇਸ ਬੈਨ ਦਾ ਅਸਾਈਲਮ ਤੇ ਕੋਈ ਅਸਰ ਨਹੀਂ। ਓਕੇ, ਇੱਕ ਦਰਸ਼ਕ ਸਰ ਇੱਕ ਹੋਰ ਜੁੜ ਚੁੱਕੇ ਨੇ ਸਾਡੇ ਨਾਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਕੈਲੀਫੋਰਨੀਆ ਤੋਂ ਬੋਲ ਰਿਹਾ। ਜੀ ਸਰ, ਦੱਸੋ ਕੀ ਪੁੱਛਣਾ ਤੁਸੀਂ? ਮੈਂ ਆਪਣਾ ਐਡਵੋਕੇਟ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਮੇਰੇ ਪੇਰੈਂਟਸ ਇੱਕ ਅਮਰੀਕਨ ਗ੍ਰੀਨ ਕਾਰਡ ਹੋਲਡਰ ਨੇ ਤੇ ਉਹ ਪਿਛਲੇ ਅਗਸਤ ਵਿੱਚ ਇੰਡੀਆ ਚਲ ਗਏ ਸੀ ਤੇ ਉਹ ਕੋਵਿਡ ਕਰਕੇ ਉੱਥੇ ਸਟਕ ਹੋ ਗਏ ਨੇ, ਉਹ ਆ ਨਹੀਂ ਸਕੇ ਵਾਪਸ। ਤੇ ਉਹ ਜਿਹੜਾ ਵਿਦਨ 1 ਈਅਰ ਜੇ ਨਹੀਂ ਆਉਂਦੇ ਤੇ ਉਹਨਾਂ ਦਾ ਮਤਲਬ ਕਿ ਉਹ PR ਕੈਂਸਲ ਹੋ ਜਾਏਗੀ ਕਿ ਜਾਂ ਕੋਈ ਐਕਸਟੈਂਸ਼ਨ ਮਿਲ ਸਕਦੀ ਹੈ? ਜੀ ਬਿਲਕੁਲ ਸਰ, ਤੁਸੀਂ ਜਸਪ੍ਰੀਤ ਜੀ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਪਾਂ ਆਨਸਰ ਦਈਏ? ਨਹੀਂ ਆਪ ਆਨਸਰ ਦੇ ਦਿੰਦੇ। ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਸਰ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਇਹ ਇਸ ਤਰ੍ਹਾਂ ਹੀ ਵੀ ਇੱਕ ਦਰਸ਼ਕ ਹੋਰ ਜੁੜ ਕੇ ਨੇ, ਆਪਾਂ ਉਹਨਾਂ ਦੇ ਵੀ ਸਵਾਲ ਲਈ ਇਕੱਠੀਆਂ ਕੁਆਰੀਜ਼ ਲੈ ਕੇ ਆਪਾਂ ਫਿਰ ਉਹਨਾਂ ਦੇ ਆਨਸਰ ਦਿੰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਜੀ US ਤੋਂ ਬੋਲਦਾ। ਹਾਂਜੀ ਸਰ, ਦੱਸੋ ਕੀ ਪੁੱਛਣਾ? ਹਾਂਜੀ, ਮੈਂ ਜੀ ਕਿਸੇ ਬੱਚੇ ਨੂੰ ਲਿਆ ਸੀ, ਗੋਦ ਲਿਆ ਸੀਗਾ ਤੇ ਅੱਜ 13 ਸਾਲ ਹੋ ਚੁੱਕੇ ਆ। ਸਰ ਤੁਹਾਡਾ ਜਵਾਬ ਅਸੀਂ ਆਲਰੇਡੀ ਦੇ ਦਿੱਤਾ ਜਾ ਚੁੱਕਿਆ ਹੈ। ਜੇ ਤੁਹਾਡੇ ਤੋਂ ਮਿਸ ਹੋ ਗਿਆ ਤਾਂ ਤੁਸੀਂ ਫੇਸਬੁੱਕ ਦੇ ਉੱਤੇ ਪ੍ਰੋਗਰਾਮ ਨੂੰ ਪਿੱਛੇ ਕਰਕੇ ਸੁਣ ਸਕਦੇ ਹੋ। ਤੁਹਾਡਾ ਜਵਾਬ ਆਲਰੇਡੀ ਜਸਪ੍ਰੀਤ ਜੀ ਨੇ ਦੇ ਦਿੱਤਾ ਹੈ। ਜਾਂ ਮੈਨੂੰ ਫੋਨ ਕਰ ਲੈਣ, ਪ੍ਰੋਗਰਾਮ ਤੋਂ ਬਾਅਦ ਫੋਨ ਕਰ ਲੈਣ 917915। ਜਸਪ੍ਰੀਤ ਜੀ ਨੂੰ ਕਾਲ ਕਰ ਲਿਓ, ਉਹਨਾਂ ਦੇ ਫੋਨ ਨੰਬਰ ਨਾਲ ਲਿਖਿਆ ਹੋਇਆ ਵਾ 917 915 4142 917 915 4142। ਉਹਨਾਂ ਦੇ ਨਾਮ ਦੇ ਨਾਲ ਫੋਨ ਨੰਬਰ ਲਿਖਿਆ ਹੋਇਆ। ਆ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਕਰ ਲਿਓ ਸਰ। ਥੈਂਕ ਯੂ ਸੋ ਮਚ। 1 ਘੰਟੇ ਬਾਅਦ ਕਰ ਲੈਣਾ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਜੀ ਵਾਸ਼ਿੰਗਟਨ ਸਟੇਟ ਤੋਂ ਬੋਲ ਰਿਹਾ। ਜੀ ਸਰ, ਦੱਸੋ ਕੀ ਪੁੱਛਣਾ? ਮੈਂ ਪੁੱਛਣਾ ਸੀਗਾ, ਮੈਂ ਆਪਣੇ ਬ੍ਰਦਰ ਦੀ ਖਾਤਰ ਅਪਲਾਈ ਕੀਤਾ 2000 ਚਾਰਜ ਕੀਤਾ ਤੇ ਉਸ ਦਾ ਪੇਪਰ ਵਰਕ ਕੰਪਲੀਟ ਹੋ ਗਿਆ। ਵੀ ਆਰ ਵੇਟਿੰਗ ਫॉर द ਇੰਟਰਵਿਊ। ਤੇ ਮੈਂ ਪੁੱਛਣਾ ਸੀਗਾ ਵੀ ਜਿਹੜਾ ਇਹ ਬੈਨ ਦਸੰਬਰ ਤੱਕ ਜੇ ਕੋਈ ਇੰਟਰਵਿਊ ਨਹੀਂ ਆਏਗੀ ਇਸ ਕੇਸ ਬਾਰੇ? ਓਕੇ ਇਹ ਪੁੱਛਣਾ ਜੀ। ਜਸਪ੍ਰੀਤ ਜੀ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਨਸਰ ਦਈਏ? ਨਹੀਂ, ਆਪਾਂ ਆਨਸਰ ਦੇ ਦਿੰਦੇ ਆ ਜੀ ਇਹਨਾਂ ਦਾ। ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਇੱਕ ਹੋਰ ਦਰਸ਼ਕ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਫੀਨੈਕਸ ਤੋਂ ਦਲਜੀਤ ਬੋਲਦੀ ਹਾਂ ਜੀ। ਮੈਂ ਪੁੱਛਣਾ ਸੀਗਾ ਵੀ ਮੇਰੇ ਬੇਟਾ ਸਿਟੀਜ਼ਨ ਆ, ਉਹਨੇ ਆਪਣੀ ਵਾਈਫ ਦਾ ਕੇਸ ਲਾਇਆ ਆ, ਪਰ ਕੇਸ ਇੱਥੋਂ ਸਾਰਾ ਅਮਰੀਕਾ ਤੋਂ ਅਪਰੂਵ ਹੋ ਗਿਆ ਆ ਜੀ। ਤੇ ਹੁਣ ਉਹਨਾਂ ਨੂੰ ਦਿੱਲੀ ਜਿਹੜੀ ਐਮਬੈਸੀ ਬੰਬੇ ਐਮਬੈਸੀ ਆ ਉਹ ਕਦ ਤੱਕ ਖੁੱਲਣਗੀਆਂ ਤੇ ਕਦ ਤੱਕ ਉਹਦਾ ਕੰਮ ਕਰ ਸਕਦਾ? ਜੀ ਬਿਲਕੁਲ ਸਰ, ਆਪਾਂ ਕੁਝ ਪੁੱਛਣਾ ਹੈ ਟੀਵੀ ਸਕਰੀਨ ਤੇ ਆਨਸਰ ਦਈਏ?
ਹਾਂਜੀ ਆਨਸਰ ਦੇ ਬਿਲਕੁਲ ਦਿੰਦੇ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਸਰ, ਜੇ ਅਸੀਂ ਆਪਾਂ ਹੁਣ ਆਨਸਰ ਦੇਣੇ ਸ਼ੁਰੂ ਕਰੀਏ ਤਾਂ ਜੀ, ਸਭ ਤੋਂ ਪਹਿਲਾਂ ਅਸੀਂ ਹਾਂਜੀ, ਹਾਂਜੀ। ਕੈਲੀਫੋਰਨੀਆ ਤੋਂ, ਜਿਨ੍ਹਾਂ ਨੇ ਕਿਹਾ ਸੀਗਾ ਕਿ ਉਹਨਾਂ ਦੇ ਪੇਰੈਂਟਸ ਗ੍ਰੀਨ ਕਾਰਡ ਹੋਲਡਰ ਨੇ ਪਰ ਅਗਸਤ ਵਿੱਚ ਇੰਡੀਆ ਗਏ ਸੀ, ਉੱਥੇ ਸਟਕ ਹੋ ਗਏ ਨੇ। ਜਿਵੇਂ ਤੁਸੀਂ ਵੀ ਅੱਗੇ ਗੱਲ ਕਰਦੇ ਹੁੰਦੇ ਹੋ ਕਿ ਹਾਂਜੀ, 6 ਹਾਂਜੀ। ਮੰਥਸ ਘੱਟੋ ਘੱਟ ਜਿਹੜਾ ਹੈ ਹਾਂਜੀ, ਉਹ ਹਾਂਜੀ। ਤੁਹਾਨੂੰ ਵਾਪਸ ਆਉਣਾ ਪੈਂਦਾ 6 ਹਾਂਜੀ, ਮਹੀਨੇ ਬਾਅਦ। ਹਾਂਜੀ। ਸੋ ਪੁੱਛ ਰਹੇ ਨੇ ਕਿ ਜੇ ਸਾਲ ਤੋਂ ਹੋ ਜਾਂਦਾ ਉਹਨਾਂ ਨੂੰ ਤਾਂ ਕੀ ਉਹਨਾਂ ਦਾ ਗ੍ਰੀਨ ਕਾਰਡ ਕੈਂਸਲ ਹੋ ਜਾਏਗਾ, ਕੀ ਕੀਤਾ ਜਾਏ ਫਿਰ? ਹਾਂਜੀ, ਹਾਂਜੀ। ਇਹ ਤੋਂ ਪਹਿਲਾਂ ਮੈਂ ਜਿਹੜੇ ਉਹ ਪਹਿਲਾਂ ਕਾਲ ਜਿਨ੍ਹਾਂ ਨੇ ਕੀਤੀ ਸੀ ਉਹਨਾਂ ਦਾ 2 ਮਿੰਟ ਫਿਰ ਜਵਾਬ ਦੇ ਦਿਆਂ ਜੀ। ਦੁਬਾਰਾ, ਵੀ ਉਹਨਾਂ ਨੇ ਕਿਹਾ ਸੀ ਵੀ ਅਡੋਪਸ਼ਨ ਜਿਹੜੀ ਆ ਵੀ ਉਹ ਮੈਂ 13 ਸਾਲ ਪਹਿਲਾਂ ਕੀਤੀ ਆ, ਤੇ ਉਹਦਾ ਕੀ ਆ। ਦੇਖੋ ਜਿਹੜਾ ਅਡੋਪਸ਼ਨ ਦਾ ਲਾਅ ਉਹ ਇਹ ਹੈਗਾ ਕਿ ਜਿਹੜਾ US ਸਿਟੀਜ਼ਨ ਜਾ ਕੇ ਕਿਸੇ ਨੂੰ ਅਡੋਪਟ ਕਰਦਾ, ਇੱਕ ਤਾਂ ਉਹਦੀ ਉਮਰ ਬੱਚੇ ਦੀ 16 ਸਾਲ ਤੋਂ ਘੱਟ ਚਾਹੀਦੀ ਆ। ਦੂਜਾ ਇਹ ਆ ਵੀ ਉਹ ਬੱਚੇ ਦੇ ਕੋਲ 2 ਸਾਲ ਰਹਿਣਾ ਪੈਂਦਾ ਉਹਨੂੰ ਆਪ। ਸੋ ਜੇ ਤਾਂ ਇਹਨਾਂ ਨੇ ਅਡੋਪਸ਼ਨ ਅਮਰੀਕਾ ਆਉਣ ਤੋਂ ਪਹਿਲਾਂ ਇਹ ਅਡੋਪਸ਼ਨ ਹੋਈ ਆ ਤੇ 2 ਸਾਲ ਰਹੇ ਨੇ, ਸਾਰੇ ਪ੍ਰੂਫ ਨੇ, ਫਿਰ ਤਾਂ ਇਹ ਅਪਲਾਈ ਕਰ ਸਕਦੇ। ਨਹੀਂ, ਇਹਨਾਂ ਨੂੰ ਜਾ ਕੇ 2 ਸਾਲ ਰਹਿਣਾ ਪਏਗਾ। ਬਾਕੀ ਇਹਨਾਂ ਨੂੰ ਜਿਵੇਂ ਆਪਾਂ ਕਿਹਾ ਹੀ ਆ, ਡਿਟੇਲ ਲਈ ਮੈਨੂੰ ਆਹ ਪ੍ਰੋਗਰਾਮ ਤੋਂ ਬਾਅਦ ਘੰਟੇ ਕੁ ਬਾਅਦ ਹੁਣ ਤੋਂ ਮੇਰੇ ਨੰਬਰ ਤੇ ਕਾਲ ਕਰ ਲੈਣ 9179154142। ਹੁਣ ਆਪਾਂ ਆ ਜਾਂਦੇ ਹਾਂ ਦੂਜੇ ਸਵਾਲ ਤੇ, ਜਿਹੜਾ ਇਹਨਾਂ ਨੇ ਕਿਹਾ ਵੀ ਪੇਰੈਂਟਸ ਸਟਕ ਹੋ ਗਿਆ। ਦੇਖੋ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹਨੂੰ 1 ਸਾਲ ਦੇ ਅੰਦਰ ਅਮਰੀਕਾ ਦੇ ਵਿੱਚ ਐਂਟਰ ਹੋਣਾ ਪੈਂਦਾ, ਤੇ ਜੇ ਉਹ ਜੇ ਸਿਟੀਜ਼ਨ ਬਣਨਾ ਤਾਂ 6 ਮਹੀਨੇ 'ਚ ਐਂਟਰ ਹੋਣਾ ਪੈਂਦਾ। ਸੋ ਜੇ 6 ਮਹੀਨੇ ਤੋਂ ਫਰਜ਼ ਕਰੋ ਉਹ ਵੱਧ ਟਾਈਮ ਵੀ ਉੱਥੇ ਰਹਿ ਗਿਆ ਤੇ ਉਹਦੇ ਕੋਲ ਪ੍ਰੂਫ ਹੈਗਾ ਵੀ ਮੇਰੇ ਕੋਲ ਟਿਕਟ ਸੀਗੀ, ਜਾ ਨਹੀਂ ਸਕਿਆ ਕੋਵਿਡ ਕਰਕੇ, ਜਾਂ ਬਿਮਾਰ ਹੋ ਗਿਆ ਕੋਈ, ਫਰਜ਼ ਕਰੋ ਤੇ ਡਾਕਟਰ ਨੇ ਐਡਵਾਈਸ ਕੀਤਾ ਵੀ ਨਾ ਜਾਓ, ਜਾਂ ਕਿਸੇ ਦਾ ਪਾਸਪੋਰਟ ਹੀ ਐਕਸਪਾਇਰ ਹੋ ਗਿਆ, ਉਹਨੂੰ ਰਿਨਿਊ ਹੋਣ ਨੂੰ ਟਾਈਮ ਲੱਗਿਆ, ਤੇ ਉਹ ਬੰਦਿਆਂ ਨੂੰ 6 ਮਹੀਨੇ ਤੋਂ ਵੱਧ ਵੀ ਟਾਈਮ, 8 ਮਹੀਨੇ 9 ਵੀ ਹੋ ਜਾਣ, ਆ ਸਕਦੇ ਆ। ਇਹਨਾਂ ਦੀ ਪ੍ਰੋਬਲਮ ਇਹ ਹੈਗੀ ਆ ਵੀ ਅਗਸਤ 'ਚ ਸਾਲ ਪੂਰਾ ਹੋ ਜਾਣਾ। ਇਹਨਾਂ ਨੂੰ ਚਾਹੀਦਾ ਕਿ ਅੰਬੈਸੀ ਨਾਲ ਕੰਟੈਕਟ ਕਰਨ। ਜੇ ਅੰਬੈਸੀ ਅਜੇ ਬੰਦ ਹੈਗੀ ਆ, ਕਿਉਂਕਿ ਉਹ ਪਤਾ ਨਹੀਂ ਕਦੋਂ ਖੁੱਲੇ ਉੱਥੇ, ਹੁਣ ਤੁਹਾਨੂੰ ਪਤਾ ਕੋਵਿਡ ਦੀ ਜਿਹੜੀ ਪੋਜੀਸ਼ਨ ਆ ਕਿੱਦਾਂ ਦੀ ਆ ਇੰਡੀਆ 'ਚ, ਤੇ ਉਹਦੇ ਨਾਲ ਇਹ ਆ ਕਿ ਜਿਹੜਾ US ਡਿਪਾਰਟਮੈਂਟ ਆਫ ਸਟੇਟ ਆ ਉਹਦੀ ਵੈਬਸਾਈਟ ਤੇ ਜਾਣ, ਉੱਥੇ ਉਹਨਾਂ ਨੇ ਫ਼ੋਨ ਨੰਬਰ ਲਿਖਿਆ ਵੀ ਗ੍ਰੀਨ ਕਾਰਡ ਹੋਲਡਰ ਤੇ ਸਿਟੀਜ਼ਨ ਸਾਨੂੰ ਕੰਟੈਕਟ ਕਰਨ, ਤੇ ਉਹਨਾਂ ਵਾਸਤੇ ਉਹ ਚਾਰਟਰ ਫਲਾਈਟਾਂ ਇੱਥੇ ਲਿਆ ਰਹੇ ਨੇ। ਜਿਵੇਂ ਪਿੱਛੇ ਬੰਦੇ ਕਾਫੀ ਆਏ ਆ, ਅਪ੍ਰੈਲ 'ਚ ਵੀ ਆਏ ਆ, ਮਈ 'ਚ ਵੀ ਆਏ ਆ, ਤੇ ਜੂਨ 'ਚ ਵੀ ਆਏ ਆ। ਉਹਨਾਂ ਵਾਸਤੇ ਉਹ ਅਰੇਂਜ ਕਰ ਦਿੰਦੇ ਆ ਇੱਥੇ ਆਉਣ ਵਾਸਤੇ ਗ੍ਰੀਨ ਕਾਰਡ ਹੋਲਡਰ ਤੇ ਸਿਟੀਜ਼ਨ ਲਈ। ਇਹਨਾਂ ਨੂੰ ਚਾਹੀਦਾ ਵੀ ਆਪਣੇ ਪੇਰੈਂਟਸ ਨੂੰ ਉਹ ਚਾਰਟਰ ਫਲਾਈਟ ਦੇ ਰਾਹੀਂ ਉਹਨਾਂ ਨਾਲ ਕੰਟੈਕਟ ਕਰਕੇ ਜਲਦ ਤੋਂ ਜਲਦ ਜੁਲਾਈ ਦੇ ਵਿੱਚ ਇੱਥੇ ਮੰਗਾ ਲੈਣ। ਜੇ ਉਹਦਾ ਗ੍ਰੀਨ ਕਾਰਡ ਸਾਲ ਦਾ ਖਤਮ ਹੋ ਗਿਆ ਫਿਰ ਉਹ ਨਹੀਂ ਆ ਸਕਣਗੇ, ਉਹਨਾਂ ਨੂੰ ਅੰਬੈਸੀ ਨਾਲ ਕੰਟੈਕਟ ਕਰਨਾ ਪਏਗਾ, ਤੇ ਅੰਬੈਸੀ ਵਾਲੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਇੱਥੇ ਆਉਣ ਦੀ ਪਰਮਿਸ਼ਨ ਦੇਣਗੇ। ਉਹਨੂੰ ਟਾਈਮ ਲੱਗ ਸਕਦਾ ਤੇ ਹੋ ਸਕਦਾ ਡਿਨਾਈ ਵੀ ਹੋ ਜਾਵੇ। ਸੋ ਬੈਟਰ ਇਹਨਾਂ ਨੂੰ ਇਹੀ ਆ ਕਿ ਜਾਂ ਤਾਂ ਜੇ ਕੋਈ 에ਅਰਲਾਈਨ ਫਲਾਈ ਕਰ ਰਹੀ ਆ ਤੇ ਉਹਦੇ ਨਾਲ ਕੰਟੈਕਟ ਕਰਕੇ ਆ ਜਾਣ, ਜਾਂ ਫਿਰ ਇਹ ਸਟੇਟ ਡਿਪਾਰਟਮੈਂਟ ਦੇ ਥਰੂ ਜਿਹੜੀਆਂ ਚਾਰਟਰ ਫਲਾਈਟਸ ਆਉਂਦੀਆਂ ਉਹਨਾਂ ਤੇ ਆਉਣ। ਸੋ ਇਹਨਾਂ ਨੂੰ ਇਹ ਆ ਵੀ ਅਗਸਤ ਤੋਂ ਪਹਿਲਾਂ ਐਂਟਰੀ ਦੀ ਕੋਸ਼ਿਸ਼ ਕਰਨ। ਹਾਂਜੀ ਤੋਂ ਕਾਲ ਆਈ ਸੀ ਜਿਨ੍ਹਾਂ ਨੇ ਕਿਹਾ ਸੀ ਬ੍ਰਦਰ ਦਾ 2004 ਦੇ ਵਿੱਚ ਅਪਲਾਈ ਕੀਤਾ ਹੋਇਆ ਸੀ, ਇੰਟਰਵਿਊ ਦੀ ਵੇਟ ਕਰ ਰਹੇ ਨੇ, ਪੇਪਰ ਵਰਕ ਸਾਰਾ ਡਨ ਹੋ ਚੁੱਕਿਆ, ਕਿੰਨਾ ਟਾਈਮ ਲੱਗੇਗਾ? ਉਹਨਾਂ ਨੇ ਜਿਹੜਾ ਅਪਲਾਈ ਕੀਤਾ ਹੋਇਆ ਪੁਰਾਣਾ 2004 ਦਾ, ਉਹਦੀ ਇਹ ਪ੍ਰੋਬਲਮ ਹੈ ਕਿ ਉਹਨਾਂ ਦਾ ਠੀਕ ਆ ਅੱਜ ਕੱਲ੍ਹ 2005 ਚੱਲਦਾ, ਸੋ ਪ੍ਰੋਸੈਸਿੰਗ ਟਾਈਮ ਤਾਂ ਉਹਨਾਂ ਦਾ ਜਿਹੜਾ ਵੀਜ਼ਾ ਨੰਬਰ ਦਾ ਕਰੰਟ ਆ, ਪਰ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਬੈਨ ਆ ਇਹ ਵੀ ਕਰੰਟ ਆ, ਇਹ ਲੱਗਿਆ ਹੋਇਆ ਨਾਲ। ਸੋ ਇਸ ਕਰਕੇ ਇਸ ਬੈਨ ਦੇ ਕਰਕੇ ਦਸੰਬਰ ਤੱਕ ਇਹਨਾਂ ਨੂੰ ਇੰਟਰਵਿਊ ਮੇਰਾ ਖਿਆਲ ਆ ਵੀ ਨਹੀਂ ਆਏਗੀ। ਜੇ ਆਈ ਤਾਂ ਉਹ ਇਹਨੂੰ ਕਹਿਣਗੇ ਇੰਟਰਵਿਊ ਕਰਕੇ ਵੀ ਵੀ ਆਰ ਸੌਰੀ, ਤੁਹਾਡਾ ਸਾਰਾ ਪੇਪਰ ਵਰਕ ਠੀਕ ਆ ਪਰ ਅਸੀਂ ਵੀਜ਼ਾ ਨਹੀਂ ਦੇ ਸਕਦੇ ਤੁਹਾਨੂੰ, ਅਸੀਂ ਦੁਬਾਰਾ ਬੁਲਾਵਾਂਗੇ। ਸੋ ਲੱਗਦਾ ਇਹੀ ਆ ਵੀ ਦਸੰਬਰ ਤੱਕ ਇਹਨਾਂ ਨੂੰ ਵੇਟ ਕਰਨੀ ਪੈਣੀ ਆ, ਪਰ ਹੋ ਸਕਦਾ ਕਿ ਉਹ ਬੁਲਾ ਲੈਣ ਅੰਬੈਸੀ ਵਾਲੇ ਤੇ ਉਸ ਤੋਂ ਬਾਅਦ ਵੀਜ਼ਾ ਨਾ ਦੇਣ। ਇਹ ਡਿਪੈਂਡ ਕਰੇਗਾ ਤਾਂ ਅੰਬੈਸੀ ਖੁੱਲੇਗੀ, ਪਰ ਇੱਕ ਗੱਲ ਤੈਅ ਆ ਵੀ ਉਹ ਦਸੰਬਰ ਤੱਕ ਇੱਥੇ ਨਹੀਂ ਆ ਸਕਣਗੇ। ਉਹਨਾਂ ਨੂੰ ਜਿਹੜਾ ਵੀਜ਼ਾ ਜੇ ਇੰਟਰਵਿਊ ਹੋ ਵੀ ਗਈ ਤਾਂ ਵੀ ਵੀਜ਼ਾ ਦਸੰਬਰ ਤੱਕ ਨਹੀਂ ਮਿਲੇਗਾ, ਕਿਉਂਕਿ ਬੈਨ ਥੱਲੇ ਆਉਂਦੇ ਆ। ਸੋ ਦਸੰਬਰ ਤੱਕ ਇਹਨਾਂ ਨੂੰ ਵੇਟ ਕਰਨੀ ਪਏਗੀ, ਜੋ ਕਿ ਹੈ ਬੜੀ ਮੰਦਭਾਗੀ ਗੱਲ। ਦੇਖੋ ਜਦੋਂ ਇੰਨੇ ਸਾਲ ਤੋਂ ਬੰਦਾ ਉਡੀਕ ਰਿਹਾ ਤੇ ਵੀਜ਼ਾ ਨੰਬਰ ਜਿਹੜਾ ਅਵੇਲੇਬਲ ਹੋ ਗਿਆ, ਦੇਖੋ ਹੁਣ 2004 ਦਾ ਕੀਤਾ, ਇਹਨੂੰ 16 ਸਾਲ ਤੋਂ ਪਹਿਲਾਂ ਹੀ ਹੋ ਗਏ, ਤੇ ਉਹ ਹੁਣ ਉੱਤੋਂ ਆ ਹੋ ਗਿਆ, ਤੇ ਇਸ ਕਰਕੇ ਮਤਲਬ ਬਹੁਤ ਅਨਫੋਰਚੂਨੇਟ ਗੱਲ ਆ, ਤੇ ਹੋਣੀ ਨਹੀਂ ਸੀ ਚਾਹੀਦੀ। ਤੇ ਸਾਨੂੰ ਤਾਂ ਨਹੀਂ ਲੱਗਦਾ ਵੀ ਇਹਨਾਂ ਬੰਦਿਆਂ ਦੇ ਆਉਣ ਨਾਲ ਇੱਥੇ ਕੰਮ ਕਰਨਾ ਕੋਈ ਜੋਬਾਂ ਡਿਸਪਲੇਸ ਹੋਣਗੀਆਂ, ਤੇ ਬਲਕਿ ਜੌਬਸ ਕ੍ਰੀਏਟ ਹੀ ਹੁੰਦੀਆਂ ਨੇ। ਸੋ ਇੱਦਾਂ ਦੇ ਜਿਹੜੇ ਬੈਨ ਨੇ ਇਹ ਨਹੀਂ ਲੱਗਣੇ ਚਾਹੀਦੇ, ਕਿਉਂਕਿ ਇਹਦੇ ਨਾਲ ਸਾਰਾ ਫੈਮਿਲੀ ਸਟਰਕਚਰ ਅਪਸੈਟ ਹੋ ਜਾਂਦਾ। ਜਿਹੜੇ ਬੰਦੇ ਉਡੀਕ ਰਹੇ ਆ ਇੱਥੇ ਆਉਣ ਲਈ, ਜਾਂ ਇੱਥੋਂ ਵਾਲੇ ਉਡੀਕ ਰਹੇ ਆ ਵੀ ਉਹ ਆਉਣਗੇ, ਉਹਨਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ, ਤੇ ਅਸੀਂ ਉਹਨਾਂ ਦਾ ਜਿਹੜਾ ਦੁੱਖ ਸਮਝ ਸਕਦੇ ਹਾਂ, ਤੇ ਉਹ ਬਿਲਕੁਲ ਜਾਇਜ਼ ਤੇ ਵਾਜਬ ਹੈ। ਕਾਲ ਆਈ ਸੀ, ਉਹ ਕਹਿ ਰਹੇ ਸੀ ਕਿ ਉਹਨਾਂ ਦਾ ਬੇਟਾ ਜਿਹੜਾ ਆ ਉਹ ਸਿਟੀਜ਼ਨ ਹੈਗਾ ਆ, ਤੇ ਉਹਨਾਂ ਨੇ ਵਾਈਫ ਦਾ ਅਪਲਾਈ ਕੀਤਾ ਹੋਇਆ ਸੀ, ਇੱਥੋਂ ਦੀ ਅਪਰੂਵ ਹੋ ਚੁੱਕਿਆ ਹੈ, ਤੇ ਉਹ ਪੁੱਛ ਰਹੇ ਨੇ ਕਿ ਬੰਬੇ ਜਾਂ ਫਿਰ ਦਿੱਲੀ ਦੀ ਅੰਬੈਸੀ ਕਦੋਂ ਤੱਕ ਖੁੱਲ ਸਕਦੀ ਹੈ? US ਅੰਬੈਸੀ ਵੀ ਉਹਨਾਂ ਦਾ ਕੇਸ ਹਜੇ ਤੱਕ ਪੈਂਡਿੰਗ ਪਿਆ ਹੋਇਆ। ਇਹਦੇ ਬਾਰੇ ਕੋਈ ਕਲੀਅਰ ਨਹੀਂ ਹੈਗਾ ਵੀ ਅੰਬੈਸੀ ਜਿਹੜੀ ਆ ਉਹ ਕਦੋਂ ਖੁੱਲਣੀ ਆ, ਉਹਨੂੰ ਟਾਈਮ ਵੀ ਲੱਗ ਸਕਦਾ, ਤੇ ਇਸ ਕਰਕੇ ਇਹਦੇ 'ਚ ਬੇਸਿਕਲੀ ਇਹ ਆ ਵੀ ਉਹਨਾਂ ਨੂੰ ਇਹ ਚਾਹੀਦਾ ਵੀ ਉੱਥੇ ਅੰਬੈਸੀ ਨਾਲ ਕੰਟੈਕਟ ਕਰਨ, ਕਿਉਂਕਿ ਇਹਦੇ 'ਚ
ਸਾਨੂੰ ਪਹਿਲਾਂ ਉਮੀਦ ਸੀ ਵੀ ਜੂਨ ਦੇ ਐਂਡ ਤੱਕ ਖੁੱਲ੍ਹ ਜਾਏਗੀ, ਪਰ ਇੰਡੀਆ ਦੇ ਵਿੱਚ ਹੁਣ ਬਹੁਤ ਜ਼ਿਆਦਾ ਕੇਸ ਵੱਧ ਗਏ ਕੋਵਿਡ ਦੇ, ਉਹਦੇ ਕਰਕੇ ਹੋ ਸਕਦਾ ਜੇ ਜੁਲਾਈ 'ਚ ਵੀ ਨਾ ਐਮਬੈਸੀ ਖੁੱਲ੍ਹੇ, ਪਰ ਉਹਦੇ ਵਾਸਤੇ ਆਪਾਂ ਐਗਜ਼ੈਕਟ ਨਹੀਂ ਦੱਸ ਸਕਦੇ ਵੀ ਫਲਾਣੀ ਤਰੀਕ ਤੱਕ ਐਮਬੈਸੀ ਖੁੱਲ੍ਹੇਗੀ। ਇਹਨਾਂ ਨੂੰ ਚਾਹੀਦਾ ਉਹਨਾਂ ਨਾਲ ਕੰਟੈਕਟ ਕਰ ਲੈਣ ਐਮਬੈਸੀ ਨਾਲ ਆਪ ਸਿੱਧਾ, ਤੇ ਉਹ ਫਿਰ ਦੱਸ ਦੇਣਗੇ ਜਾਂ ਉਹਦੀਆਂ ਅਪਡੇਟਸ ਜਿਹੜੀਆਂ ਨੇ ਆਨਲਾਈਨ ਉੱਤੇ ਕਰਨ, ਪਰ ਅਜੇ ਤੱਕ ਕਲੀਅਰ ਨਹੀਂ ਹੈਗੀ ਪਿਕਚਰ। ਕਿ ਲਗਾਤਾਰ ਬੈਨ ਦੀ ਗੱਲ ਹੋ ਰਹੀ ਆ, ਇਹ ਵੀ ਸੁਣਨ ਦੇ ਵਿੱਚ ਆ ਰਿਹਾ ਵਾ ਕਿ ਕਾਫੀ ਯੂਐਸ ਇਮੀਗ੍ਰੇਸ਼ਨ ਏਜੰਸੀਜ਼ ਜਿਹੜੀਆਂ ਨੇ ਇਹ ਗੱਲ ਨੂੰ ਪ੍ਰਪੋਜ਼ ਕਰ ਰਹੀਆਂ ਨੇ ਇਹ ਚੀਜ਼ ਕਿ ਜੌਬਸ ਦੇ ਵਿੱਚ ਵੀ ਥੋੜੀ ਜਿਹੀ ਕਟੌਤੀ ਕੀਤੀ ਜਾਵੇ। ਨਹੀਂ, ਇਮੀਗ੍ਰੇਸ਼ਨ ਡਿਪਾਰਟਮੈਂਟ ਜਿਹੜਾ ਉਹਨੇ ਕਿਹਾ ਵੀ ਸਾਡੇ ਕੋਲ ਫੀਸਾਂ ਘੱਟ ਆਈਆਂ ਕਿਉਂਕਿ ਆ ਜਿਹੜਾ ਇਹਨਾਂ ਨੇ ਇਮੀਗ੍ਰੇਸ਼ਨ ਪਾਲਿਸੀਜ਼ ਕੀਤੀਆਂ ਰਿਸਟ੍ਰਿਕਟ ਇਸ ਐਡਮਿਨਿਸਟ੍ਰੇਸ਼ਨ ਨੇ, ਤਾਂ ਅਸੀਂ ਆਪਣੇ ਖਰਚੇ ਨਹੀਂ ਕੱਢ ਸਕਦੇ, ਤੇ ਉਹਦੇ ਕਰਕੇ ਉਹਨਾਂ ਨੇ $1.2 ਬਿਲੀਅਨ ਅਪ੍ਰੈਲ ਦਾ ਹੀ ਮੰਗ ਰਹੇ ਆ ਉਹ, ਮਤਲਬ ਕਾਂਗਰਸ ਤੋਂ ਵੀ ਸਾਨੂੰ ਵੀ ਜਿਹੜਾ ਤਨਖਾਹਾਂ ਦੇਣ ਲਈ ਚਾਹੀਦਾ। ਤੇ ਅਜੇ ਪ੍ਰੈਜ਼ੀਡੈਂਟ ਟਰੰਪ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਅਗਸਤ ਤੱਕ ਅਜੇ ਨਾ ਛੁੱਟੀ ਤੇ ਜਾਓ ਤੇ ਅਗਸਤ ਤੱਕ ਵੇਟ ਕਰੋ, ਉਹ ਜੁਲਾਈ ਦਾ ਮਹੀਨਾ। ਸੋ ਜੇ ਇਹਨਾਂ ਨੂੰ ਫੰਡਿੰਗ ਅਗਸਤ ਤੱਕ ਨਹੀਂ ਹੁੰਦੀ ਤਾਂ ਕਾਫੀ ਅਫਸਰ ਜਿਹੜੇ ਹੈਗੇ ਆ ਉਹਨਾਂ ਨੂੰ ਮਤਲਬ ਛੁੱਟੀ ਤੇ ਭੇਜ ਦੇਣਗੇ, ਉਹਦੇ ਨਾਲ ਫਰਦਰ ਡਿਲੇ ਹੋਏਗੀ ਸਾਰੇ ਕੰਮਾਂ 'ਚ। ਜੀ ਬਿਲਕੁਲ ਸਰ, ਇਹਦੇ ਬਾਰੇ ਮੈਂ ਗੱਲ ਕਰਾਂਗੀ। ਡਿਲੇ ਦੀ ਤੁਸੀਂ ਗੱਲ ਕਰ ਰਹੇ ਹੋ ਕਿਉਂਕਿ ਆਲਰੇਡੀ ਬੈਨ ਦੇ ਕਰਕੇ ਪਹਿਲਾਂ ਹੀ ਬਹੁਤ ਜ਼ਿਆਦਾ ਬੈਕਲੌਗ ਐਪਲੀਕੇਸ਼ਨਸ ਦਾ ਪਹੁੰਚਣ ਵਾਲਾ ਹੋਣਾ ਹੈ। ਇਹ ਪਹਿਲਾਂ ਇੱਕ ਦਰਸ਼ਕ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਸਰ, ਕਿੱਥੋਂ ਬੋਲ ਰਹੇ ਹੋ? ਬਸ ਠੀਕ ਠਾਕ ਜੀ, ਮੈਂ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ। ਮੇਰਾ ਇੱਕ ਸਵਾਲ ਹੈਗਾ, ਸਟੈਪ ਮਦਰ ਜਿਹੜੀ ਕਿ ਸਿਟੀਜ਼ਨ ਹੈਗੀ ਹੈ, ਉਹਨੇ ਅਪਲਾਈ ਕੀਤਾ ਹੈ ਮਾਈਨਰ ਬੱਚਿਆਂ ਵਾਸਤੇ, ਤੇ ਜਿਹੜਾ ਟਰੰਪ ਸਾਹਿਬ ਨੇ ਬੈਨ ਲਗਾ ਦਿੱਤਾ ਹੈ ਦਸੰਬਰ ਤੱਕ, ਉਹ ਉਸ ਕੈਟਾਗਰੀ 'ਚ ਆਉਂਦਾ ਕਿ ਨਹੀਂ ਆਉਂਦਾ? ਮਤਲਬ ਸਿਟੀਜ਼ਨ ਹੈਗੀ ਹੈ ਮਾਈਨਰ ਬੱਚੇ ਨੇ ਜੀ। ਜਸਪ੍ਰੀਤ ਜੀ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਜੀ ਕੁਝ ਹੋਰ ਵੀ ਹੈ ਸਵਾਲ ਤੁਹਾਡਾ ਸਰ? ਹਾਂਜੀ, ਇੱਕ ਹੋਰ ਸਵਾਲ ਹੈਗਾ ਜੀ। ਤੇ ਜਿਹੜੇ ਬੱਚਿਆਂ ਵਾਸਤੇ ਸਾਡੇ ਕੋਲ ਪੀਸੀਸੀ ਨਹੀਂ ਹੈਗਾ, ਪੀਸੀਸੀ ਪਲੱਸ ਉਹ ਆਈਆਰਐਸ ਦੀ ਟ੍ਰਾਂਸਕ੍ਰਿਪਟ ਨਹੀਂ ਹੈਗੀ ਸਾਡੇ ਕੋਲ, ਉਹਦੇ ਬਿਨਾਂ ਅਸੀਂ ਅਪਲਾਈ ਕਰ ਸਕਦੇ ਹਾਂ ਜਾਂ ਪੀਸੀਸੀ ਦੇ ਬਿਨਾਂ, ਜਾਂ ਦੋਨਾਂ ਦੇ ਇੱਕ ਚੀਜ਼ ਬਿਨਾਂ, ਜਾਂ ਕੋਈ ਸਾਡੇ ਕੋਲ ਫਿਲਹਾਲ ਨਹੀਂ ਹੈਗੀਆਂ ਜੀ? ਬਿਲਕੁਲ ਸਰ, ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਪਾਂ ਜਵਾਬ ਦਈਏ? ਨਹੀਂ, ਆਪਾਂ ਜਵਾਬ ਦੇ ਦਿੰਦੇ। ਬਿਲਕੁਲ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰ ਰਹੀ ਹੈ ਉਹਦੇ ਲਈ ਬਹੁਤ ਬਹੁਤ ਧੰਨਵਾਦ। ਦੇਖੋ ਜਿਹੜੇ ਇਹਦੇ ਬਾਰੇ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਵੀ ਜਿਹੜਾ ਇਹ ਬੈਨ ਹੈਗਾ ਦਸੰਬਰ ਤੱਕ ਲਾਇਆ ਪ੍ਰੈਜ਼ੀਡੈਂਟ ਟਰੰਪ ਨੇ, ਇਹਦੇ ਵਿੱਚ ਇਹ ਕੈਟਾਗਰੀ ਨਹੀਂ ਆਉਂਦੀ। ਤੁਸੀਂ ਆ ਪਹਿਲਾਂ ਸਵਾਲ ਲੈ ਲਓ, ਉਸ ਤੋਂ ਬਾਅਦ ਆਪਾਂ ਜਵਾਬ ਦਿੰਦੇ ਹਾਂ ਜੀ। ਪਹਿਲਾਂ ਇਹਦੇ ਬਾਰੇ ਗੱਲ ਕਰਾਂਗੇ, ਤੁਸੀਂ ਸਵਾਲ ਲੈ ਲਈਏ ਅਗਲਾ ਸਰ, ਨਾਲ ਹੀ ਇਹਨਾਂ ਦਾ ਕਾਲ ਲੈ ਲਓ। ਹੈਲੋ ਹਾਂਜੀ ਹੈਲੋ। ਹਾਂਜੀ, ਆਪਣੇ ਮੇਰੀ ਭੈਣ ਦੇ 10 ਸਾਲ ਹੋਏ ਤੇ ਪਰ ਇਹਨੂੰ ਕਿੰਨਾ ਟਾਈਮ ਲੱਗੂ ਹਜੇ? 10 ਸਾਲ ਹੋਏ ਨੇ ਮੈਮ ਹਜੇ ਲਗਾਏ ਨੂੰ ਕੇਸ। ਹਾਂਜੀ, 10 ਸਾਲ। ਬਿਲਕੁਲ ਮੈਮ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਅਸੀਂ ਇਹਨਾਂ ਤੋਂ ਪਹਿਲਾਂ ਜਿਹੜੀ ਕਾਲ ਆਈ ਸੀ ਉਹਨਾਂ ਦੇ ਬਾਰੇ ਜਾਣਕਾਰੀ। ਹਾਂਜੀ, ਇਹ ਜਿਹੜੀ ਕੈਟਾਗਰੀ ਦੀ ਗੱਲ ਕਰ ਰਹੇ ਸੀ ਕਿ ਜਿਹੜੇ ਯੂਐਸ ਸਿਟੀਜ਼ਨ ਨੇ ਆਪਣੇ ਮਾਈਨਰ ਬੱਚਿਆਂ ਦਾ ਕੀਤਾ, ਸੋ ਜੇ ਤਾਂ ਉਹ ਬੱਚਿਆਂ ਦੀ ਉਮਰ ਹੈਗੀ 21 ਸਾਲ ਤੋਂ ਘੱਟ, ਫਿਰ ਉਹ ਬੈਨ 'ਚ ਨਹੀਂ ਆਉਂਦੇ, ਉਹ 'ਚ ਕੋਈ ਮਤਲਬ ਉਹਨਾਂ ਤੇ ਕੋਈ ਪ੍ਰੋਬਲਮ ਨਹੀਂ, ਉਹ ਆ ਸਕਦੇ ਆ, ਜਿਹੜੀ ਪ੍ਰੋਸੈਸਿੰਗ ਟਾਈਮ ਉਹੀ ਹੈ। ਤੇ ਜੇ ਉਹਨਾਂ ਦੀ ਉਮਰ 21 ਤੋਂ ਉੱਪਰ ਹੈਗੀ, ਜੋ ਕਿ ਮਾਈਨਰ ਨਹੀਂ ਹੈਗੇ ਆਬਵੀਅਸਲੀ, ਤੇ ਉਹਨਾਂ ਤੇ ਬੈਨ ਲੱਗੇਗਾ। ਪਰ ਜਿਵੇਂ ਮਾਈਨਰ ਕਹਿ ਰਿਹਾ ਲੱਗਦਾ 21 ਤੋਂ ਘੱਟ ਆ, ਉਹ ਇਹਨਾਂ ਤੇ ਕੋਈ ਬੈਨ ਨਹੀਂਗਾ। ਜਿਹੜਾ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਟ੍ਰਾਂਸਕ੍ਰਿਪਟ ਤੇ ਪੀਸੀਸੀ ਨਹੀਂ ਆ, ਉਹਦੀ ਲੋੜ ਪੈਣੀ ਹੈ, ਕਿਉਂਕਿ ਜਿਹੜੀ ਮਤਲਬ ਪੁਲਿਸ ਕਲੀਅਰੈਂਸ ਹੁੰਦੀ ਆ ਜਦੋਂ ਕੇਸ ਇੱਥੋਂ ਅਪਰੂਵ ਹੋ ਕੇ ਨੈਸ਼ਨਲ ਵੀਜ਼ਾ ਸੈਂਟਰ ਕੋਲ ਚਲਾ ਜਾਂਦਾ, ਇਹਦੀਆਂ 2 ਸਟੇਜਸ ਹੁੰਦੀਆਂ। ਇਹ ਤੋਂ ਆਪਾਂ ਪਟੀਸ਼ਨ ਕਰਦੇ ਹਾਂ। ਪਹਿਲੀ ਸਟੇਜ ਜਿਹੜੀ ਆ, ਉਹਦੀ ਜਿਹੜੀ ਪਟੀਸ਼ਨ ਆ ਉਹ USCIS 'ਚ ਅਪਰੂਵ ਹੋ ਜਾਂਦੀ ਆ, ਤੇ ਉਹਨੂੰ I-130 ਪਟੀਸ਼ਨ ਕਿਹਾ ਜਾਂਦਾ। ਉਸ ਤੋਂ ਬਾਅਦ ਫਿਰ ਅਪਰੂਵ ਹੋ ਕੇ ਤਾਂ ਉਹਨੂੰ ਨੈਸ਼ਨਲ ਵੀਜ਼ਾ ਸੈਂਟਰ ਕੋਲ ਭੇਜ ਦਿੱਤਾ ਜਾਂਦਾ। ਜਿਹੜੀ ਨੈਸ਼ਨਲ ਵੀਜ਼ਾ ਸੈਂਟਰ ਆ, ਉਹ ਅੱਗੇ ਸਾਰੇ ਪੇਪਰ ਵਰਕ ਇਕੱਠਾ ਕਰਕੇ ਐਮਬੈਸੀ ਨੂੰ ਭੇਜਦੇ ਆ। ਉਹਦੇ ਵਿੱਚ ਉਹਨਾਂ ਨੂੰ ਲੋੜ ਹੁੰਦੀ ਹੈ ਐਫੀਡੇਵਿਟ ਆਫ ਸਪੋਰਟ ਦੀ, ਤੇ ਜਿਵੇਂ US ਸਿਟੀਜ਼ਨ ਆ, ਉਹ ਆਪਣਾ ਜਿਹੜੇ ਹੈਗੇ ਟੈਕਸ ਦੇ ਪੇਪਰ ਦੇਵੇ, ਐਫੀਡੇਵਿਟ ਆਫ ਸਪੋਰਟ ਦੇਵੇ, ਇਹ ਸ਼ੋਅ ਕਰੇ ਕਿ ਇਨਕਮ ਹੈਗੀ ਉਹਦੇ ਕੋਲ, ਇਹਨਾਂ ਨੂੰ ਇੱਥੇ ਬੁਲਾਉਣ ਦੀ ਜਿਹੜੀ ਹੈਗੀ ਇਨਕਮ ਤੇ ਮਤਲਬ ਉਹ ਪਬਲਿਕ ਚਾਰਜ ਨਹੀਂ ਬਣਨਗੇ। ਤੇ ਉਹਦੇ ਨਾਲ ਜਿਹੜੀਆਂ ਮਤਲਬ ਪੁਲਿਸ ਕਲੀਅਰੈਂਸ ਰਿਪੋਰਟਾਂ ਚਾਹੀਦੀਆਂ ਹੁੰਦੀਆਂ ਇੰਡੀਆ ਤੋਂ, ਪੁਲਿਸ ਕਲੀਅਰੈਂਸ, ਪਾਸਪੋਰਟ ਕਲੀਅਰੈਂਸ, ਇੱਦਾਂ ਦਾ ਸਾਰਾ ਫਾਰਮੈਲਿਟੀਜ਼, ਉਹ ਤਾਂ ਲੋੜ ਪੈਣੀ ਆ। ਉਹਨਾਂ ਤੋਂ ਬਿਨਾਂ ਇਹ ਜਿਹੜਾ ਹੈਗਾ ਇਹਨਾਂ ਨੂੰ ਵੀਜ਼ਾ ਨਹੀਂ ਮਿਲੇਗਾ। ਸੋ ਜਦੋਂ ਵੀ NVC ਉਹ ਮੰਗੇਗੀ, ਉਹ ਇਹਨਾਂ ਨੂੰ ਦੇਣੀਆਂ ਪੈਣਗੀਆਂ, ਤੇ ਉਹਦਾ ਕੋਈ ਵੇ ਅਰਾਊਂਡ ਨਹੀਂ ਹੈਗਾ। ਤੇ ਹੁਣ ਆਪਾਂ ਆਈਏ ਜਿਹੜਾ ਤੀਜਾ, ਜਿਹੜੇ ਮਤਲਬ ਬਾਅਦ 'ਚ ਆਏ ਸੀਗੇ ਕਾਲਰ, ਉਹਨਾਂ ਨੇ ਸਵਾਲ ਪੁੱਛਿਆ ਕਿ 10 ਸਾਲ ਵਾਲਾ, ਤੇ ਸਾਨੂੰ 10 ਸਾਲ ਹੋ ਗਏ ਅਪਲਾਈ ਕੀਤੇ ਨੂੰ। ਸੋ ਇਹਦੇ ਵਿੱਚ ਇਹ ਆ ਕਿ ਜੇ ਉਹਨਾਂ ਨੇ ਜੋ ਕਿ ਲੱਗਦਾ ਵੀ ਜਿਹੜਾ ਭਰਾ ਭੈਣ ਦੀ ਕੈਟਾਗਰੀ 'ਚ ਅਪਲਾਈ ਕੀਤਾ, ਜਿਵੇਂ US ਸਿਟੀਜ਼ਨ ਨੇ ਆਪਣੇ ਬ੍ਰਦਰ ਸਿਸਟਰ ਦਾ ਅਪਲਾਈ ਕੀਤਾ, ਉਹਨੂੰ ਅੱਜ ਕੱਲ੍ਹ ਜਿਵੇਂ ਆਪਾਂ ਪਹਿਲਾਂ ਇੱਕ ਕਾਲਰ ਨਾਲ ਗੱਲ ਕਰਕੇ ਜਿਹੜਾ ਹੈਗਾ ਗੱਲ ਕੀਤੀ ਆ ਵੀ 2004 ਤੋਂ ਕਹਿੰਦੇ ਅਸੀਂ ਅਪਲਾਈ ਕੀਤਾ, ਸਾਡੀ ਹੁਣ ਵਾਰੀ ਆਈ ਆ। ਸੋ ਉਹਨੂੰ 15 ਤੋਂ 16 ਸਾਲ ਲੱਗ ਰਹੇ ਆ। ਇਹ ਉਹੀ ਕੈਟਾਗਰੀ ਆ। ਸੋ ਜੇ ਇਹਨਾਂ ਨੂੰ ਅਜੇ 10 ਸਾਲ ਹੋਏ ਆ ਤਾਂ ਅਜੇ ਇਹਨਾਂ ਨੂੰ ਘੱਟੋ ਘੱਟ 6-7 ਸਾਲ ਹੋਰ ਲੱਗਣਗੇ, ਉਸ ਦਾ ਜ਼ਿਆਦਾ ਵੀ ਲੱਗ ਜਾਣ। ਸੋ ਇਹਨਾਂ ਦਾ ਇਸ ਬੈਨ ਤੇ ਇਮੀਡੀਏਟ ਅਸਰ ਕੋਈ ਨਹੀਂ। ਜਿਹੜੀ ਐਪਲੀਕੇਸ਼ਨ ਲਾਈ ਆ ਉਹ ਪੈਂਡਿੰਗ ਰਹੇਗੀ,
ਤੇ ਉਹ ਲੇਕਿਨ ਜਿਹੜਾ ਪ੍ਰੋਸੈਸਿੰਗ ਟਾਈਮ ਡਿਲੇ ਹੋ ਗਿਆ ਉਹ ਇਹਨਾਂ ਦਾ ਕੇਸ ਫਰਦਰ ਡਿਲੇ ਹੋਣ ਦੇ ਸਾਰ ਨੇ। ਜਿਵੇਂ ਹੁਣ ਜੇ ਫਰਜ਼ ਕਰੋ ਅੱਜ 5 ਚੱਲ ਰਿਹਾ ਤੇ ਜੇ ਬੈਨ ਨਾ ਲੱਗਿਆ ਹੁੰਦਾ 2005 ਜਾਂ 4 ਦੇ ਵੀਜ਼ੇ ਜਿਹੜੇ ਸੀ ਉਹ ਲੋਕਾਂ ਨੂੰ ਮਿਲ ਜਾਣੇ ਸੀ। ਹੁਣ ਬੈਨ ਕਰਕੇ ਜਿਹੜੇ ਹੁਣ 5 ਵਾਲੇ ਵੀਜ਼ੇ ਆ ਉਹ 2021 ਚ ਮਿਲਣਗੇ। ਜੀ ਠੀਕ ਹੈ ਜੀ, ਬਿਲਕੁਲ ਉਹਦੇ ਨਾਲ ਜਿਹੜੇ ਫਿਰ ਅੱਗੇ ਡਿਲੇ ਹੋਏਗੀ ਸੋ ਡਿਲੇ ਫਰਦਰ ਹੋਏਗੀ, ਬਾਕੀ ਕੋਈ ਅਸਰ ਨਹੀਂ। ਬਿਲਕੁਲ ਜੀ। ਇੱਕ ਦਰਸ਼ਕ ਹੋਰ ਲੈ ਜੁੜ ਲਓ ਚੁੱਕੇ ਨੇ, call ਪਹਿਲਾਂ ਹਾਂਜੀ। ਉਹਨਾਂ ਦੀ ਕਾਲ ਲੈ ਲਈਏ। ਹੈਲੋ ਹਾਂਜੀ ਮੈਡਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਲਖਵਿੰਦਰ ਸਿੰਘ। ਮੈਂ ਨਾ ਮੇਰੇ ਪ੍ਰੀਟੀਕਲ ਦੇ ਪੱਕਾ ਆਇਆ ਜੀ ਤੇ ਮੇਰਾ ਗ੍ਰੀਨ ਕਾਰਡ ਤੇ ਆ ਗਿਆ ਤੇ ਮੇਰੇ ਬੱਚਿਆਂ ਦੇ 2 ਸਾਲ ਹੋ ਗਏ ਗ੍ਰੀਨ ਕਾਰਡ ਅਪਲਾਈ ਕੀਤੇ ਉਹ ਨਹੀਂ ਆਇਆ ਤੱਕ। ਤੇ ਮੈਂ ਪਾਸ ਵਕੀਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿੰਨਾ ਟਾਈਮ ਲੱਗੇ ਇਹਨਾਂ ਨੂੰ 2 ਸਾਲ ਹੋ ਗਏ ਅਪਲਾਈ ਕੀਤੇ ਨੂੰ। ਜੀ ਸਰ ਆਪਾਂ ਕੁਝ ਪੁੱਛਣਾ ਜਾਂ ਆਨਸਰ ਦਈਏ? ਹਾਂ ਆਪਾਂ ਦੇ ਦਿੰਦੇ ਤੁਸੀਂ ਜਵਾਬ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਸਰ। ਤੁਸੀਂ ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ। ਟੀਵੀ ਸਕਰੀਨ ਤੇ ਆਨਸਰ ਸੁਣ ਲਓ ਜੀ। ਨਹੀਂ ਜੀ ਨਹੀਂ ਜੀ ਬਿਲਕੁਲ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਜੀ ਸਰ। ਇਹ ਇਸ ਤਰ੍ਹਾਂ ਤਰਨਜੀਤ ਜੀ ਵੀ ਇਹਨਾਂ ਨੇ ਜਿਹੜਾ ਗ੍ਰੀਨ ਕਾਰਡ ਅਪਲਾਈ ਕੀਤਾ ਉਹਦੇ 'ਚ ਕਈ ਵਾਰੀ ਬੈਕਗਰਾਊਂਡ ਚੈੱਕ ਦੇ ਵਿੱਚ ਡਿਲੇ ਹੋ ਜਾਂਦੀ ਆ ਤੇ ਇਮੀਗ੍ਰੇਸ਼ਨ ਨਾਲ ਇਹਨਾਂ ਨੂੰ ਕੰਟੈਕਟ ਕਰਨਾ ਚਾਹੀਦਾ ਜਾਂ ਮਤਲਬ ਉੱਥੋਂ ਪਤਾ ਲੱਗ ਸਕਦਾ ਵੀ ਕਿਉਂ ਇੰਨੀ ਡਿਲੇ ਆ। ਤੇ ਕਈ ਵਾਰ ਤਾਂ ਇਹ ਹੁੰਦਾ ਵੀ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ, ਪੇਪਰ ਵਰਕ ਉਹ ਉਹਨਾਂ ਨੇ ਮੰਗਿਆ ਨਹੀਂ ਗਿਆ ਜਾਂ ਜੇ ਉਹ ਗਿਆ ਵੀ ਆ ਤਾਂ ਬੈਕਗਰਾਊਂਡ ਚੈੱਕ 'ਚ ਡਿਲੇ ਹੋ ਜਾਂਦੀ ਆ। ਸੋ ਇਮੀਗ੍ਰੇਸ਼ਨ ਨਾਲ ਕੰਟੈਕਟ ਕਰਨਾ ਚਾਹੀਦਾ, ਇੰਨਾ ਟਾਈਮ ਲੱਗਣਾ ਤਾਂ ਨਹੀਂ ਚਾਹੀਦਾ। ਪਰ ਅੱਜ ਕੱਲ੍ਹ ਦੇ ਜਿੱਦਾਂ ਦੇ ਹਾਲਾਤ ਆ ਉਹਦੇ ਵਿੱਚ ਮਤਲਬ ਕੋਈ ਵੱਡੀ ਗੱਲ ਨਹੀਂ ਕਿ ਟਾਈਮ ਲੱਗ ਰਿਹਾ ਕਿਉਂਕਿ ਇਮੀਗ੍ਰੇਸ਼ਨ ਜਿਹੜੀ ਆ ਉਹ 'ਚ ਡਿਲੇ ਚੱਲ ਰਹੀ ਆ ਓਬਵੀਅਸਲੀ। ਸਰ ਪਰ ਇਹ ਜਿਹੜੀ ਕੈਟਾਗਰੀ ਇਹਨਾਂ ਦੀ ਹੈਗੀ ਆ ਉਹ ਬੈਨ ਥੱਲੇ ਨਹੀਂ ਆਉਂਦੀ। ਜਿਹੜੀ ਅਸੈਲਮ ਵਾਲੀ ਕੈਟਾਗਰੀ ਆ ਜਿਹੜਾ ਇਮੀਗ੍ਰੇਸ਼ਨ ਬੈਨ ਲਾਇਆ ਪ੍ਰੈਜ਼ੀਡੈਂਟ ਟਰੰਪ ਨੇ ਉਹਦੇ ਵਿੱਚ ਨਹੀਂ ਆਉਂਦੇ ਇਹ। ਸੋ ਇਸ ਕਰਕੇ ਇਹਨਾਂ ਨੂੰ ਇਮੀਗ੍ਰੇਸ਼ਨ ਨਾਲ ਕੰਟੈਕਟ ਕਰਨਾ ਚਾਹੀਦਾ, ਉਹ ਦੱਸ ਸਕਦੇ ਵੀ ਕਿਉਂ ਡਿਲੇ ਆ। ਬਿਲਕੁਲ ਸਰ। ਜਿਵੇਂ ਤੁਸੀਂ ਬੈਨ ਦੀ ਗੱਲ ਕਰ ਰਹੇ ਹੋ, ਤੁਸੀਂ ਡਿਲੇ ਦੀ ਗੱਲ ਕਰ ਰਹੇ ਹੋ ਕਿ ਐਪਲੀਕੇਸ਼ਨ ਪ੍ਰੋਸੈਸਿੰਗ ਦੇ ਵਿੱਚ ਤਾਂ ਡਿਲੇ ਹੋ ਹੀ ਰਿਹਾ, ਪਰ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਲੱਗ ਨਹੀਂ ਰਿਹਾ ਕਿ ਇਮੀਗ੍ਰੇਸ਼ਨ ਦੀਆਂ ਫੀਸਾਂ ਦੇ ਵਿੱਚ ਵੀ ਸ਼ਾਇਦ ਵਾਧਾ ਹੋ ਸਕਦਾ ਜਿਸ ਪ੍ਰਕਾਰ ਦੇ ਨਾਲ ਲਗਾਤਾਰ ਐਵੇਂ ਦੇ ਡਿਸੀਜਨ ਸਾਹਮਣੇ ਆ ਰਹੇ ਨੇ? ਗੱਲ ਕਰਾਂਗੇ ਜੀ ਇਹਦੇ ਬਾਰੇ। ਇੱਕ ਦਰਸ਼ਕ ਪਹਿਲਾਂ ਹੋਰ ਜੁੜ ਚੁੱਕੇ ਨੇ। ਹੈਲੋ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ ਸਰ? ਹਾਂਜੀ ਮੈਂ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ। ਜੀ ਦੱਸੋ ਕੀ ਪੁੱਛਣਾ? ਮੈਂ ਸਰਦਾਰ ਜਸਪ੍ਰੀਤ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਮੇਰੀ ਵਾਈਫ ਕੈਲੀਫੋਰਨੀਆ ਦੀ ਪੀਆਰ ਹੈਗੀ ਹੈ ਤੇ ਸਿਟੀਜ਼ਨਸ਼ਿਪ ਲਈ ਅਪਲਾਈ ਕੀਤਾ ਸੀਗਾ ਲਾਸਟ ਈਅਰ ਨਵੰਬਰ 'ਚ ਤੇ ਉਹਨਾਂ ਦੇ ਫਿੰਗਰਪ੍ਰਿੰਟ ਦਸੰਬਰ 'ਚ ਹੋ ਚੁੱਕੇ ਨੇ ਤੇ ਅਜੇ ਤੱਕ ਕੋਈ ਮਤਲਬ ਕਿ ਰਿਸਪੌਂਸ ਨਹੀਂ ਮਿਲਿਆ ਤੇ ਕਿੰਨਾ ਟਾਈਮ ਲੱਗ ਸਕਦਾ? ਜੀ ਸਰ ਆਪਾਂ ਕੁਝ ਪੁੱਛਣਾ ਜਾਂ ਆਨਸਰ ਦਈਏ? ਇਹ ਆਨਸਰ ਦੇ ਦਿੰਦੇ ਨੇ। ਬਿਲਕੁਲ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਜਸਪ੍ਰੀਤ ਜੀ। ਹਾਂਜੀ ਇਹਨਾਂ ਦਾ ਇਹ ਆ ਵੀ ਇਹ ਕਹਿੰਦੇ ਵੀ ਸਿਟੀਜ਼ਨਸ਼ਿਪ ਦਾ ਅਪਲਾਈ ਕੀਤਾ ਉਹਨੂੰ ਅੱਜ ਕੱਲ੍ਹ ਜਿਹੜਾ ਵੈਸੇ ਤਾਂ ਨਾਰਮਲ ਟਾਈਮ ਸੀ ਉਹ 4 ਤੋਂ 5 ਮਹੀਨੇ ਆ, ਪਰ ਇਹਦੇ ਕਰਕੇ ਇਮੀਗ੍ਰੇਸ਼ਨ ਬੰਦ ਰਹੀ ਆ ਹੁਣ ਬਹੁਤ ਮਹੀਨੇ। ਤੇ ਜਿਵੇਂ ਹੁਣ ਆ ਮਾਰਚ ਤੋਂ ਲੈ ਕੇ ਜੂਨ 4 ਤੱਕ ਤੇ ਹੁਣ ਵੀ ਜਿਵੇਂ ਇੱਥੇ ਹੁਣ ਬਹੁਤ ਜ਼ਿਆਦਾ ਕੇਸ ਕੋਵਿਡ ਦੇ ਵੱਧ ਰਹੇ ਆ ਤੇ ਇਹ ਵੀ ਹੋ ਸਕਦਾ ਕਿ ਜਿਹੜੇ ਇਮੀਗ੍ਰੇਸ਼ਨ ਦੇ ਆਫਿਸਿਸ ਨੇ ਖਾਸ ਕਰਕੇ ਕੈਲੀਫੋਰਨੀਆ 'ਚ ਹੋ ਗਏ, ਨਿਊਯਾਰਕ 'ਚ ਹੋ ਗਏ ਜਾਂ ਟੈਕਸਸ 'ਚ ਹੋ ਗਏ, ਐਰੀਜ਼ੋਨਾ ਜਿੱਥੇ ਵੱਧ ਰਹੇ ਕੇਸ, ਫਲੋਰੀਡਾ, ਉੱਥੇ ਉਹ ਡਿਲੇ ਹੋਵੇ। ਸੋ ਇਹਨਾਂ ਦੀ ਜਿਹੜੀ ਆ ਉਹ ਡਿਲੇ ਸਿਰਫ ਇਹਦੇ ਕਰਕੇ ਆ, ਕਰੋਨਾ ਵਾਇਰਸ ਕਰਕੇ, ਹੋਰ ਕੋਈ ਗੱਲ ਨਹੀਂ। ਤੇ ਮੈਨੂੰ ਲੱਗਦਾ ਵੀ ਇਹਨਾਂ ਦੀ ਮਤਲਬ ਕਮਿੰਗ ਮਹੀਨਿਆਂ ਦੇ ਵਿੱਚ ਹੋ ਸਕਦਾ ਮਹੀਨੇ 2 ਮਹੀਨੇ ਦੇ ਵਿੱਚ ਇੰਟਰਵਿਊ ਡੇਟ ਆ ਸਕਦੀ ਹੈ। ਤੇ ਬਾਕੀ ਜਿਹੜੀ ਹੈਗੀ ਆ ਇਹ ਤੇ ਵੀ ਕੋਈ ਜਿਵੇਂ ਆਪਾਂ ਗੱਲ ਕਰਦੇ ਹਾਂ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਬੈਨ ਆ ਉਹ ਤਾਂ ਕੋਈ ਅਸਰ ਨਹੀਂਗਾ, ਇਹ ਬੈਨ ਦੇ ਅੰਡਰ ਕੈਟਾਗਰੀ ਨਹੀਂ ਆਉਂਦੀ। ਪਲੱਸ ਜਿਹੜੇ ਅਮਰੀਕਾ ਦੇ ਵਿੱਚ ਪ੍ਰੈਜ਼ੈਂਟ ਨੇ ਉਹਨਾਂ ਤੇ ਉਹ ਬੈਨ ਦਾ ਕੋਈ ਅਸਰ ਨਹੀਂ। ਸੋ ਇਸ ਕਰਕੇ ਇਹਦਾ ਨਾਰਮਲ ਡਿਲੇ ਆ ਇਮੀਗ੍ਰੇਸ਼ਨ ਦੀ ਇਹਦੇ ਕਰਕੇ ਬਿਕੋਜ਼ ਆਫ ਕੋਵਿਡ। ਸੋ ਇਹਨਾਂ ਨੂੰ ਵੇਟ ਕਰਨੀ ਚਾਹੀਦੀ ਹੈ। ਫੀਸਾਂ ਦੇ ਬਾਰੇ ਵਿੱਚ ਗੱਲ ਕਰ ਰਹੀ ਸੀ, ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਮੀਗ੍ਰੇਸ਼ਨ ਦੀਆਂ ਫੀਸਾਂ ਦੇ ਵਿੱਚ ਵੀ ਵਾਧਾ ਹੋ ਸਕਦਾ ਆ? ਬਿਲਕੁਲ ਹੋ ਸਕਦਾ ਜੀ, ਕਿਉਂਕਿ ਇਮੀਗ੍ਰੇਸ਼ਨ ਵਾਲੇ ਜਿਹੜਾ USCIS ਉਹ ਕਹਿ ਰਹੀ ਹੈ ਵੀ ਸਾਡੇ ਕੋਲ ਆਪਣੇ ਆਫਿਸਰਸ ਨੂੰ ਜਿਹੜੀਆਂ ਹੈਗੀਆਂ ਤਨਖਾਹਾਂ ਦੇਣ ਲਈ ਪੈਸੇ ਹੈ ਨਹੀਂਗੇ। ਤੇ $1.2 ਬਿਲੀਅਨ ਉਹਨਾਂ ਨੇ ਜਿਹੜੀ ਏਡ ਮੰਗੀ ਆ ਤੇ ਉਹ ਜੇ ਏਡ ਉਹਨਾਂ ਨੂੰ ਨਹੀਂ ਮਿਲਦੀ ਉਹਨਾਂ ਦੇ ਕਈ ਅਫਸਰ ਜਿਹੜੇ ਹੈਗੇ ਆ ਉਹ ਮਤਲਬ ਉਹਨਾਂ ਨੂੰ ਲੇ ਆਫ ਕਰਨੇ, ਲੇ ਆਫ ਤਾਂ ਨਹੀਂ ਆਪਾਂ ਕਹਾਂਗੇ, ਮਤਲਬ ਛੁੱਟੀ ਤੇ ਭੇਜਣੇ ਪੈਣੇ ਆ। ਤੇ ਉਹਦੇ ਵਾਸਤੇ ਜਿਹੜੀਆਂ ਫੀਸਾਂ ਨੇ ਉਹ ਵੀ ਵਧਣਗੀਆਂ ਤੇ ਇਹਦੇ 'ਚ ਜਿਹੜਾ ਵਾਧਾ ਹੈਗਾ ਉਹ ਜ਼ਰੂਰ ਹੋਏਗਾ ਤੇ ਹੋਏਗਾ ਵੀ ਜ਼ਿਆਦਾ। ਮਤਲਬ ਇਹ ਇਹੋ ਜਿਹਾ ਵਾਧਾ ਨਹੀਂ ਹੋਣ ਲੱਗਿਆ ਵੀ ਐਵੇਂ ਜਿਵੇਂ $25-30 ਜਾਂ $50 ਇੱਕ ਫੀਸ ਪਿੱਛੇ ਵਧਾ ਤੇ ਇਹ ਜ਼ਿਆਦਾ ਵਧਾਉਣਗੇ। ਤੇ ਉਹ ਦੇਖਦੇ ਆ ਹੁਣ ਵੀ ਕੀ ਐਡਮਿਨਿਸਟ੍ਰੇਸ਼ਨ ਕਰਦੀ ਆ। ਇਹ ਡਿਪੈਂਡ ਕਰੇਗਾ ਕਿ ਏਡ ਉਹਨਾਂ ਨੂੰ ਜਿਹੜੀ 1.2 ਬਿਲੀਅਨ ਦੀ ਹੈਗੀ ਆ ਉਹ ਅਗਲੇ ਮਹੀਨੇ ਮਤਲਬ ਜੁਲਾਈ ਦੇ ਵਿੱਚ ਮਿਲਦੀ ਹੈ ਕਿ ਨਹੀਂ ਮਿਲਦੀ। ਤੇ ਲੇਕਿਨ ਫੀਸਾਂ ਦਾ ਵਾਧਾ ਜ਼ਰੂਰ ਹੋਏਗਾ। ਟਾਈਮ ਫਰੇਮ ਨਹੀਂ ਆਪਾਂ ਦੱਸ ਸਕਦੇ ਵੀ ਕਦੋਂ ਹੋਏਗਾ, ਵੀ ਆਹ ਮਹੀਨੇ ਹੋਊਗਾ ਅਗਲੇ ਹੋਊ, ਪਰ ਹੋਏਗਾ ਜ਼ਰੂਰ। ਹਾਂਜੀ ਹਾਂਜੀ। ਸੈਕਟਰਸ ਦੀਆਂ ਕੰਪਨੀਆਂ ਨੇ, ਵੱਡੀਆਂ ਵੱਡੀਆਂ ਕੰਪਨੀਆਂ ਨੇ, ਆਲਰੇਡੀ ਅਸੀਂ ਦੇਖਿਆ ਹੈ ਕਿ 3 ਮਹੀਨੇ ਦੇ ਪੈਂਡੈਮਿਕ ਦੇ ਵਿੱਚ ਆਲਰੇਡੀ ਉਹਨਾਂ ਦਾ ਲੱਕ ਤਾਂ ਲੁੱਟਿਆ ਆ।
ਉਤੋਂ ਦੀ ਜਿਹੜੇ ਹੁਣ ਉਹਨਾਂ ਦੇ ਡਿਜ਼ਰਵਿੰਗ ਕੈਂਡੀਡੇਟ ਸੀ ਉਹਨਾਂ ਨੂੰ ਵੀ ਉਹ ਬੁਲਾ ਨਹੀਂ ਪਾ ਰਹੇ ਇਮੀਗ੍ਰੇਸ਼ਨ ਦੇ ਬੈਨ ਦੇ ਕਰਕੇ। ਕੀ ਉਹ ਨਹੀਂ ਹੁਣ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਹੈਗੇ ਕਿ ਇਸ ਤਰ੍ਹਾਂ ਦਾ ਬੈਨ ਨਾ ਕੀਤਾ ਜਾਵੇ ਕਿ ਸਾਨੂੰ ਇੱਥੇ ਟੈਲੈਂਟ ਨਹੀਂ ਮਿਲ ਪਾ ਰਿਹਾ ਤਾਂ ਹੀ ਅਸੀਂ ਅੱਗੇ ਫੋਰਨ ਵਰਕਰਸ ਦੀ ਉਡੀਕ ਦੇ ਵਿੱਚ ਹੈਗੇ ਹਾਂ? ਨਹੀਂ ਕਰ ਰਹੇ ਆ ਜੀ, ਉਹਨਾਂ ਨੇ ਤਾਂ ਇਸ ਗੱਲ ਨੂੰ ਪ੍ਰੋਟੈਸਟ ਕੀਤਾ, ਸਾਰਿਆਂ ਨੇ ਕੀਤਾ, ਗੂਗਲ ਵਾਲਿਆਂ ਨੇ ਕੀਤਾ, ਐਪਲ ਨੇ ਕੀਤਾ, ਤੇ ਯਾਹੂ ਨੇ ਕੀਤਾ, ਮਾਈਕਰੋਸਾਫਟ ਨੇ ਕੀਤਾ, ਜਿੰਨੀਆਂ ਵੱਡੀਆਂ ਕੰਪਨੀਆਂ ਹੈਗੀਆਂ ਸਾਰਿਆਂ ਨੇ ਕੀਤਾ ਕਿ ਇਹਦੇ ਨਾਲ ਸਾਡਾ ਨੁਕਸਾਨ ਹੋਏਗਾ, ਕਿਉਂਕਿ ਇਹ ਤਾਂ ਮਤਲਬ ਉਹ ਕਹਿੰਦੇ ਅਸੀਂ ਦੇਖਣਾ ਵੀ ਕਿਹਨੂੰ ਰੱਖਣਾ ਕਿਹਨੂੰ ਨਹੀਂ ਰੱਖਣਾ। ਮਤਲਬ ਗੌਰਮੈਂਟ ਕਿਵੇਂ ਕਹਿ ਸਕਦੀ ਹੈ ਕਿ ਜਿਹੜਾ 50,000 ਵਾਲਾ ਜਾਂ 30,000 ਵਾਲਾ ਨੂੰ ਅਮਰੀਕਾ 'ਚੋਂ ਲੱਭ ਲਓ ਤੇ ਜਿਹਦੀ ਸੈਲਰੀ 1.5 ਲੱਖ ਤੋਂ ਉੱਤੇ ਉਹਨੂੰ ਬਾਹਰੋਂ ਲਿਆਓ। ਮਤਲਬ ਇਹ ਤਾਂ ਕੋਈ ਮਤਲਬ ਕ੍ਰਾਈਟੇਰੀਆ ਨਹੀਂ ਹੈਗਾ। ਇਸ ਕਰਕੇ ਉਹ ਕਹਿੰਦੇ ਆ ਵੀ ਅਸੀਂ ਜਿਹੜਾ ਸਾਡੇ ਤੇ ਇਹਦਾ ਇਫੈਕਟ ਹੋਏਗਾ ਤੇ ਉਹ ਇਸ ਗੱਲ ਨੂੰ ਪ੍ਰੋਟੈਸਟ ਕਰ ਰਹੇ ਆ। ਉਹਦਾ ਫਰਕ ਤਾਂ ਪਏਗਾ, ਇਕਨੋਮੀ ਦਾ ਹੀ ਪਏਗਾ। ਬਿਲਕੁਲ ਸਰ, ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ, ਉਹਨਾਂ ਦੇ ਸਵਾਲ ਦਾ ਜਵਾਬ ਲੈ ਲਈਏ। ਸੌਰੀ, ਹੈਲੋ ਸਤਿ ਸ਼੍ਰੀ ਅਕਾਲ ਜੀ। ਮੇਰੇ ਬ੍ਰਦਰ ਗ੍ਰੀਨ ਕਾਰਡ ਹੋਲਡਰ ਨੇ, ਬਟ ਹੀ ਰਾਈਟ ਨਾਓ ਇਨ ਇੰਡੀਆ, ਪ੍ਰੋਸੈਸ ਨੇ। ਉਹਨਾਂ ਨੂੰ ਤੇ ਕੋਈ ਦਿੱਕਤ ਨਹੀਂ ਆਉਗੀ ਇਹ ਬੈਨ ਕਰਕੇ? ਕਿੰਨਾ ਟਾਈਮ ਹੋ ਗਿਆ ਜੀ ਉਹਨਾਂ ਨੂੰ ਉੱਥੇ ਸਟਕ ਹੋਇਆ ਨੂੰ? ਉਹਨਾਂ ਨੂੰ ਅਰਾਊਂਡ ਮੋਰ ਦੈਨ 5 ਮੰਥਸ ਹੋ ਗਏ। ਮੋਰ ਦੈਨ 5 ਮੰਥਸ। ਜਸਪ੍ਰੀਤ ਜੀ ਕੁਝ ਪੁੱਛਣਾ ਚਾਹੋਗੇ ਤੁਸੀਂ ਆ ਟੀਵੀ ਸਕਰੀਨ ਤੇ ਨਹੀਂ ਆਪਾਂ ਜਵਾਬ ਦੇ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਹਾਂਜੀ, ਇਹਦੇ ਬਾਰੇ ਆਪਾਂ ਹੁਣ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਥੋੜੀ ਦੇਰ ਪਹਿਲਾਂ ਕਿ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹਨੂੰ 6 ਮਹੀਨੇ 'ਚ ਮੁੜਨਾ ਪੈਂਦਾ, ਪਰ ਸਾਲ ਦੇ ਵਿੱਚ ਤਾਂ ਉਹਨੂੰ ਬਿਲਕੁਲ ਹੀ ਵਾਪਸ ਆਉਣਾ ਚਾਹੀਦਾ। ਇਹ ਸਾਲ ਤੋਂ ਉੱਤੇ ਰਹਿ ਜਾਂਦਾ ਤਾਂ ਗ੍ਰੀਨ ਕਾਰਡ ਕੈਂਸਲ ਹੋ ਸਕਦਾ। ਤੇ ਜੇ ਉਹ 6 ਮਹੀਨੇ ਤੋਂ ਓਵਰ ਵੀ ਹੋ ਜਾਵੇ, ਮਹੀਨਾ 2 ਮਹੀਨੇ, ਤੇ ਉਹਦੇ ਕੋਲ ਰੀਜ਼ਨ ਹੈਗਾ ਕੋਈ ਵੈਲਿਡ ਰੀਜ਼ਨ, ਜਿਵੇਂ ਮੇਨ ਰੀਜ਼ਨ 3 ਹੀ ਹੁੰਦੇ ਆ ਵੀ ਇੱਕ ਤਾਂ ਇਹ ਵੀ ਫਲਾਈ ਨਹੀਂ ਕਰ ਸਕਿਆ, ਇੱਕ ਇਹ ਆ ਵੀ ਉਹ ਬਿਮਾਰ ਹੈ ਜਾਂ ਕਿਸੇ ਡਾਕਟਰ ਨੇ ਕਿਹਾ ਵੀ ਨਾ ਜਾ, ਉਹਨੇ ਆਪਰੇਸ਼ਨ ਕਰਾਇਆ, ਤੀਜਾ ਹੈਗਾ ਪਾਸਪੋਰਟ ਇੰਡੀਆ ਐਕਸਪਾਇਰ ਹੋ ਗਿਆ ਤਾਂ ਰਿਨਿਊ ਕਰਾਉਣਾ। ਤਾਂ ਜੇ ਇਹ ਰੀਜ਼ਨ ਹੈਗੇ ਇਹਨਾਂ ਕੋਲ ਟਿਕਟ ਹੈਗੀ ਫਰਜ਼ ਕਰਾਉਣ ਦੀ ਤੇ ਉਹਦੇ ਕਰਕੇ ਫਲਾਈ ਨਹੀਂ ਕਰ ਸਕੇ ਕਰੋਨਾ ਵਾਇਰਸ ਕਰਕੇ, ਤਾਂ ਫਿਰ ਕੋਈ ਪ੍ਰੋਬਲਮ ਨਹੀਂ ਹੈਗੀ। ਉਹ ਜੇ 6 ਮਹੀਨੇ ਤੋਂ ਓਵਰ ਵੀ ਹੋ ਜਾਣ ਤਾਂ ਆ ਸਕਦੇ ਆ। ਪਰ ਇਹਨਾਂ ਨੂੰ ਜਿਹੜੇ ਗ੍ਰੀਨ ਕਾਰਡ ਹੋਲਡਰ ਉੱਥੇ ਸਟਕ ਹੋਏ ਨੇ, ਇਹਨਾਂ ਨੂੰ ਇੱਕ ਜਿਹੜਾ ਲੋਕਡਾਊਨ ਖੁੱਲ੍ਹਣ ਦੀ ਵੇਟ ਕਰਨ ਦੀ ਲੋੜ ਨਹੀਂ ਹੈਗੀ। ਇਹਨਾਂ ਨੂੰ ਚਾਹੀਦਾ ਕਿ ਉੱਥੇ ਸਟੇਟ ਡਿਪਾਰਟਮੈਂਟ ਦੇ ਨਾਲ ਕੰਟੈਕਟ ਕਰਨ। ਸਟੇਟ ਡਿਪਾਰਟਮੈਂਟ ਦੀ ਵੈਬਸਾਈਟ ਦੇ ਉੱਤੇ ਫੋਨ ਨੰਬਰ ਲਿਖਿਆ, ਉਹਨਾਂ ਨੂੰ ਫੋਨ ਕਰਨ, ਅੰਬੈਸੀ ਨੂੰ ਫੋਨ ਕਰਨ ਤੇ ਉਹਨਾਂ ਨੂੰ ਕਹਿਣ ਅਸੀਂ ਸਟਕ ਆ, ਤੇ ਇਹਨਾਂ ਨੂੰ ਉਹ ਚਾਰਟਰ ਫਲਾਈਟਾਂ ਦੇ ਰਾਹੀਂ ਇੱਥੇ ਲਿਆ ਸਕਦੇ ਆ। ਕਿਉਂਕਿ ਗ੍ਰੀਨ ਕਾਰਡ ਹੋਲਡਰ ਤੇ ਜਿਹੜਾ ਸਿਟੀਜ਼ਨ ਹੈ, ਜੇ ਉਹ ਸਟਕ ਹੋ ਗਿਆ ਆਉਣਾ ਚਾਹੁੰਦਾ ਤਾਂ ਉਹਨੂੰ ਜਿਹੜੀ ਅਮਰੀਕਨ ਗਵਰਨਮੈਂਟ ਹੈਲਪ ਕਰ ਰਹੀ ਹੈ ਲਿਆਉਣ ਦੀ। ਇਹਨਾਂ ਨੂੰ ਇਹੀ ਆ ਵੀ ਉੱਥੋਂ ਲਿਆਉਣ ਦੀ ਕੋਸ਼ਿਸ਼ ਕਰਨ ਜਿੰਨੀ ਜਲਦੀ ਹੋ ਸਕਦਾ। ਜੀ ਬਿਲਕੁਲ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ? ਮੈਂ ਇੱਥੋਂ ਆਪਣਾ ਮਿਸ਼ੀਗਨ ਤੋਂ ਬੋਲ ਰਿਹਾ ਜੀ ਸਰ, ਦੱਸੋ ਕੀ ਪੁੱਛਣਾ? ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੀ, ਅਸੀਂ ਜਿੱਦਾਂ 10 ਸਾਲ ਤੋਂ ਟੂਰਿਸਟ ਵੀਜ਼ੇ ਤੇ ਆਏ ਸੀਗੇ, 10 ਸਾਲ ਹੋ ਗਏ, 13 ਸਾਲ ਹੀ ਹੋ ਗਏ ਅੱਬਲ ਤਾਂ ਮੇਰੇ ਹਿਸਾਬ ਨਾਲ। ਮੇਰੇ 2 ਬੇਟੀਆਂ ਇੱਥੇ ਬੋਰਨ ਹੋਈਆਂ ਆ ਤੇ 2 ਇੰਡੀਆ ਤੋਂ ਆਈਆਂ ਸੀ, ਛੋਟੇ ਹੁੰਦੀਆਂ ਹੀ। ਮੇਰੇ ਹਿਸਾਬ ਨਾਲ 3 ਸਾਲ ਦੀਆਂ ਹੋਈਆਂ ਜੀ। ਤੇ ਕਿੱਦਾਂ ਸਾਡਾ ਕੁਝ ਬਣ ਸਕਦਾ ਜਿੱਦਾਂ ਹੀ? ਜੀ ਜਸਪ੍ਰੀਤ ਜੀ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਪ ਆਨਸਰ ਦਈਏ? ਨਹੀਂ ਆਪਾਂ ਹਾਂਜੀ ਆਨਸਰ ਦੇ ਦਿੰਦੇ। ਬਿਲਕੁਲ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਜਿਹੜੇ ਤੁਸੀਂ ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ। ਟੀਵੀ ਸਕਰੀਨ ਤੇ ਤੁਸੀਂ ਆਪਦੇ ਸਵਾਲ ਦਾ ਜਵਾਬ ਸੁਣ ਸਕਦੇ ਹੋ। ਥੈਂਕ ਯੂ ਸਰ। ਸਰ, ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ, ਉਹਨਾਂ ਦਾ ਵੀ ਸਵਾਲ ਲੈ ਲਈਏ। ਹੈਲੋ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਜੀ ਸਨੋਜੇ ਤੋਂ ਬੋਲ ਰਿਹਾ ਜੀ, ਕੈਲੀਫੋਰਨੀਆ ਤੋਂ ਜੀ। ਜੀ ਬਹੁਤ ਬਹੁਤ ਸਵਾਗਤ ਹੈ, ਦੱਸੋ ਕੀ ਪੁੱਛਣਾ? ਹਾਂਜੀ, ਮੈਂ ਪੁੱਛਣਾ ਸੀ ਜਿਹੜਾ ਆਪਣਾ ਯੂ ਵੀਜ਼ੇ ਵਾਲਾ ਜੀ, ਉਹ ਬੱਚੇ ਕਿਹੜੇ ਨੇ ਉਹ ਕਿੰਨੇ ਸਾਲ ਤੱਕ ਇੱਥੇ ਆ ਸਕਦੇ ਆ ਜੀ ਯੂ ਵੀਜ਼ੇ ਵਿੱਚ ਜੀ? ਯੂ ਵੀਜ਼ਾ ਦੇ ਅੰਡਰ ਬੱਚਿਆਂ ਦੀ ਏਜ ਜੀ? ਹਾਂਜੀ, ਬੱਚਿਆਂ ਦੀ ਏਜ ਹੈ ਜੀ, ਗੁੜੀਆ 16 ਸਾਲ ਦੀ ਹੈ ਤੇ ਬੇਟਾ 17 ਸਾਲ ਦਾ ਜੀ। ਤੇ ਸਾਡਾ ਜਿਹੜਾ ਯੂ ਵੀਜ਼ਾ ਉਹਨੂੰ ਜਾਨੀ ਕਿ 3 ਸਾਲ ਹੋ ਗਏ ਨੇ ਜੀ ਲੱਗੇ ਨੂੰ। ਓਕੇ, ਉਹਦਾ ਪੁੱਛਣਾ ਸੀਗਾ ਜੀ ਮੈਂ। ਜਸਪ੍ਰੀਤ ਜੀ ਆਪਾਂ ਆਨਸਰ ਦੇਣਾ ਜਾਂ ਕੁਝ ਪੁੱਛਣਾ ਇਹਨਾਂ ਤੋਂ? ਹਾਂਜੀ ਆਨਸਰ ਦੇ ਸਕਦੇ। ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਸਰ। ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਓਕੇ ਸਰ, ਮਿਸ਼ੀਗਨ ਤੋਂ ਸਰ ਪਹਿਲਾਂ ਜਿਨ੍ਹਾਂ ਦੀ ਕਾਲ ਆਈ ਸੀ ਉਹਨਾਂ ਦਾ ਜਵਾਬ ਦੇ ਦਈਏ, ਜਿਨ੍ਹਾਂ ਨੇ ਕਿਹਾ ਕਿ 10 ਸਾਲ ਹਾਂਜੀ ਉਹਨਾਂ ਦੀ ਆਪਸ਼ਨਸ ਹੈਗੀਆਂ ਨੇ ਤੇ ਉਹਦੇ ਬਾਰੇ ਉਹ ਡਿਟੇਲ ਦੇ ਵਿੱਚ ਆਪਣੀ ਜਿਹੜੀ ਸਾਰੀ ਸਿਚੁਏਸ਼ਨ ਡਿਸਕਸ ਕਰਨ ਲਈ ਮੈਨੂੰ ਫੋਨ ਕਰਨ। ਤੇ ਮੇਰਾ ਨੰਬਰ ਹੈਗਾ 9179154142 ਤੇ ਉਹਨਾਂ ਨੂੰ ਬੇਨਤੀ ਆ ਵੀ ਆਹ ਪ੍ਰੋਗਰਾਮ ਤੋਂ ਬਾਅਦ ਜਿਵੇਂ ਹੁਣ ਤੋਂ ਅੱਧੇ ਪੌਣੇ ਘੰਟੇ ਤੱਕ ਮੈਨੂੰ ਫੋਨ ਕਰ ਲੈਣ, ਮੈਂ ਉਹਨਾਂ ਨੂੰ ਡਿਟੇਲ ਦੱਸ ਦਾਂਗਾ। ਔਰ ਉਹਨਾਂ ਦੇ ਬੱਚੇ ਇੱਥੇ ਬੋਰਨ ਨੇ ਅਮਰੀਕਾ ਦੇ ਵਿੱਚ ਤੇ ਆਏ ਨੂੰ 10 ਸਾਲ ਤੋਂ ਉੱਤੇ ਹੋ ਗਏ। ਇਹ 'ਚ ਆਪਸ਼ਨਸ ਹੈਗੀਆਂ, ਪਰ ਹਰੇਕ ਦੀ ਸਿਚੁਏਸ਼ਨ ਡਿਫਰੈਂਟ ਹੁੰਦੀ ਆ। ਉਹ ਸਿਚੁਏਸ਼ਨ ਸਮਝ ਕੇ ਕਿ ਇਹ ਮਤਲਬ ਕਿਸ ਤਰ੍ਹਾਂ ਆਏ ਆ, ਕਿਹੜੇ ਹਾਲਾਤ 'ਚ ਇੱਥੇ ਰਹੇ ਆ, ਉਸ ਤੋਂ ਬਾਅਦ ਇਹਨਾਂ ਨੇ ਕੁਝ ਅਪਲਾਈ ਕੀਤਾ ਕਿ ਨਹੀਂ ਕੀਤਾ, ਤੇ ਇਹਨਾਂ ਦੇ ਬੱਚੇ ਸਕੂਲ ਜਾ ਰਹੇ ਆ ਤੇ ਜਾਂ ਉਹਨਾਂ ਨੂੰ ਕੋਈ ਮੈਡੀਕਲ ਪ੍ਰੋਬਲਮ ਹੈ ਬੱਚਿਆਂ ਨੂੰ, ਜਿਵੇਂ ਕਿ ਇਹਨੂੰ ਐਲਰਜੀ ਹੁੰਦੀ ਹੈ ਜਾਂ ਕੋਈ ਮੈਡੀਕਲ ਕੰਡੀਸ਼ਨ ਹੁੰਦੀ ਹੈ ਹੋਰ ਕਿਸਮ ਦੀ,
ਬ੍ਰੌਂਕਾਈਟਿਸ ਹੁੰਦਾ ਜਾਂ ਹਾਰਟ ਪ੍ਰੋਬਲਮ ਵੀ ਉਹ ਕੋਈ ਹੈਗੀ ਆ, ਤਾਂ ਉਹ ਸਾਰੀਆਂ ਗੱਲਾਂ ਦਾ ਇਫੈਕਟ ਪੈਂਦਾ। ਉਹ ਤੇ ਇਹਨਾਂ ਦਾ ਰੈਕਡ ਕੋਈ ਕ੍ਰਿਮੀਨਲ ਰੈਕਡ ਤਾਂ ਨਹੀਂ ਹੈਗਾ, ਉਹ ਸਾਰਾ ਪੁੱਛ ਕੇ ਇਹਨਾਂ ਨੂੰ ਅਸੀਂ ਜਿਹੜਾ ਜਵਾਬ ਦੇ ਦਾਂਗੇ, ਮੈਨੂੰ ਫੋਨ ਕਰ ਲੈਣ। ਤੇ ਜਿਹੜੇ ਦੂਸਰੇ ਜਿਹੜੇ ਕਾਲਰ ਸੀਗੇ, ਉਹਨਾਂ ਦਾ ਜਿਹੜਾ ਕੁਐਸਚਨ ਸੀਗਾ ਯੂ ਵੀਜ਼ੇ ਦਾ, ਉਹ ਇਹ ਆ ਵੀ ਯੂ ਵੀਜ਼ੇ ਨੂੰ ਅੱਜ ਕੱਲ੍ਹ ਟਾਈਮ ਲੱਗ ਰਿਹਾ। ਜਿਵੇਂ ਇਹਨਾਂ ਨੇ ਕਿਹਾ ਵੀ 3 ਸਾਲ ਹੋ ਗਏ, ਇਹਦੀਆਂ 2 ਸਟੇਜਸ ਹੁੰਦੀਆਂ, ਪਹਿਲਾਂ ਅਪਰੂਵ ਹੁੰਦਾ, ਉਸ ਤੋਂ ਬਾਅਦ ਤੇ ਗ੍ਰੀਨ ਕਾਰਡ ਅਪਲਾਈ ਹੁੰਦਾ। ਸੋ ਇਹ ਤੇ ਟਾਈਮ ਜਿਹੜਾ ਹੈਗਾ ਹੋਰ ਵੀ ਲੱਗੇਗਾ। ਜਿਹੜੇ ਬੱਚੇ ਨੇ, ਜਦੋਂ ਇਹਨਾਂ ਦਾ ਕੇਸ ਅਪਰੂਵ ਹੁੰਦਾ, ਉਸ ਤੋਂ ਬਾਅਦ ਜਿਹੜੀ ਅਮਰੀਕਾ 'ਚ ਆਮ ਨੋਰਮਲ ਇਮੀਗ੍ਰੇਸ਼ਨ ਆ ਬੱਚਿਆਂ ਦੀ 21 ਸਾਲ ਤੱਕ ਆ। ਜਿਹੜੇ 21 ਸਾਲ ਤੱਕ ਬੱਚੇ ਆ ਉਹ ਮਤਲਬ ਆ ਸਕਦੇ ਆ, ਲੇਕਿਨ ਉਹ ਤਾਂ ਕੁਐਸਚਨ ਉਦੋਂ ਰਾਈਜ਼ ਹੋਊ ਜਦੋਂ ਇਹਨਾਂ ਦਾ ਕੇਸ ਅਪਰੂਵ ਹੋਏਗਾ। ਸੋ ਇਹ ਜਦੋਂ ਅਪਰੂਵ ਹੁੰਦਾ ਉਹ ਤੱਕ ਦੇਖਣਾ ਪੈਣਾ ਵੀ ਕੀ ਸਿਚੁਏਸ਼ਨ ਆ, ਤੇ ਆਹ ਜਿਹੜੀ ਇਲੈਕਸ਼ਨ ਹੁਣ ਹੋ ਰਹੀ ਹੈ ਇਹਦੇ 'ਚ ਕੌਣ ਜਿੱਤਦਾ। ਜੇ ਇਹਦੇ 'ਚ ਪ੍ਰੈਜ਼ੀਡੈਂਟ ਟਰੰਪ ਜਿੱਤੇ ਆ ਤਾਂ ਹੋ ਸਕਦਾ ਵੀ ਆਹ ਜਿਹੜੀਆਂ ਕੈਟਾਗਰੀਆਂ ਇਹਨਾਂ ਦਾ ਫਰਦਰ ਬੈਨ ਕੋਈ ਜਾਂ ਕੋਈ ਹੋਰ ਇਹ 'ਚ ਮਤਲਬ ਚੇਂਜਸ ਲੈ ਆਉਣ। ਜੇ ਉਹ ਨਹੀਂ ਜਿੱਤਦੇ ਤਾਂ ਫਿਰ ਹੋਰ ਸਿਚੁਏਸ਼ਨ ਹੋਏਗੀ। ਸੋ ਅਜੇ ਇਹਦੇ ਬਾਰੇ ਮਤਲਬ ਇਹ ਆ ਵੀ ਉਹਨਾਂ ਦਾ ਕੇਸ ਅਪਰੂਵ ਹੋਊਗਾ ਤੇ ਉਸ ਤੋਂ ਬਾਅਦ ਇਹ ਜਿਹੜਾ ਬੱਚਿਆਂ ਦਾ ਜੋ ਕੁਐਸਚਨ ਰਾਈਜ਼ ਹੋਏਗਾ ਉਹਨੂੰ ਟਾਈਮ ਲੱਗੇਗਾ। ਸਰ ਤੁਸੀਂ ਜਿਵੇਂ ਗੱਲ ਕਰ ਰਹੇ ਹੋ ਕਿ ਮੋਸਟਲੀ ਜਿਵੇਂ ਕਿ ਸਰਕਾਰ ਜਿਹੜੇ ਆਪਣੇ ਸਿਟੀਜ਼ਨਸ ਨੇ ਜਾਂ ਫਿਰ ਗ੍ਰੀਨ ਕਾਰਡ ਹੋਲਡਰਸ ਨੇ ਉਹਨਾਂ ਦੇ ਲਈ ਚਾਰਟਰ ਜਿਹੜੀਆਂ ਫਲਾਈਟਸ ਦਾ ਇੰਤਜ਼ਾਮ ਕਰ ਰਹੀ ਹੈ, ਪਰ ਮੋਸਟ ਜਿਹੜਾ ਅਸੀਂ ਦੇਖ ਰਹੇ ਹਾਂ ਕਿ US ਗਵਰਨਮੈਂਟ ਜਿਹੜੀ ਆ ਕੋਈ ਵੀ ਸਪੈਸ਼ਲ ਫਲਾਈਟਸ ਨੂੰ ਵੀ ਜਿਹੜਾ ਆ ਹੁਣ ਆਉਣ ਦੀ ਇਜਾਜ਼ਤ ਨਹੀਂ ਦੇ ਰਹੀ ਹੈਗੀ। ਸੋ ਅਜਿਹੇ ਵਿੱਚ ਜਿਹੜੇ ਉੱਥੇ ਸਟਕ ਹੋਏ ਨੇ ਤੇ ਉਹਨਾਂ ਲਈ ਉਹ ਕੀ ਕੀਤਾ ਜਾ, ਉਹ ਕੀ ਕਰਨ, ਉਹਨਾਂ ਲਈ ਕੋਈ ਤੁਸੀਂ ਕੁਝ ਕਹਿਣਾ ਚਾਹੋਗੇ? ਦੇਖੋ ਉਹਨਾਂ ਦੇ ਕੋਲ ਤਾਂ ਕੋਰਸ 2 ਹੀ ਨੇ, ਜਾਂ ਤਾਂ ਵੇਟ ਕਰਨ, ਤੇ ਹੁਣ ਜਿਹਨੂੰ ਤਾਂ ਹੁਣ 4 ਮਹੀਨੇ ਹੋਇਆ 5, ਉਹ ਤਾਂ ਮਹੀਨੇ 2 ਮਹੀਨੇ ਹੋਰ ਵੀ ਵੇਟ ਕਰ ਸਕਦਾ, ਕਿਉਂਕਿ ਜਦੋਂ ਕੋਈ ਟਿਕਟ ਹੈਗੀ ਆ ਤਾਂ ਸ਼ੋਅ ਕਰ ਸਕਦਾ ਵੀ 6 ਤੋਂ ਵੱਧ। ਦੇਖੋ ਜੀ ਮੈਨੂੰ 8 ਮਹੀਨੇ ਹੋ ਗਏ। ਪਰ ਜਿਹਦਾ ਸਾਲ ਲੰਘਣ ਵਾਲਾ, ਜਿਵੇਂ ਕਿ ਪਹਿਲਾਂ ਕਾਲ ਆਈ ਸੀ ਵੀ ਸਾਡਾ ਅਗਸਤ 'ਚ ਸਾਲ ਖਤਮ ਹੋ ਜਾਣਾ, ਉਹ ਹੁਣ ਉਹਨਾਂ ਦੀ ਪ੍ਰੋਬਲਮ ਜਿਹੜੀ ਆ ਉਹ ਇਹ ਆ ਵੀ ਉਹਨਾਂ ਨੂੰ ਜ਼ਰੂਰ ਚਾਹੀਦਾ ਵੀ ਸਟੇਟ ਡਿਪਾਰਟਮੈਂਟ ਨਾਲ ਕੰਟੈਕਟ ਕਰਨ ਜਾਂ ਐਮਬੈਸੀ ਨਾਲ ਕਰਨ, ਉਹਨਾਂ ਨੂੰ ਕਹਿਣ ਵੀ ਸਾਡਾ ਟਾਈਮ ਖਤਮ ਹੋਣ ਵਾਲਾ, ਸਾਨੂੰ ਜੇ ਕੋਈ ਫਲਾਈਟ ਜਾਂਦੀ ਆ ਅਰੇਂਜ ਕਰਕੇ ਦਿਓ, ਜਾਂ ਐਟਲੀਸਟ ਜੇ ਨਹੀਂ ਵੀ ਅਰੇਂਜ ਕਰਨਗੇ ਤਾਂ ਉਹਨਾਂ ਨੂੰ ਜਦੋਂ ਲਾਕਡਾਊਨ ਖੁੱਲ੍ਹੇਗਾ ਘੱਟੋ ਘੱਟ ਆਉਣ ਦੀ ਪਰਮਿਸ਼ਨ ਤਾਂ ਦੇਣਗੇ ਵੀ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੀ, ਇਹਨਾਂ ਨੇ ਟਰਾਈ ਕੀਤੀ ਸੀ ਆਉਣ ਦੀ। ਕਿਉਂਕਿ ਸ਼ੋਅ ਕਰਨਾ ਪੈਣਾ ਵੀ ਇਹ ਉੱਦਾਂ ਹੀ ਨਹੀਂ ਬੈਠੇ ਰਹੇ, ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਆ। ਸੋ ਇਸ ਕਰਕੇ ਇਹਨਾਂ ਕੋਲ 2 ਚੀਜ਼ਾਂ ਚਾਹੀਦੀਆਂ ਨੇ, ਇੱਕ ਤਾਂ ਉਹਨਾਂ ਕੋਲ ਰਿਟਰਨ ਟਿਕਟ ਜ਼ਰੂਰੀ ਚਾਹੀਦੀ ਆ, ਇੱਕ ਉਹ ਟਰਾਈ ਕਰਨ। ਜੀ ਬਿਲਕੁਲ ਜੀ ਸਰ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ। ਮੈਂ ਪੁੱਛਣਾ ਜੀ, ਜਿਨ੍ਹਾਂ ਦੇ ਇੱਥੇ ਵਰਕ ਪਰਮਿਟ ਐਕਸਪਾਇਰ ਹੋ ਗਏ ਆ COVID-19 ਕਰਕੇ, ਉਹਨਾਂ ਨੂੰ ਲਾਇਸੈਂਸ ਦਿੰਦੇ ਆ ਹੁਣ ਕਿ ਨਹੀਂ ਜੀ? ਜੀ ਸਰ ਤੁਸੀਂ ਕੁਝ ਪੁੱਛਣਾ ਚਾਹੋਗੇ ਜਾਂ ਆਨਸਰ ਦਈਏ? ਆਪਾਂ ਆਨਸਰ ਦੇ ਦਿੰਦੇ ਹਾਂ। ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹਾਂਜੀ ਮੈਡਮ, ਮੈਂ ਸੰਗੀਤ ਜੋਬ ਤੋਂ ਬੋਲਦਾ ਪਿਆ। ਮੇਰਾ ਨਾਮ ਹਰਪ੍ਰੀਤ ਜੀ ਸਰ, ਦੱਸੋ ਕੀ ਪੁੱਛਣਾ? ਹਾਂਜੀ ਮੈਡਮ, ਮੇਰੇ ਗ੍ਰੀਨ ਕਾਰਡ ਫਾਰਮ ਲਾਇਆ ਸੀਗਾ ਤੇ ਮੇਰੇ ਜਿਹੜੇ ਫਿੰਗਰਪ੍ਰਿੰਟ ਸੀਗੇ, ਮੇਰਾ 2018 ਵਿੱਚ ਮੇਰਾ ਕੇਸ ਪਾਸ ਹੋ ਗਿਆ ਸੀਗਾ, ਤਾਂ ਮੈਂ 19 ਵਿੱਚ ਗ੍ਰੀਨ ਕਾਰਡ ਅਪਲਾਈ ਕੀਤਾ ਸੀਗਾ, ਤਾਂ ਦਸੰਬਰ ਵਿੱਚ ਮੇਰੇ ਪਿਛਲੇ ਸਾਲ ਦਸੰਬਰ ਵਿੱਚ ਮੇਰੇ ਫਿੰਗਰਪ੍ਰਿੰਟ ਹੋਏ ਸੀਗੇ। ਗ੍ਰੀਨ ਕਾਰਡ ਆਉਣ ਨੂੰ ਕਿੰਨਾ ਟਾਈਮ ਲੱਗਦਾ, ਮਤਲਬ ਕਿ ਆਹ ਸਾਲ ਦੇ ਵਿੱਚ ਆ ਜਾਊਗਾ ਜਾਂ ਦੇ ਵਿੱਚ ਆਊ ਗ੍ਰੀਨ ਕਾਰਡ ਮੇਰਾ? ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਸਰ ਤੁਸੀਂ ਕੁਝ ਪੁੱਛਣਾ ਤਾਂ ਨਹੀਂ ਇਹਨਾਂ ਤੋਂ? ਨਹੀਂ, ਆਪਾਂ ਜਵਾਬ ਦੇ ਜੀ ਦਿੰਦੇ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਤੇ ਸਰ ਹੁਣ ਆਪਾਂ ਕਾਲਾਂ ਦਾ ਜਵਾਬ ਦਈਏ। ਇਸ ਤੋਂ ਪਹਿਲਾਂ ਕੈਲੀਫੋਰਨੀਆ 'ਚ ਜਿਨ੍ਹਾਂ ਨੇ ਕਿਹਾ ਸੀ ਕੋਵਿਡ ਕਰਕੇ ਜਿਨ੍ਹਾਂ ਦੀ ਵਰਕ ਪਰਮਿਟ ਐਕਸਪਾਇਰ ਹੋ ਗਿਆ, ਕੀ ਉਹਨਾਂ ਨੂੰ ਲਾਇਸੈਂਸ ਇਸ਼ੂ ਹੋ ਸਕਦਾ? ਦੇਖੋ ਜਿਹੜੇ ਲੋਕਾਂ ਦੇ ਪੋਲੀਟੀਕਲ ਅਸਾਈਲਮ ਦੇ ਵਰਕ ਪਰਮਿਟ ਐਕਸਪਾਇਰ ਹੋਏ ਆ, ਜਾਂ ਉਹਨਾਂ ਦੇ ਜਿਵੇਂ ਕਿ ਇਹਦਾ ਮੈਰਿਜ ਕੇਸ ਉਹਦਾ ਐਕਸਪਾਇਰ ਹੋ ਗਿਆ, ਉਹਨੂੰ ਇਹ ਆ ਵੀ ਜਿਹੜੀ ਰਿਨਿਊਅਲ ਹੈਗੀ ਆ ਉਹਨੂੰ ਅਸਾਈਲਮ ਦੇ ਕੇਸਾਂ ਨੂੰ 5 ਤੋਂ 6 ਮਹੀਨੇ ਲੱਗ ਰਹੇ ਆ। ਜਿਨ੍ਹਾਂ ਨੇ ਦਸੰਬਰ 'ਚ ਅਪਲਾਈ ਕੀਤਾ ਸੀ ਰਿਨਿਊ ਕਰਨ ਲਈ ਜਨਵਰੀ 'ਚ, ਉਹਨਾਂ ਦੇ ਹੁਣ ਆ ਰਹੇ ਆ ਵਰਕ ਪਰਮਿਟ। ਪਰ ਜਦੋਂ ਤੁਸੀਂ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਉਹ 6 ਮਹੀਨੇ ਦਾ ਵਧਾ ਦਿੰਦੇ ਹੋ, ਤੇ ਲੈਟਰ 'ਤੇ ਲਿਖਿਆ ਹੁੰਦਾ ਵੀ ਐਕਸਟੈਂਡ ਕਰਤਾ। ਉਹਦੀ ਬੇਸ ਤੇ ਜਿਹੜੇ ਮੋਟਰ ਵਹੀਕਲ ਡਿਪਾਰਟਮੈਂਟ ਹੈਗੇ ਆ, ਉਹ ਕਈ ਥਾਵਾਂ ਤੇ 3-3 ਮਹੀਨੇ ਦਾ ਟੈਂਪਰੇਰੀ ਜਿਹੜਾ ਹੈਗਾ ਲਾਇਸੈਂਸ ਉਹ ਦੇ ਦਿੰਦੇ ਆ। ਸੋ ਇਹ ਡਿਪੈਂਡ ਕਰਦਾ, ਇਹ ਹਰੇਕ ਮੋਟਰ ਵਹੀਕਲ ਨਹੀਂ ਦਿੰਦਾ, ਇਹਨਾਂ ਨੂੰ ਪਤਾ ਕਰਨਾ ਪਊਗਾ ਜਾ ਕੇ। ਤੇ ਜਦੋਂ ਤੁਸੀਂ ਫਸਟ ਟਾਈਮ ਉਹਨਾਂ ਨੂੰ ਲੈਟਰ ਦਿਖਾਉਂਦੇ ਆ ਰਿਨਿਊਅਲ ਦੀ ਕਿ ਦੇਖੋ ਜੀ ਮੈਂ ਅਪਲਾਈ ਕੀਤਾ ਤੇ ਆਹ ਇਹਦੀ ਰਸੀਦ ਆ, ਤਾਂ ਉਹ 3 ਮਹੀਨੇ ਦਾ ਐਕਸਟੈਂਡ ਕਰ ਸਕਦੇ ਆ। ਉਸ ਤੋਂ ਵੱਧ ਨਹੀਂ ਉਹ ਕਰਦੇ। ਉਨੀ ਦੇਰ ਫਿਰ ਉਸ ਤੋਂ ਬਾਅਦ ਲਾਇਸੈਂਸ ਖਤਮ ਹੋ ਜਾਂਦਾ ਤਾਂ ਵੇਟ ਹੀ ਕਰਨੀ ਪੈਣੀ ਆ। ਇਹਨਾਂ ਨੂੰ ਚਾਹੀਦਾ ਵੀ ਜਾ ਕੇ ਜਿਹੜੀ ਇਹਨਾਂ ਨੂੰ ਪਹਿਲਾਂ ਲੈਟਰ ਆਈ ਆ, ਜਿਹੜੀ ਉਹ ਅਪਲਾਈ ਕੀਤਾ ਇਹਨਾਂ ਨੇ ਵਰਕ ਪਰਮਿਟ ਰਿਨਿਊਅਲ ਦਾ, ਉੱਤੇ ਫੀਸ ਤਾਰੀ ਹੋਣੀ $410, ਉਹਦੀ ਜਿਹੜੀ ਉਹ ਲੈਟਰ ਆ ਰਸੀਦ, ਉਹ ਲੈ ਕੇ ਜਾਣ DMV ਕੋਲ, ਡਿਪਾਰਟਮੈਂਟ ਆਫ ਮੋਟਰ ਵਹੀਕਲ ਕੋਲ। ਉਹ ਇਹਨਾਂ ਨੂੰ ਦੱਸ ਦੇਣਗੇ ਕਿ ਉਹ ਐਕਸਟੈਂਡ ਕਰ ਸਕਦੇ ਆ ਕਿ ਨਹੀਂ, ਪਰ ਆਮ ਤੌਰ 'ਤੇ ਉਹ 3 ਮਹੀਨੇ ਦਾ ਕਰ ਦਿੰਦੇ ਆ। ਇਹਨਾਂ ਨੂੰ ਪਤਾ ਕਰਨਾ ਪੈਣਾ ਵੀ ਉਹ ਇਹਨਾਂ ਦਾ ਹੋ ਸਕਦਾ, ਪਰ ਕਈ ਨਹੀਂ ਵੀ ਕਰਦੇ। ਸੋ ਇਹ ਹਰੇਕ ਦਾ ਆਪੋ ਆਪਣਾ ਹਿਸਾਬ ਆ। ਤੇ ਜਿਹੜੇ ਹਾਂਜੀ, ਤੇ ਇਸ ਤੋਂ ਬਾਅਦ ਦੂਜਾ ਜਿਹੜਾ ਸਵਾਲ ਸੀਗਾ ਤੇ ਉਹਨਾਂ ਦਾ, ਹਾਂਜੀ ਫਿੰਗਰਪ੍ਰਿੰਟਸ ਹੋ ਗਏ ਨੇ। ਹਾਂਜੀ, ਉਹਨਾਂ ਦਾ ਇਹ ਹੈਗਾ ਕਿ ਜਿਹੜਾ ਗ੍ਰੀਨ ਕਾਰਡ ਦੀ ਜਿਹੜੀ
ਜਿਹੜੀ ਇਹਨਾਂ ਨੇ ਆਪਣੀ ਕੈਟਾਗਰੀ ਦੱਸੀ ਹੈ, ਜੇ ਤਾਂ ਇਹਨਾਂ ਦਾ ਇਹ ਆ ਵੀ ਅਸਾਈਲਮ ਦੀ ਬੇਸ ਇਹਨਾਂ ਦਾ ਗ੍ਰੀਨ ਕਾਰਡ ਆ ਵੀ ਅਸਾਈਲਮ ਦਾ ਕੇਸ ਪਾਸ ਹੋ ਗਿਆ, ਸਾਲ ਬਾਅਦ ਇਹਨਾਂ ਨੇ ਗ੍ਰੀਨ ਕਾਰਡ ਅਪਲਾਈ ਕੀਤਾ, ਉਹ ਜਿਹੜਾ ਬੈਨ ਹੈ ਪ੍ਰੈਜ਼ੀਡੈਂਟ ਟਰੰਪ ਦਾ ਉਹਦੇ ਅੰਡਰ ਨਹੀਂ ਆਉਂਦੀ ਕੈਟਾਗਰੀ। ਸੋ ਇਸ ਕਰਕੇ ਇਹਦਾ ਨਾਰਮਲ ਪ੍ਰੋਸੈਸਿੰਗ ਹੈ, ਇਹਨੂੰ ਟਾਈਮ ਲੱਗੇਗਾ। ਫਿੰਗਰਪ੍ਰਿੰਟ ਹੋ ਗਏ, ਉਹ ਟਾਈਮ ਇਸ ਲਈ ਲੱਗ ਰਿਹਾ ਕੋਈ ਇਮੀਗ੍ਰੇਸ਼ਨ ਪਿੱਛੇ ਬੰਦ ਰਹੀ ਆ ਤੇ ਉਹਨਾਂ ਦੀ ਜਿਹੜੀ ਮਤਲਬ ਕੋਵਿਡ ਕਰਕੇ ਹੈਗੀ ਆ ਸਿਚੁਏਸ਼ਨ, ਜਾਂ ਇਹ ਵੀ ਹੋ ਸਕਦਾ ਇਹਨਾਂ ਕੋਲੋਂ ਕੋਈ ਹੋਰ ਇਨਫੋਰਮੇਸ਼ਨ ਮੰਗੀ ਹੋਵੇ ਜਾਂ ਡਾਕੂਮੈਂਟੇਸ਼ਨ ਉਹਨਾਂ ਨੇ, ਉਹ ਇਹਨਾਂ ਨੂੰ ਚਾਹੀਦਾ ਇਮੀਗ੍ਰੇਸ਼ਨ ਨਾਲ ਲਿੰਕ ਕਰਨ। ਉਹਦਾ ਕੋਈ ਇਹ ਨਹੀਂ ਆਪਾਂ ਕਹਿ ਸਕਦੇ ਵੀ ਇਹਨੂੰ 4 ਮਹੀਨੇ ਲੱਗਣਗੇ 6 ਲੱਗਣਗੇ, ਹੋ ਸਕਦਾ ਅਗਲੇ ਮਹੀਨੇ ਆ ਜਾਵੇ ਇਹਨਾਂ ਦਾ। ਇਹਨਾਂ ਨੂੰ ਮਤਲਬ ਪਤਾ ਕਰਨਾ ਚਾਹੀਦਾ ਤੇ ਇਹਦੇ 'ਚ ਕੋਈ ਜਿਹੜੀ ਬੈਨ ਜਾਂ ਕੋਈ ਵੈਸੇ ਡਿਲੇ ਨਹੀਂ ਹੈਗੀ, ਇਹ ਸਿਰਫ ਕੋਵਿਡ ਰਿਲੇਟਡ ਹੀ ਆ, ਉਹਦੇ ਕਰਕੇ ਡਿਲੇ ਹੋ ਸਕਦੀ। ਬਾਕੀ ਇਹਨਾਂ ਨੂੰ ਸਲਾਹ ਇਹੀ ਆ ਵੀ ਇਮੀਗ੍ਰੇਸ਼ਨ ਤੋਂ ਕੰਟੈਕਟ ਕਰਕੇ ਪਤਾ ਕਰਨ ਵੀ ਇੰਨਾ ਟਾਈਮ ਕਿਉਂ ਲੱਗ ਰਿਹਾ। ਬਿਲਕੁਲ ਜੀ, ਤੇ ਨਾਲ ਹੀ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ। ਆਪਣੇ ਦਰਸ਼ਕਾਂ ਨੂੰ ਵੀ ਇਹ ਜ਼ਰੂਰ ਕਹਿਣਾ ਚਾਹਾਂਗੇ ਕਿਉਂਕਿ ਇਸ ਵਕਤ ਅਸੀਂ ਦੇਖ ਰਹੇ ਹਾਂ ਕਿ ਕਾਫੀ ਅਲੱਗ-ਅਲੱਗ ਕੈਟਾਗਰੀਜ਼ ਦੇ ਉੱਤੇ ਜਿਹੜਾ ਬੈਨ ਇਸ ਵਕਤ ਯੂਐਸ ਪ੍ਰਸ਼ਾਸਨ ਦੇ ਵੱਲੋਂ ਲਗਾਇਆ ਜਾ ਰਿਹਾ, ਮਿਸਟਰ ਪ੍ਰੈਜ਼ੀਡੈਂਟ ਟਰੰਪ ਵੱਲੋਂ ਲਗਾਇਆ ਜਾ ਰਿਹਾ। ਸੋ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਸਲਾਹ ਲੈਣੀ ਹੈ ਤਾਂ ਜਸਪ੍ਰੀਤ ਜੀ ਨੂੰ ਕਾਲ ਜ਼ਰੂਰ ਕਰਿਓ ਯੂਐਸ ਇਮੀਗ੍ਰੇਸ਼ਨ ਸੰਬੰਧੀ ਕਿਸੇ ਵੀ ਸਲਾਹ ਦੇ ਲਈ, ਕਿਉਂਕਿ ਕਾਫੀ ਲੰਬਾ ਤਜਰਬਾ ਇਹਨਾਂ ਨੂੰ ਰਿਹਾ। ਪਰ ਮੈਂ ਇੱਕ ਵਾਰੀ ਜ਼ਰੂਰ ਚਾਹਾਂਗੀ ਕਿ ਸਾਡੇ ਦਰਸ਼ਕਾਂ ਨੂੰ ਜਿਹੜੇ ਅੱਜ ਨਵੇਂ ਜੁੜੇ ਨੇ ਉਹਨਾਂ ਨੂੰ ਆਪਣੀਆਂ ਸੇਵਾਵਾਂ ਬਾਰੇ ਜ਼ਰੂਰ ਦੱਸ ਦਿਓ, ਕਿਹੜੀਆਂ-ਕਿਹੜੀਆਂ ਸਰਵਿਸਿਜ਼ ਤੁਸੀਂ ਪ੍ਰੋਵਾਈਡ ਕਰਵਾਉਂਦੇ ਹੋ। ਦੇਖੋ, ਇਸ ਤਰ੍ਹਾਂ ਅਸੀਂ ਪਿਛਲੇ 20 ਸਾਲ ਤੋਂ ਉੱਪਰ ਹੋ ਗਏ ਇੱਥੇ ਐਜ਼ ਅਟਰਨੀ ਕੰਮ ਕਰਦੇ ਨਿਊਯਾਰਕ ਤੇ ਕੈਲੀਫੋਰਨੀਆ। ਮੇਰੇ ਆਫਿਸ ਨਿਊਯਾਰਕ 'ਚ ਨੇ ਤੇ ਕੈਲੀਫੋਰਨੀਆ 'ਚ 3 ਦਫ਼ਤਰ ਨੇ। ਮੈਂ ਨਿਊਯਾਰਕ ਤੇ ਕੈਲੀਫੋਰਨੀਆ ਦੋਨੇ ਬਾਰ ਦਾ ਮੈਂਬਰ ਪ੍ਰੈਕਟਿਸ ਕਰਦਾ ਤੇ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਜਿਹੜੀ ਮਦਦ ਕਰਨ ਦਾ ਵਾਹਿਗੁਰੂ ਦੀ ਕਿਰਪਾ ਨਾਲ ਮੌਕਾ ਮਿਲਿਆ। ਤੇ ਬਾਕੀ ਇਹ ਆ ਕਿ ਜਿਹੜੇ ਮੇਰੇ ਆਫਿਸ ਦੇ ਫੋਨ ਹੈਗੇ, ਹੁਣ ਤਾਂ ਆਫਿਸ ਸਾਰੇ ਸਾਡੇ ਖੁੱਲ੍ਹੇ ਆ, ਉੱਥੇ ਕੰਟੈਕਟ ਕਰ ਸਕਦੇ ਆ। ਜਿਹੜਾ ਮੇਰਾ ਆਪਣਾ ਨੰਬਰ ਆ 9179154142, ਇਹ 'ਤੇ ਫੋਨ ਕਰ ਲੈਣ। ਜਿਹੜਾ ਮੇਰਾ ਨਿਊਯਾਰਕ ਵਾਲਾ ਆਫਿਸ ਆ ਉਹਦਾ ਨੰਬਰ ਹੈ 7185338444, ਉੱਤੇ ਕਰ ਲੈਣ। ਜਿਹੜਾ ਕੈਲੀਫੋਰਨੀਆ ਦਾ ਨੰਬਰ ਹੈ 5592715511, ਉੱਤੇ ਕਰ ਲੈਣ। ਸੋ ਮਤਲਬ ਜਿੱਥੇ ਵੀ ਕੰਟੈਕਟ ਕਰਨਾ ਚਾਹਣ, ਕਈ ਈਮੇਲਾਂ ਕਰਦੇ, ਈਮੇਲ ਵੀ ਕਰ ਸਕਦੇ jpsinghatani@gmail ਤੇ ਮੈਂ ਹੁਣ ਜਾਣ ਤੋਂ ਪਹਿਲਾਂ ਇੱਕ ਰੀਕੈਪ ਦੇ ਦਿਆਂ ਜੋ ਅੱਜ ਆਪਾਂ ਗੱਲ ਸਮਰਾਈਜ਼ ਕੀਤੀ ਆ ਵੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਬੈਨ ਲੱਗਿਆ, ਇਹ ਜਿਹੜੀਆਂ ਅੱਗੇ ਕੈਟਾਗਰੀਆਂ ਉਹਨਾਂ ਨੇ ਜੂਨ ਤੱਕ ਬੈਨ ਕੀਤੀਆਂ ਸੀਗੀਆਂ, ਉਹ ਸਾਰੀਆਂ ਕਰਤੀਆਂ ਦਸੰਬਰ ਦੇ ਐਂਡ ਤੱਕ, ਜਿਹਦੇ ਵਿੱਚ ਕਿ ਯੂਐਸ ਸਿਟੀਜ਼ਨ ਦੇ ਜਿਹੜੇ ਹੈਗੇ ਭੈਣ ਭਰਾ, ਯੂਐਸ ਸਿਟੀਜ਼ਨ ਦੇ ਮਾਂ-ਬਾਪ, ਯੂਐਸ ਸਿਟੀਜ਼ਨ ਦੇ 21 ਸਾਲ ਤੋਂ ਉੱਪਰ ਜਿਹੜੇ ਹੈਗੇ ਆ ਉਹ ਅਨਮੈਰਿਡ ਤੇ ਮੈਰਿਡ ਬੱਚੇ, ਇਹਦੇ ਨਾਲ ਜਿਹੜੇ ਗ੍ਰੀਨ ਕਾਰਡ ਹੋਲਡਰਾਂ ਦੇ ਹਸਬੈਂਡ ਵਾਈਫ, 21 ਸਾਲ ਤੋਂ ਘੱਟ ਬੱਚੇ ਤੇ 21 ਸਾਲ ਤੋਂ ਵੱਧ। ਇਹ ਜਿਹੜੀਆਂ ਕੈਟਾਗਰੀਆਂ ਬੈਨ 'ਚ ਨਹੀਂ ਹੈਗੀਆਂ ਉਹ ਹੈਗੀਆਂ ਜਿਹੜਾ ਯੂਐਸ ਸਿਟੀਜ਼ਨ ਉੱਥੇ ਜਾ ਕੇ ਵਿਆਹ ਕਰਦਾ ਇੰਡੀਆ, ਜਾਂ ਇੱਥੇ ਵਿਆਹ ਕਰਦਾ ਕਿਸੇ ਨਾਲ ਜਿਹੜਾ ਵੀਜ਼ਾ ਲੈ ਕੇ ਆਇਆ, ਜਾਂ ਫਿਆਂਸੇ ਵੀਜ਼ਾ ਅਪਲਾਈ ਕਰਦਾ ਯੂਐਸ ਸਿਟੀਜ਼ਨ ਤੇ 21 ਸਾਲ ਤੋਂ ਘੱਟ ਬੱਚਿਆਂ ਦਾ ਅਪਲਾਈ ਕਰਦਾ, ਉਹ ਇਸ ਬੈਨ ਦੇ ਵਿੱਚ ਨਹੀਂ। ਤੇ ਜਾਂ ਜਿਹੜੇ ਅਸਾਈਲਮ ਵਾਲੇ ਬੰਦੇ ਗ੍ਰੀਨ ਕਾਰਡ ਅਪਲਾਈ ਕਰਦੇ ਆ, ਜਾਂ ਜਿਹੜੇ ਅਸਾਈਲਮ ਵਾਲਿਆਂ ਦੇ ਫਰਜ਼ ਕਰੋ ਕੇਸ ਪਾਸ ਹੋਏ, ਉਹਨਾਂ ਨੇ ਆਪਣੀ ਫੈਮਿਲੀਜ਼ ਦਾ ਅਪਲਾਈ ਕੀਤਾ, ਕੋਈ ਅਸਾਈਲਮ ਵਾਲੇ ਦਾ ਕੇਸ ਪਾਸ ਹੁੰਦਾ ਆਪਣੇ ਉਹ ਫੈਮਿਲੀ ਦਾ ਅਪਲਾਈ ਕਰ ਸਕਦਾ। ਉਹ ਵੀ ਇਹ ਆ ਵੀ ਹਸਬੈਂਡ ਵਾਈਫ ਜਾਂ 21 ਸਾਲ ਤੋਂ ਘੱਟ ਬੱਚੇ, ਉਹ ਵੀ ਇਸ ਬੈਨ ਦੇ ਅੰਡਰ ਨਹੀਂ ਆਉਂਦਾ। ਤੇ ਜਿਹੜੀਆਂ ਹੋਰ ਨਾਨ ਇਮੀਗ੍ਰੈਂਟ ਵੀਜ਼ੇ ਦੀਆਂ ਕੈਟਾਗਰੀਆਂ ਬੈਨ ਥੱਲੇ ਆ, ਉਹ ਹੈਗੀਆਂ H1 ਵੀਜ਼ਾ, L1, J ਵੀਜ਼ਾ ਤੇ ਸਟੂਡੈਂਟ ਵੀਜ਼ਾ। ਉਹਦੇ ਵਿੱਚ ਆ ਵੀ ਜੇ ਅੱਗੇ ਤੋਂ ਕਿਸੇ ਕੰਪਨੀ ਨੇ ਜਾਂ ਕਿਸੇ ਨੇ ਅਪਲਾਈ ਕਰਨਾ H1, ਤਾਂ ਉਹ ਸਰਟਨ ਜਿਹੜੇ ਸੈਕਟਰਸ ਨੇ ਉਹਨਾਂ ਨੂੰ ਛੱਡ ਕੇ ਬਾਕੀਆਂ ਨੂੰ ਅਜੇ ਵੀਜ਼ਾ ਨਹੀਂ ਮਿਲੇਗਾ। ਪਰ ਜਿਨ੍ਹਾਂ ਨੂੰ ਵੀਜ਼ਾ ਮਿਲਿਆ ਹੋਇਆ ਉਹ ਆਲਰੇਡੀ ਅਮਰੀਕਾ ਦੇ ਵਿੱਚ ਹੈਗੇ ਆ ਜਾਂ ਵੀਜ਼ਾ ਲੱਗਿਆ ਆ ਸਕਦੇ ਆ, ਉਹਨਾਂ 'ਤੇ ਇਹ ਬੈਨ ਅਪਲਾਈ ਨਹੀਂ ਹੁੰਦਾ। ਇਹ ਸਿਰਫ ਨਵਿਆਂ 'ਤੇ ਅਪਲਾਈ ਹੁੰਦਾ ਜਿਹੜੇ ਨਵੇਂ ਨੇ। ਤੀਸਰੀ ਗੱਲ ਇੱਕ ਹੋਰ ਦੱਸਦੀ ਹੈ ਵੀ ਜਿਨ੍ਹਾਂ ਨੇ ਪਟੀਸ਼ਨਾਂ ਕੀਤੀਆਂ ਹੋਈਆਂ ਆਲਰੇਡੀ, ਜਿਵੇਂ ਕਿਸੇ ਨੇ ਸਿਟੀਜ਼ਨ ਨੇ ਆਪਣੇ ਮਾਂ-ਬਾਪ ਦੀ ਪਟੀਸ਼ਨ ਕੀਤੀ ਆ, ਕਿਸੇ ਨੇ ਭੈਣ ਭਰਾ ਦੀ ਕੀਤੀ ਆ, 5 ਸਾਲ ਪਹਿਲਾਂ ਕੀਤੀ ਆ, 10 ਸਾਲ ਪਹਿਲਾਂ ਕੀਤੀ ਆ, 15 ਸਾਲ ਪਹਿਲਾਂ ਕੀਤੀ ਆ, ਉਹ ਪਟੀਸ਼ਨਾਂ ਇਹ ਵੀਜ਼ਾ ਬੈਨ ਦੇ ਨਾਲ ਖਤਮ ਨਹੀਂ ਹੋਣਗੀਆਂ। ਜਿਹੜੀਆਂ ਫੀਸਾਂ ਤਾਰੀਆਂ ਨੇ ਉਸੇ ਤਰ੍ਹਾਂ ਰਹਿਣਗੀਆਂ, ਜੋ ਪੇਪਰ ਵਰਕ ਗਿਆ ਉਹ ਉਹਨਾਂ ਨੂੰ ਮਿਲਿਆ ਹੋਇਆ, ਉਹ ਜਿਹੜੀ ਵੀਜ਼ਾ ਕੈਟਾਗਰੀ ਖਤਮ ਨਹੀਂ ਹੋਈ, ਇਸ ਕਰਕੇ ਉਹ ਐਪਲੀਕੇਸ਼ਨਾਂ ਉਸੇ ਤਰ੍ਹਾਂ ਹੀ ਰਹਿਣਗੀਆਂ। ਸਿਰਫ ਇਹ ਆ ਵੀ ਇਹ ਪਾਬੰਦੀ ਇੰਟਰਵਿਊ ਤੇ ਵੀਜ਼ਾ ਮਿਲਣ ਤੇ ਆ, ਉਹ ਵੀ ਟੈਂਪਰੇਰੀ ਆ। ਦਸੰਬਰ ਤੱਕ ਜਿਹੜੀ ਪ੍ਰੋਸੈਸਿੰਗ ਹੈਗੀ ਆ ਉਹ ਜਾਰੀ ਰਹੇਗੀ, ਪਰ ਇਹਦੇ ਵਿੱਚ ਡਿਲੇ ਥੋੜੀ ਜਿਹੀ ਹੋ ਜਾਏਗੀ। ਧੰਨਵਾਦ, ਤੁਸੀਂ ਹਮੇਸ਼ਾ ਸਮਾਂ ਕੱਢਦੇ ਹੋ ਸਾਡੇ ਦਰਸ਼ਕਾਂ ਦੇ ਲਈ, ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋ ਤੇ ਜਾਣਕਾਰੀ ਵੀ ਦਿੰਦੇ ਹੋ। ਥੈਂਕ ਯੂ ਸੋ ਮਚ। ਥੈਂਕ ਯੂ। ਸੋ ਇਹ ਸਨ ਜੀ ਅਟਾਰਨੀ ਜਨਰਲ ਜਸਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਯੂਐਸ ਇਮੀਗ੍ਰੇਸ਼ਨ ਦੇ ਬਾਰੇ ਵਿੱਚ। ਉਮੀਦ ਕਰਦੇ ਹਾਂ ਕਿ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਮਿਲ ਗਏ ਹੋਣਗੇ। ਯੂਐਸ ਇਮੀਗ੍ਰੇਸ਼ਨ ਦੇ ਬਾਰੇ ਵਿੱਚ ਕੋਈ ਹੋਰ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਤਾਂ ਜਸਪ੍ਰੀਤ ਜੀ ਨੂੰ ਉਹਨਾਂ ਦੇ ਫੋਨ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਫੋਨ ਨੰਬਰ ਹੈ 917 915 4142। ਸੋ ਇਹਨਾਂ ਨੰਬਰ 'ਤੇ ਉਹਨਾਂ ਨੂੰ ਕਾਲ ਕਰ ਸਕਦੇ ਹੋ। ਤੇ ਯੂਐਸ ਇਮੀਗ੍ਰੇਸ਼ਨ ਬਾਰੇ ਅੱਜ ਇੰਨਾ ਹੀ। ਕੱਲ੍ਹ ਨੂੰ ਫਿਰ ਹਾਜ਼ਰ ਹੋਵਾਂਗੇ ਜੀ। ਅਸੀਂ ਕੱਲ੍ਹ ਨੂੰ 3 ਤੋਂ ਲੈ ਕੇ 4 ਵਜੇ ਤੱਕ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ। ਸੋ ਫਿਲਹਾਲ ਦਿਓ ਇਜਾਜ਼ਤ, ਸ਼ਾਮ ਨੂੰ 6 ਵਜੇ ਫਿਰ ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ ਨਿਊਜ਼ ਐਂਡ ਵਿਊਜ਼। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।